जी सत श्री अकाल जी सारिਆਂ ਨੂੰ। ਤਾਂ ਸਟਾਰਟ ਕਰਦੇ ਹਾਂ ਫਿਰ ਆਪਾਂ ਆਪਣੇ ਅੱਜ ਦੇ ਕਰੰਟ ਅਫੇਅਰ। ਤਾਂ ਜਿਹੜੀ ਸਭ ਤੋਂ ਪਹਿਲੀ ਨਿਊਜ਼ ਹੈ ਉਹ ਹੈਗੀ ਆਪਣੇ ਕੋਲੇ ਇੰਡੀਆਜ਼ ਬਿਗੈਸਟ ਯੋਗਾ ਸੈਂਟਰ। ਇੰਡੀਆਜ਼ ਬਿਗੈਸਟ ਯੋਗਾ ਸੈਂਟਰ, ਠੀਕ ਹੈ। ਕਿਹੜੀ ਸਟੇਟ ਦੇ ਵਿੱਚ ਲਾਂਚ ਹੋਇਆ ਹੈ ਇੰਡੀਆ ਦਾ ਬਿਗੈਸਟ ਯੋਗਾ ਸੈਂਟਰ? ਤਾਂ ਤੁਸੀਂ ਯਾਦ ਰੱਖਿਓ ਜੰਮੂ ਐਂਡ ਕਸ਼ਮੀਰ ਦੇ ਵਿੱਚ, ਠੀਕ ਹੈ। ਇਨ ਜੰਮੂ ਐਂਡ ਕਸ਼ਮੀਰ ਦੇ ਵਿੱਚ ਇੰਡੀਆ ਦਾ ਜਿਹੜਾ ਲੌਂਗੈਸਟ ਜਾਂ ਬਿਗੈਸਟ ਯੋਗਾ ਸੈਂਟਰ ਜਿਹੜਾ ਲਾਂਚ ਹੋਇਆ ਹੈਗਾ, ਠੀਕ ਹੈ। ਅਤੇ ਕਿਹੜੇ ਵਿਲੇਜ ਦੇ ਵਿੱਚ, ਜੇ ਸਾਨੂੰ ਐਗਜ਼ੈਕਟ ਵਿਲੇਜ ਵੀ ਯਾਦ ਕਰਨਾ ਹੋਵੇ ਤਾਂ ਇਨ ਮੰਤਾਲਾਈ ਵਿਲੇਜ, MANTALI ਮੰਤਾਲਾਈ ਵਿਲੇਜ, ਜੰਮੂ ਐਂਡ ਕਸ਼ਮੀਰ, ਠੀਕ ਹੈ। ਜੇ ਪੁੱਛ ਲੈਣ ਕਿਹੜੀ ਰੀਵਰ ਦੇ ਕੰਢੇ, ਠੀਕ ਹੈ, ਤਾਂ ਯਾਦ ਰੱਖਿਓ ਆਪਣੇ ਕੋਲੇ ਔਨ ਦਾ ਬੈਂਕਸ ਆਫ ਤਾਵੀ ਰੀਵਰ, ਔਨ ਦਾ ਬੈਂਕਸ ਆਫ ਤਾਵੀ ਰੀਵਰ, ਤਾਵੀ ਰੀਵਰ। ਤਾਂ ਮੋਸਟ ਇੰਪੋਰਟੈਂਟ ਨਿਊਜ਼ ਸੀ, ਸਿੰਪਲ ਜੀ ਨਿਊਜ਼ ਸੀਗੀ। ਤਾਂ ਇੰਡੀਆ ਦਾ ਬਿਗੈਸਟ ਯੋਗਾ ਸੈਂਟਰ ਕਿੱਥੇ ਬਣ ਜਾ ਰਿਹਾ, ਠੀਕ ਹੈ। ਅਗਲੀ ਨਿਊਜ਼ ਇਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ, ਵੈਰੀ ਵੈਰੀ ਇੰਪੋਰਟੈਂਟ, ਠੀਕ ਹੈ। ਇਹਨੂੰ ਵੀ ਇੰਪੋਰਟੈਂਟ ਕੰਸੀਡਰ ਕਰਿਓ। ਅਗਲੀ ਹੈ, ਕਹਿੰਦਾ ਕਿਹੜੀ ਸਟੇਟ ਹੈ ਫਸਟ ਸਟੇਟ ਟੂ ਸਟਾਰਟ ਇਟਸ ਓਨ ਕਲਾਈਮੇਟ ਚੇਂਜ ਮਿਸ਼ਨ? ਫਸਟ ਸਟੇਟ ਇਨ ਇੰਡੀਆ ਟੂ ਸਟਾਰਟ ਇਟਸ ਓਨ ਕਲਾਈਮੇਟ ਚੇਂਜ ਮਿਸ਼ਨ, ਆਪਣਾ ਅਲੱਗ ਆਪਦਾ ਕਲਾਈਮੇਟ ਚੇਂਜ ਮਿਸ਼ਨ ਸਟਾਰਟ ਕਰਨ ਵਾਲੀ ਇੰਡੀਆ ਦੀ ਪਹਿਲੀ ਸਟੇਟ ਕਿਹੜੀ ਹੈ? ਤਾਂ ਯਾਦ ਰੱਖਿਓ ਕਿਹੜੀ ਹੈ ਜੀ ਆਪਣੇ ਕੋਲ ਤਮਿਲਨਾਡੂ, ਵੈਰੀ ਵੈਰੀ ਇੰਪੋਰਟੈਂਟ। ਤਾਂ ਤਮਿਲਨਾਡੂ ਆਪਣੇ ਕੋਲੇ ਪਹਿਲੀ ਸਟੇਟ ਬਣ ਗਈ ਇੰਡੀਆ ਦੀ ਜਿਹਨੇ ਆਪਦਾ ਕਲਾਈਮੇਟ ਚੇਂਜ ਮਿਸ਼ਨ ਸਟਾਰਟ ਕੀਤਾ। ਤਾਂ ਇਹ ਮਿਸ਼ਨ ਦੇ ਤਹਿਤ ਕੀ ਹੋਊਗਾ ਉਹ ਸਭ ਨੂੰ ਆਪਾਂ ਨੂੰ ਪਤਾ ਹੀ ਹੈ ਨਾ, ਵੀ ਇਹਨਾਂ ਨੇ ਕੀ ਕਿਹਾ ਹੋਊਗਾ। ਇੱਕ ਤਾਂ ਯੂਸਿੰਗ ਗ੍ਰੀਨ ਅਤੇ ਰੀਨਿਊਏਬਲ ਐਨਰਜੀ, ਵੀ ਜ਼ਿਆਦਾ ਤੋਂ ਜ਼ਿਆਦਾ ਅਸੀਂ ਯੂਸਿੰਗ ਗ੍ਰੀਨ ਐਂਡ ਰੀਨਿਊਏਬਲ ਐਨਰਜੀ, ਵੀ ਜ਼ਿਆਦਾ ਤੋਂ ਜ਼ਿਆਦਾ ਅਸੀਂ ਗ੍ਰੀਨ ਅਤੇ ਰੀਨਿਊਏਬਲ ਐਨਰਜੀ ਉੱਪਰ ਕੰਮ ਕਰਨਾ। ਅਤੇ ਸੈਕਿੰਡਲੀ ਵੀ ਆਪਣੇ ਕੋਲ ਇਨਕਰੀਜ਼ਿੰਗ ਪਬਲਿਕ ਟਰਾਂਸਪੋਰਟੇਸ਼ਨ, ਮਤਲਬ ਜੇ ਇੱਕ ਤਾਂ ਸਾਰੇ ਆਪਦੇ ਵਹੀਕਲ 'ਤੇ ਜਾ ਰਹੇ ਨੇ, ਇੱਕ ਬੱਸ 'ਤੇ ਜਾਣ ਤਾਂ ਵਾਤਾਵਰਨ ਸਾਫ਼ ਰਹੂਗਾ ਨਾ। ਤਾਂ ਪਬਲਿਕ ਟਰਾਂਸਪੋਰਟੇਸ਼ਨ ਨੂੰ ਇਨਕਰੀਜ਼ ਕਰਨਾ, ਠੀਕ ਹੈ, ਪਬਲਿਕ ਟਰਾਂਸਪੋਰਟੇਸ਼ਨ ਨੂੰ ਇਨਕਰੀਜ਼ ਕਰਨਾ, ਫੋਰੈਸਟਸ ਨੂੰ ਇਨਕਰੀਜ਼ ਕਰਨਾ, ਇਨਕਰੀਜ਼ਿੰਗ ਫੋਰੈਸਟ ਕਵਰ, ਵੇਸਟ ਨੂੰ ਪ੍ਰੋਪਰ ਤਰੀਕੇ ਨਾਲ ਮੈਨੇਜ ਕਰਨਾ, ਫੋਰੈਸਟ ਕਵਰ, ਠੀਕ ਹੈ, ਐਕਸੈਕਟਰਾ। ਇਸ ਨੂੰ ਪੁੱਛਣ ਨਹੀਂ ਲੱਗਿਆ, ਵੈਸੇ ਆਪਾਂ ਨੇ ਲਿਖਤਾ। ਤਾਂ ਤੁਸੀਂ ਇੰਨੀ ਕੁ ਚੀਜ਼ ਯਾਦ ਰੱਖਿਓ ਵੀ ਪਹਿਲੀ ਕਿਹੜੀ ਸਟੇਟ ਹੈ ਇੰਡੀਆ ਦੀ ਜਿਹਦਾ ਆਪਦਾ ਕਲਾਈਮੇਟ ਚੇਂਜ ਮਿਸ਼ਨ ਹੈਗਾ, ਠੀਕ ਹੈ। ਤਾਂ ਯਾਦ ਰੱਖਿਓ ਕਿਹੜੀ ਹੈ ਆਪਣੇ ਕੋਲੇ ਤਮਿਲਨਾਡੂ, ਠੀਕ ਹੈ। ਅਗਲਾ ਕੁਝ ਫੈਸਟੀਵਲਸ ਨੇ, ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਵਾਰੀ ਕਰਵਾਈਆਂ ਨੇ, ਜਿਹੜੀਆਂ ਇੰਪੋਰਟੈਂਟ ਫੈਸਟੀਵਲਸ ਨੇ ਨਿਊਜ਼ ਦੇ ਵਿੱਚ ਰਹਿੰਦੀਆਂ ਨੇ। ਜਿਵੇਂ ਆਪਾਂ ਨੇ ਪੜ੍ਹੀ ਸੀ ਨਾਗਾਲੈਂਡ, ਠੀਕ ਹੈ। ਤਾਂ ਨਾਗਾਲੈਂਡ ਕਿਹੜੀ ਸਟੇਟ ਦਾ ਤਿਉਹਾਰ ਹੈ? ਸੌਰੀ, ਮੈਂ ਸਟੇਟ ਹੀ ਲਿਖਤੀ। ਤਾਂ ਹੁਣ ਤੁਹਾਨੂੰ ਆਨਸਰ ਪਤਾ ਲੱਗ ਜਾਊਗਾ ਨਾ। ਤਾਂ ਮੈਂ ਤੁਹਾਨੂੰ ਫੈਸਟੀਵਲ ਬੋਲਣੀ ਸੀ ਹੌਰਨਬਿਲ ਕਿਹੜੀ ਸਟੇਟ ਦੀ ਫੈਸਟੀਵਲ ਹੈ? ਤਾਂ ਯਾਦ ਰੱਖਿਓ ਕਿੱਥੋਂ ਦੀ ਹੈ, ਨਾਗਾਲੈਂਡ ਦੀ। ਫਿਰ ਆਪਾਂ ਨੇ ਪੜ੍ਹੀ ਸੀ ਬਾਥੂਕਾਮਾ, ਠੀਕ ਹੈ, ਐਵੇਂ ਜੀ ਅਸੀਂ ਪ੍ਰਨਾਊਂਸੀਏਸ਼ਨ ਆਪੋ ਆਪਣੀ, ਠੀਕ ਹੈ। ਇਹ ਕਿੱਥੋਂ ਦੀ ਸੀ ਆਪਣੇ ਕੋਲ? ਤੇਲੰਗਾਨਾ ਦੀ। ਫਿਰ ਆਪਾਂ ਨੇ ਇੱਕ ਪੜ੍ਹਿਆ ਸੀ ਕੁੱਲੂ ਦੁਸ਼ਹਿਰਾ, ਇਹ ਕਿਹੜੀ ਸਟੇਟ ਦਾ ਸੀ ਆਪਣੇ ਕੋਲ ਫੈਸਟੀਵਲ? ਹਿਮਾਚਲ ਪ੍ਰਦੇਸ਼ ਦਾ, ਠੀਕ ਹੈ। ਅੱਜ ਆਪਾਂ ਨੇ ਪੜ੍ਹ ਲਈ ਲੋਸਾਰ ਫੈਸਟੀਵਲ, ਇੱਕ ਹੋਰ ਐਡ ਕਰ ਲਓ ਉਹਦੇ ਵਿੱਚ, ਲੋਸਾਰ, ਠੀਕ ਹੈ। L 'ਤੇ ਲੋਸਾਰ, L 'ਤੇ ਲਦਾਖ। ਤਾਂ ਲਦਾਖ ਦੇ ਵਿੱਚ ਮਨਾਈ ਜਾਂਦੀ ਹੈ ਲੋਸਾਰ ਫੈਸਟੀਵਲ। ਇਸ ਤੋਂ ਬਾਅਦ ਆ ਗਈ ਆਪਣੇ ਕੋਲ LUSOPHONE, ਠੀਕ ਹੈ। ਤਾਂ ਦੇਖੋ ਇਹ ਕਿੱਥੇ ਗੋਆ ਦੇ ਵਿੱਚ। ਇਹਨੂੰ ਮੈਂ ਕਿਵੇਂ ਯਾਦ ਕੀਤਾ ਹੋਇਆ ਵੀ ਇੱਕ ਤਰ੍ਹਾਂ ਦਾ ਲੂਜ਼ ਫੋਨ, ਵੀ ਬੰਦੇ ਦਾ ਫੋਨ ਖੋਇਆ ਗਿਆ ਤਾਂ ਬੰਦਾ ਫੋਨ ਲੋਸਟ ਕਿੱਥੇ ਕਰਦਾ? ਬੀਚ ਬੂਚ 'ਤੇ। ਤਾਂ ਮਤਲਬ ਬੀਚ ਕਿੱਥੇ ਨੇ? ਗੋਆ ਦੇ ਵਿੱਚ। ਤਾਂ ਹੌਰਨਬਿਲ ਨਾਗਾਲੈਂਡ ਦੇ ਵਿੱਚ, ਅਤੇ ਆਪਣੇ ਕੋਲ ਬਾਥੂਕਾਮਾ ਤੇਲੰਗਾਨਾ ਦੇ ਵਿੱਚ, ਕੁੱਲੂ ਦੁਸ਼ਹਿਰਾ ਹਿਮਾਚਲ ਪ੍ਰਦੇਸ਼ ਦੇ ਵਿੱਚ, ਲੋਸਾਰ ਫੈਸਟੀਵਲ ਲਦਾਖ ਦੇ ਵਿੱਚ, ਅਤੇ ਹੁਣ ਆਪਣੇ ਕੋਲ ਲੁਸਫੋਨ ਗੋਆ ਦੇ ਵਿੱਚ, ਠੀਕ ਹੈ। ਇੰਪੋਰਟੈਂਟ ਫੈਸਟੀਵਲਸ ਨੇ, ਇਹਨਾਂ ਨੂੰ ਯਾਦ ਕਰ ਲਿਓ। ਅਤੇ ਜਿਹੜੀ ਨੈਕਸਟ ਆਪਣੇ ਕੋਲ ਇੰਪੋਰਟੈਂਟ ਹੈ ਉਹ ਨਿਊਜ਼ ਹੈ, ਉਹ ਹੈਗੀ ਘਰ ਪੋਰਟਲ ਦੇ ਉੱਪਰ। ਘਰ ਪੋਰਟਲ,
ਤਾਂ ਜਿਹੜਾ ਗਰ ਪੋਰਟਲ ਹੈ ਇਹ ਕਿਹਨੇ ਲਾਂਚ ਕੀਤਾ ਤੇ ਕਿਹਦੇ ਦੁਆਰਾ ਡਿਵੈਲਪ ਕੀਤਾ ਗਿਆ? ਤਾਂ ਯਾਦ ਰੱਖਿਓ, ਲਾਂਚਡ ਐਂਡ ਡਿਵੈਲਪਡ ਬਾਈ ਨੈਸ਼ਨਲ ਕਮਿਸ਼ਨ ਫॉर ਪ੍ਰੋਟੈਕਸ਼ਨ ਆਫ ਚਾਈਲਡ ਰਾਈਟ। ਨੈਸ਼ਨਲ ਕਮਿਸ਼ਨ ਫॉर ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ, protection of child rights, for protection of child rights। ठीक है, तो ਜਿਹੜਾ ਗਰ ਪੋਰਟਲ ਹੈ ਇਹ ਆਪਣੇ ਕੋਲੇ ਨੈਸ਼ਨਲ ਕਮਿਸ਼ਨ ਫॉर ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਦੁਆਰਾ ਡਿਵੈਲਪ ਤੇ ਇਹਨੂੰ ਲਾਂਚ ਕੀਤਾ ਗਿਆ। ਤਾਂ ਨਾਂ ਤੋਂ ਕਲੀਅਰ ਹੈ ਗਰ ਪੋਰਟਲ। ਪਹਿਲਾਂ ਤਾਂ ਦੀ ਗਰ ਦੀ ਫੁੱਲ ਫਾਰਮ ਲਿਖ ਲਓ, ਉਹ ਤੋਂ ਤੁਹਾਨੂੰ ਜ਼ਿਆਦਾ ਕਲੀਅਰ ਹੋ ਜਾਊਗਾ ਵੀ ਗਰ ਪੋਰਟਲ ਕਾਹਦੇ ਵਾਸਤੇ ਹੈ। ਗੋ ਹੋਮ ਐਂਡ ਰੀਯੂਨਾਈਟ, go home and reunite, go home and reunite। ਤੇ ਜਿਹੜਾ ਇਹ ਪੋਰਟਲ ਹੈ ਕਿਹਦੇ ਵਾਸਤੇ ਬਣਿਆ? ਸਪੈਸ਼ਲੀ ਇਹ ਚਿਲਡਰਨਸ ਵਾਸਤੇ, ਜਿਹੜੇ ਚਿਲਡਰਨਸ ਠੀਕ ਹੈ ਮਤਲਬ ਘਰਦਿਆਂ ਤੋਂ ਦੂਰ ਹੋ ਜਾਂਦੇ ਨੇ, ਉਹਨਾਂ ਨੂੰ ਟਰੈਕ ਕਰਨਾ, ਉਹਨਾਂ ਦੇ ਦੁਬਾਰੇ ਘਰੇ ਭੇਜਣਾ। ਠੀਕ ਹੈ, ਤਾਂ ਲਿਖ ਲਓ the portal has been developed to digitally monitor and track the restoration and repatriation of children। ठीक है, ਤਾਂ ਆਪਾਂ ਇਹਨੂੰ ਰਿਪੀਟ ਕਰਦੇ ਹਾਂ। ਤਾਂ ਆਪਾਂ ਨੂੰ ਪੁੱਛੂਗਾ ਗਰ ਪੋਰਟਲ ਕਿਹਦੇ ਦੁਆਰਾ ਸਟਾਰਟ ਕੀਤਾ ਗਿਆ? ਤਾਂ ਨੈਸ਼ਨਲ ਕਮਿਸ਼ਨ ਫॉर ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ। ਠੀਕ ਹੈ, ਤਾਂ ਯਾਦ ਰੱਖਿਓ ਗਰ ਪੋਰਟਲ ਬੇਸਿਕਲੀ ਚਾਈਲਡਸ ਦੇ ਨਾਲ ਐਸੋਸੀਏਟਡ ਹੈ। ਗਰ ਦੀ ਫੁੱਲ ਫਾਰਮ ਕੀ ਹੈ? ਗੋ ਹੋਮ ਐਂਡ ਰੀਯੂਨਾਈਟ। ਠੀਕ ਹੈ, ਤਾਂ ਮਤਲਬ ਇਹ ਬੇਸਿਕਲੀ ਚਿਲਡਰਨਸ ਨੂੰ ਟਰੈਕ ਕਰਨ ਵਾਸਤੇ ਹੈ ਅਤੇ ਵੀ ਜਿਹੜੇ ਆਪਣਾ ਮਤਲਬ ਪੇਰੈਂਟਸ ਤੋਂ ਦੂਰ ਹੋ ਜਾਂਦੇ ਨੇ। ਠੀਕ ਹੈ, ਤਾਂ ਜਿਹੜੀ ਆਪਣੇ ਕੋਲ ਅਗਲੀ ਨਿਊਜ਼ ਹੈ ਉਹ ਹੈਗੀ ਆਪਣੇ ਕੋਲ ਡਿਜੀਟਲ ਰੂਪੀ ਦੇ ਉੱਪਰ, ਡਿਜੀਟਲ ਰੂਪੀ। ਠੀਕ ਹੈ, ਤਾਂ ਯਾਦ ਰੱਖਿਓ RBI ਨੇ ਲਾਂਚ ਕੀਤਾ ਡਿਜੀਟਲ ਰੂਪੀ। RBI launched the retail rupee on 1 December। the retail rupee that is digital rupee। ਤਾਂ RBI ਨੇ ਡਿਜੀਟਲ ਰੁਪਏ ਲਾਂਚ ਕੀਤਾ। ਅਤੇ ਯਾਦ ਰੱਖਿਓ ਇੰਡੀਆ ਦੇ ਵਿੱਚ ਡਿਜੀਟਲ ਰੁਪਏ ਇੱਕ ਤਰ੍ਹਾਂ ਲਾਂਚ ਹੋ ਗਿਆ ਅਤੇ ਇਹ ਇੱਕ ਤਰ੍ਹਾਂ ਦੇ ਲੀਗਲ ਟੈਂਡਰ ਹੈ। ਇਟ ਰੀਪ੍ਰਜੈਂਟਸ ਲੀਗਲ ਟੈਂਡਰ। ਲੀਗਲ ਟੈਂਡਰ ਹੁੰਦਾ ਵੀ ਜੇ ਆਪਾਂ ਇਹਨੂੰ ਕਿਤੇ ਕਿਸੇ ਦੁਕਾਨਦਾਰ ਨੂੰ ਆਪਾਂ ਉਹਨੂੰ ਡਿਜੀਟਲ ਰੁਪਏ ਯੂਜ਼ ਕਰਕੇ ਕੋਈ ਚੀਜ਼ ਖਰੀਦਾਂਗੇ ਤਾਂ ਆਪਾਂ ਨੂੰ ਨਾ ਨਹੀਂ ਕਰ ਸਕਦਾ। ਡਿਜੀਟਲ ਟੈਂਡਰ ਉਹ ਕਰੰਸੀ ਨੂੰ ਕਹਿੰਦੇ ਜਿਵੇਂ ਆਪਾਂ 10 ਰੁਪਏ ਦਾ ਨੋਟ ਲੈ ਕੇ ਕਿਸੇ ਦੁਕਾਨ 'ਤੇ ਆ ਕੇ ਆਪਾਂ ਨੂੰ ਆਖੇ ਵੀ ਸਾਨੂੰ ਆਹ ਚੀਜ਼ ਦੇ ਦੇ। ਠੀਕ ਹੈ, ਅਤੇ ਉਹ ਆਪਾਂ ਨੂੰ ਐਂ ਨਹੀਂ ਕਹਿ ਸਕਦਾ ਵੀ ਨਾ ਇਹ ਨੋਟ ਤਾਂ ਚੱਲਦਾ ਨਹੀਂ, ਕਿਉਂਕਿ 10 ਰੁਪਏ ਦਾ ਨੋਟ ਇੱਕ ਲੀਗਲ ਟੈਂਡਰ ਹੈ ਜਿਹੜਾ ਪੂਰੇ ਇੰਡੀਆ ਦੇ ਵਿੱਚ ਚੱਲਦਾ। ਉਵੇਂ ਜਿਹੜਾ ਡਿਜੀਟਲ ਰੁਪਏ ਹੈ ਇਹ ਵੀ ਇੱਕ ਤਰ੍ਹਾਂ ਦਾ ਇੱਕ ਲੀਗਲ ਟੈਂਡਰ ਹੈ। ਤਾਂ ਇਟ ਰੀਪ੍ਰਜੈਂਟਸ the legal tender, it represents the legal tender। ਤਾਂ ਪਹਿਲੇ ਫੇਜ਼ ਦੇ ਵਿੱਚ ਜਿਹੜਾ ਇਹ ਆਪਣੇ ਕੋਲੇ 4 ਬੈਂਕਸ ਦੇ ਵਿੱਚ ਬੇਸਿਕਲੀ ਪਹਿਲਾਂ ਤਾਂ RBI ਨੇ ਇਹ ਪਹਿਲਾਂ 8 ਬੈਂਕ ਦੇ ਵਿੱਚ ਲਾ ਕੇ ਆਊਗੀ। 8 ਬੈਂਕਾਂ ਦੇ ਵਿੱਚੋਂ ਵੀ ਫਸਟ ਫੇਜ਼ ਦੇ ਵਿੱਚ 4 ਬੈਂਕਸ ਦੇ ਅਤੇ 4 ਸਿਟੀ ਦੇ ਵਿੱਚ। ਤਾਂ ਫਸਟ ਫੇਜ਼ ਦੇ ਵਿੱਚ ਜਿਹੜਾ ਡਿਜੀਟਲ ਰੁਪਏ ਹੈ ਉਹ ਕਿਹੜੇ ਬੈਂਕ ਦੇ ਵਿੱਚ ਲਾਂਚ ਹੋਊਗਾ? SBI, ICICI, ਯੈਸ ਬੈਂਕ ਅਤੇ IDFC ਫਸਟ ਬੈਂਕ। IDFC ਫਸਟ ਬੈਂਕ। ਤਾਂ ਪਹਿਲੇ ਫੇਜ਼ ਦੇ ਵਿੱਚ ਜਿਹੜੇ ਆਪਣੇ ਕੋਲ 4 ਬੈਂਕ ਨੇ ਇਹਨਾਂ ਦੇ ਵਿੱਚ ਲਾਂਚ ਹੋਊਗਾ ਅਤੇ ਪਹਿਲੇ ਫੇਜ਼ ਦੇ ਵਿੱਚ 4 ਸਿਟੀਜ਼ ਦੇ ਵਿੱਚ ਹੀ ਲਾਂਚ ਹੋਊਗਾ। ਅਤੇ 4 ਸਿਟੀਜ਼ ਕਿਹੜੀਆਂ ਨੇ ਆਪਣੇ ਕੋਲ? 4 ਬੈਂਕ ਆਪਾਂ ਲਿਖ ਲਏ। ਤਾਂ 4 ਸਿਟੀਜ਼ ਕਿਹੜੀਆਂ ਨੇ? ਮੁੰਬਈ, ਨਿਊ ਦਿੱਲੀ, ਬੈਂਗਲੁਰੂ, ਭੁਵਨੇਸ਼ਵਰ। ਮੁੰਬਈ, ਨਿਊ ਦਿੱਲੀ, ਬੈਂਗਲੁਰੂ, ਭੁਵਨੇਸ਼ਵਰ।
ठीक है। तो रिपीट करते हैं आप, डिजिटल रूपी किने लॉन्च किया? RBI ने। ठीक है, एक तरह का लीगल टेंडर है। तो पहले फेस के 4 बैंकों के 4 सिटीज़ के लॉन्च किया है। तो बस इनू जे याद रख सके तो ठीक है, नहीं एक बार ओवरव्यू कर लियो। SBI, ICI, यस बैंक तो IDFC बैंक। पर उसमें इन्ना पता हो भी डिजिटल रूपी हूँ इंडिया के एक तरह का लीगल टेंडर RBI ने इनू लॉन्च किया है। ठीक है, तो कई बार आपको लगे भी इंडिया के ये होना नहीं। ठीक है, भी लीगल टेंडर होना नहीं। तो याद रखो डिजिटल रूपी इंडिया के हुण लीगल टेंडर है। अगली न्यूज़ है जी अपने को रफेल फाइटर जैट्स के उपर। रफेल फाइटर जैट्स तो आपने 36 मंगवाए सी ते 36 के 36 इंडिया के पहुँच गए। ठीक है, तो तुम लिख लो इंडिया हैज़ रिसीवड ऑल द 36 रफेल फाइटर जैट्स। मैं सीधा रफेल जैट्स लिख देने। तो इंडिया में 36 के 36 रफेल जैट्स मिल चुके हैं। ठीक है, उस तो बाद रफेल किहदे द्वारा बनाए गए हैं, किहड़े देश तो लेते हैं, ये तुहानूं हुण तक पता होगा ही होगा। तो बिल्ट बाय डज़ॉल्ट एविएशन फ्रांस। ठीक है, तो रफेल आपने किहड़े देश तो लेते हैं? फ्रांस तो। तो फ्रांस की किहड़ी कंपनी ने बनाई सी? डज़ॉल्ट एविएशन। ये भी गल क्यों फ्रांस की। तो इंडिया के कित्थे स्टेशन बनाया गया इन्हां दा रफेल्स का? ठीक है, तो लिखो रफेल जेट्स स्क्वाड्रन्स आर स्टेशन डेट अंबाला हरियाणा दे विच। तो दोबारा रिपीट करते हैं आप, रफेल के उपर क्वेश्चन बनूगा क्योंकि इंडिया में 36 के 36 जोड़े रफेल ने रिसीव हो गए हैं। पहला तो पूछूगा भी इंडिया ने किन्ने रफेल जैट्स लेते हैं? 36। फिर पूछू किहड़े देश तो लेते हैं? फ्रांस तो। फ्रांस की भी किहड़ी कंपनी ने बनाई? डज़ॉल्ट एविएशन। तो जोड़ा इन्हों का इंडिया के स्टेशन बनाया गया, कित्थे बनाया गया? अंबाला हरियाणा के विच। ठीक है, चलो तो जी अगली न्यूज़ अपने को वो हैगी अपने को एक इंडियन नेवल शिप की नाम है इसका? IKSHAK इक्शक। ठीक है, इंडियन नेवल शिप इक्शक। ठीक है, याद रखियो एक तरह की सर्वे वैसल है। ठीक है, इट इज़ अ सर्वे वैसल। वो पूछूगा ये एंटी सबमरीन है, कुछ भी हमें लिख दूंगा। तो ये कि एक जस्ट सर्वे वैसल है, सर्वे वैसल। ठीक है, तो ये किहदे द्वारा बनाया गया? तो बिल्ट जॉइंटली बाय गार्डन रीच शिप बिल्डर्स एंड इंजीनियर्स एंड L&T। ठीक है, ये एक अपने को कंपनी है चेन्नई के L&T चेन्नई। ठीक है, इन्होंने दोनों के द्वारा बनाया गया गार्डन रीच शिप गार्ड लिमिटेड कलकत्ता तो L&T चेन्नई। ठीक है, INS इशक। तो याद रखियो एक सर्वे वैसल है ये, तो जी अपने को जॉइंटली बनाई गई है गार्डन रीच शिप बिल्डर्स एंड इंजीनियर्स कलकत्ता एंड L&T चेन्नई के विच। ठीक है, इन्होंने दोनों के द्वारा जॉइंटली इनू बनाया गया। ठीक है, उस तो बाद एक्सरसाइजिज अपने इंपोर्टेंट दोबारे आप रिवाइज करते हैं। तो एक्सरसाइज जी अपने पढ़िया सी, सुनू मैं सूर्या किरण पढ़ाई सी। सूर्या किरण तो किहदे विच है? सूर्या किरण याद रखियो इंडिया तो नेपाल दे विच है। तो हुणी इहदा 16वां एडिशन होकर हटिया। 16वां एडिशन कित्थे होया सी? नेपाल दे विच। सीधा बस तुसीं नेपाल लिख लियो। नेपाल आर्मी बैटल स्कूल सलझंदी नेपाल दे विच। ठीक है, उस तो बाद एक्सरसाइज आपने आ भी पढ़ी सी हरीमाऊ शक्ति। एक्सरसाइज हरीमाऊ शक्ति ये किहदे विच है? तो याद रखियो हैगी अपने को इंडिया एंड मलेशिया दे विच। इंडिया ते मलेशिया दे विच एक्सरसाइज हरीमाऊ शक्ति। तो तीजी आ गई अपने को एक्सरसाइज अग्नि वैरीयर। एक्सरसाइज अग्नि वैरीयर ये किहदे विच है?
तो जी अपने को हरी माऊ शक्ति है मलेशिया च हुई है, याद रखिए, ठीक है। PULAI पुलाई कलंग मलेशिया, KLANG ब्रैकेट में लिख देना है मलेशिया, ठीक है। तो हरी माऊ शक्ति मलेशिया हुई है। अग्नि बैरीयर कि एक्सरसाइज है, तो याद रखियो इंडिया एंड सिंगापुर दे विच, इंडिया ते सिंगापुर दे विच। ते अग्नि बैरीयर का लेटेस्ट एडिशन कितने होया अपने को दियोलाली महाराष्ट्र, दियोलाली महाराष्ट्र, ठीक है। तो आप रिपीट करते हैं, दोनों काफ़ी इंपॉर्टेंट जी एक्सरसाइजां सी अपने को। तो सब तो पहली अपने को आ गई सूर्या किरण, तो याद रखियो इंडिया ते नेपाल की। 16वां एडिशन इहदा कित्थे होया अपने को नेपाल दे विच। हरी माऊ शक्ति इंडिया ते मलेशिया की, ठीक है, हरी माऊ शक्ति इंडिया ते मलेशिया की। उस तो बाद अग्नि बैरीयर इंडिया ते सिंगापुर की, जिहड़ी कित्थे होई है दियोलाली महाराष्ट्र दे विच, ठीक है। तो इंपॉर्टेंट एक्सरसाइज सी, नोट करो, फिर आप अगे चलते हैं। तो जी नैक्सट न्यूज़ है वो हैगी अपने को इनसाइट मिशन के उपर। तो लिखो मार्स मिशन इनसाइट, मार्स मिशन इनसाइट। या तो सीधा पूछूगा भी इनसाइट मिशन कि उपर सी, मून के उपर सी, मार्स के उपर सी, वीनस के उपर सी। तो हुण तां याद रखो इनसाइट कि उपर है, मार्स के उपर। ये मिशन किहदा सी? बाय नासा, नासा का सी 2018 दे विच। फिर हुण न्यूज़ च कातों है क्योंकि हुण इहदा नाल जिहड़ा नैटवर्क है अपना वो टुट चुके हैं, मतलब इनू एक तरह का रिटायर करता नासा ने, ठीक है। नासा रिटायर इट्स मार्स मिशन, ठीक है। नासा का मार्स मिशन सी इनू एक तरह का हुण रिटायरमेंट देती, मतलब हुण इहदा नैटवर्क अपने नाल टुट चुका है। इनसाइट याद रखियो नासा सी। तो यह की सीगा इनसाइट एक लैंडर सी, ऑरबिट एक तो होंदा ऑरबिटर जिहड़ा घूमदा हुंदा है, लैंडर हुंदा जिहड़ा उत्थे लैंड हो गया। तो इनसाइट की सीगा एक लैंडर सी, मतलब मार्स के उपर लैंड होके ने आपां नूं उत्थों दे भी की कुछ आपां नूं अवेलेबल है उहदे बारे दस्सेगा, ठीक है। तो अपने कोल की सीगा एक लैंडर सीगा यह एक तरह का, ठीक है। उस तो बाद इहदी जिहड़ी इनसाइट है उहदी आपां फुल फॉर्म भी देख लैने की है अपने कोल इनसाइट की फुल फॉर्म इंटीरियर एक्सप्लोरेशन यूजिंग सिस्मिक इन्वेस्टिगेशन, सिस्मिक इन्वेस्टिगेशंस कॉमा जियोडेसी एंड हीट ट्रांसपोर्ट। काफ़ी वड्डी जी फुल फॉर्म है, पर आपां ने देखो सारी याद नहीं करनी, एक बार सिर्फ पढ़नी होंदी है, फिर आपां नूं ऑप्शन तो रिलेट हो जाता, ठीक है। IN ते इंटीरियर, ठीक है। S ते अपने को आ गया सिस्मिक, फिर अगले I ते आ गया इन्वेस्टिगेशन, G ते आ गया जियोडेसी, H ते हीट, T ते ट्रांसपोर्ट, ठीक है। तो तुहानूं डायरैक्ट क्वेश्चन आ जाऊगा जिहड़ा इनसाइट रिसेंटली न्यूज़ दे विच सीगा। इनसाइट की है, यह एक नासा का मिशन सी किहदे उपर, मार्स के उपर। कदों लॉन्च किया सी अपना जिहड़ा इनसाइट मिशन है, कदों ये लैंडर उत्ते पहुँच गया सीगा मार्स के उपर, ठीक है। लैंड्स ऑन मार्स ऑन 27 नवंबर 2018, 27 नवंबर 2018 दे विच एक तरह का नासा ने जिहड़ा ये अपने को इनसाइट लैंडर है इनू मार्स के उपर लैंड करवाता सीगा, ठीक है। तो अगली न्यूज़ अगेन बड़ी ज़्यादा इंपॉर्टेंट हैगी। तो पहली बारी होया यह चीज़ फॉर द फर्स्ट टाइम produced more energy in a fusion reaction than was used to ignite it, ਹੁਣ तक असीं पढ़िया सी एनर्जी कैन नेदर भी क्रिएटेड नॉर भी डिस्ट्रॉयड, पर पहली बारी मतलब USA ने एक बड़ा तगड़ा एक्सपैरीमेंट किया है जिन्होंने उन्होंने जिन्नी एनर्जी फ्यूजन रिएक्टर नूं इनीशिएट करने ते लगाई सी उदों वध एनर्जी उन्होंने प्रोड्यूस कर ली। तो जिन्हों आप एक तरह का कह सकते हैं दैट इज़ नैट एनर्जी गेन, तो नैट एनर्जी गेन
ਫॉर द फस्ट टाइम ਕਿਹੜੀ ਸਟੇਟ ਨੇ ਜਿਹੜਾ ਕਿਹੜੀ ਕੰਟਰੀ ਨੇ ਇਹ ਐਕਸਪੈਰੀਮੈਂਟ ਇੱਕ ਤਰ੍ਹਾਂ ਸਕਸੈਸਫੁਲ ਕੀਤਾ, ਤਾਂ ਯਾਦ ਰੱਖਿਓ USA ਦੁਬਾਰਾ। ਠੀਕ ਹੈ, USA ਨੇ ਇਹੋ ਜਿਹਾ ਆਪਣੇ ਕੋਲ ਨਿਊਕਲੀਅਰ ਫਿਊਜ਼ਨ ਰਿਐਕਟਰ ਦੀ ਅਨਾਊਂਸਮੈਂਟ ਕੀਤੀ ਹੈ ਜਿਹਨੂੰ ਇਗਨਾਈਟ ਕਰਨ ਤੇ ਮਤਲਬ ਘੱਟ ਐਨਰਜੀ ਲੱਗੀ ਸੀਗੀ ਅਤੇ ਇੱਕ ਤਰ੍ਹਾਂ ਦਾ ਉਹਨੂੰ ਆਪਣੇ ਕੋਲ ਉਹ ਤੋਂ ਜਿਹੜੀ ਐਨਰਜੀ ਪ੍ਰੋਡਿਊਸ ਆ ਉਹ ਆਪਾਂ ਨੇ ਜ਼ਿਆਦਾ ਕਰ ਲਈ। ਠੀਕ ਹੈ, ਤਾਂ ਹੁਣ ਆਪਾਂ ਨੇ ਨਾਸਾ ਬਾਰੇ 2 ਖਬਰਾਂ ਪੜ੍ਹੀਆਂ। ਇੱਕ ਤਾਂ ਇਨਸਾਈਟ ਮਿਸ਼ਨ ਕੀਤਾ ਸੀ ਨਾਸਾ ਦਾ, ਉਸ ਤੋਂ ਬਾਅਦ ਪਹਿਲੀ ਵਾਰੀ ਕੋਈ ਜ਼ਿਆਦਾ ਐਨਰਜੀ ਪ੍ਰੋਡਿਊਸ ਕਰਨੀ ਨਿਊਕਲੀਅਰ ਰਿਐਕਸ਼ਨ ਦੇ ਵਿੱਚ ਜਿੰਨੀ ਐਨਰਜੀ ਉਹਨੂੰ ਇਗਨਾਈਟ ਕਰਨ 'ਤੇ ਲੱਗੀ। ਤਾਂ ਇਹ ਵੀ ਕਿਹੜੇ ਦੇਸ਼ ਦੇ ਆ ਆਪਣੇ ਕੋਲ USA ਦਾ। ਉਦੋਂ ਬਾਅਦ 'ਚ ਇਹ ਆਪਾਂ ਨੇ ਪਹਿਲਾਂ ਵੀ 2-3 ਵਾਰੀ ਪੜ੍ਹਿਆ ਤਾਂ ਦੁਬਾਰੇ ਆਪਾਂ ਰਿਪੀਟ ਕਰਦੇ ਹਾਂ। ਆਰਟੇਮਿਸ ਮਿਸ਼ਨ ਨੂੰ ਆਖਿਆ ਕਾਫੀ ਇੰਪੋਰਟੈਂਟ ਮਿਸ਼ਨ ਹੈ। ਇਹ ਕਿਹਦਾ ਮਿਸ਼ਨ ਹੈ ਆਪਣੇ ਕੋਲ ਨਾਸਾ ਦਾ। ਇਹਦੇ ਤਹਿਤ ਪਹਿਲੀ ਜਿਹੜੀ ਵੂਮੈਨ ਹੈ ਉਹਨੂੰ ਉਹ ਮੂਨ ਦੇ ਉੱਪਰ ਭੇਜ ਰਹੇ ਨੇ। ਅਤੇ ਉਸ ਤੋਂ ਬਾਅਦ ਜਿਹੜਾ ਆਰਟੇਮਿਸ ਮਿਸ਼ਨ ਹੈ ਇਹਦੇ ਤਹਿਤ ਇੱਕ ਸਪੇਸ ਕਰਾਫਟ ਸੀ ਜਿਹਨੂੰ ਆਪਾਂ ਨੇ ਮੂਨ 'ਤੇ ਭੇਜਿਆ ਸੀ ਅਤੇ ਉਹ ਦੁਬਾਰੇ ਧਰਤੀ 'ਤੇ ਸਕਸੈਸਫੁਲੀ ਵਾਪਸ ਆ ਚੁੱਕਿਆ। ਕਿਹੜਾ ਸਪੇਸ ਕਰਾਫਟ ਸੀ ਉਹ ਓਰੀਆਨ ਸਪੇਸ ਕਰਾਫਟ। ਠੀਕ ਹੈ, ਓਰੀਆਨ ਸਪੇਸ ਕਰਾਫਟ। ਪਹਿਲਾਂ ਤਾਂ ਇਹ ਅਨਮੈਂਡ ਖਾਲੀ ਗਿਆ ਸੀਗਾ, ਤਾਂ ਅਗਲੀ ਵਾਰੀ ਇਹਦੇ ਵਿੱਚ ਜਿਹੜੇ ਆਪਣੇ ਨਾਸਾ ਦੇ ਐਸਟਰੋਨੌਟਸ ਨੇ ਜਾਣੇ ਉਹਨਾਂ ਨੂੰ ਭੇਜਣਗੇ। ਤਾਂ ਆਰਟੇਮਿਸ ਮਿਸ਼ਨ ਯਾਦ ਰੱਖਿਓ ਕਿਹਦਾ ਆਪਣੇ ਕੋਲ ਨਾਸਾ ਦਾ, ਤਾਂ ਜਿਹਦੇ ਤਹਿਤ ਉਹ ਮੂਨ 'ਤੇ ਫਸਟ ਵੂਮੈਨ ਨੂੰ ਲੈ ਕੇ ਜਾਣਗੇ। ਠੀਕ ਹੈ, ਚਲੋ ਤਾਂ ਨੈਕਸਟ ਆਪਣੇ ਕੋਲ ਵੈਰੀ ਇੰਪੋਰਟੈਂਟ ਨਿਊਜ਼। ਜਿਹੜੀ ਨੈਕਸਟ ਨਿਊਜ਼ ਆ ਆਪਣੇ ਕੋਲ ਉਹ ਹੈਗੀ ਹੈ ਵਰਲਡਸ ਫਸਟ ਸਟੀਮ ਪ੍ਰੋਪੈਲਡ ਸਪੇਸ ਕਰਾਫਟ। ਵਰਲਡ ਦਾ ਪਹਿਲਾ ਸਟੀਮ ਪ੍ਰੋਪੈਲਡ ਸਪੇਸ ਕਰਾਫਟ। ਵਰਲਡ ਦਾ ਪਹਿਲਾ ਸਟੀਮ ਪ੍ਰੋਪੈਲਡ ਸਪੇਸ ਕਰਾਫਟ। ਠੀਕ ਹੈ, ਤਾਂ ਇਹ ਆਪਣੇ ਕੋਲ ਕਿਹੜਾ ਹੈ ਅਤੇ ਕਿਹੜੇ ਦੇਸ਼ ਦਾ ਇਨੀਸ਼ੀਏਟਿਵ ਹੈ। ਠੀਕ ਹੈ, ਤਾਂ ਵੈਰੀ ਇੰਪੋਰਟੈਂਟ। ਤਾਂ ਯਾਦ ਰੱਖਿਓ ਇਹਦਾ ਨਾਮ ਹੈਗਾ EQUULEUS। ਠੀਕ ਹੈ, ਪ੍ਰਨਾਊਂਸੀਏਸ਼ਨ ਆਪੋ ਆਪਣੀ। ਤਾਂ ਇਹਦੀ ਜਿਹੜੀ ਫੁੱਲ ਫਾਰਮ ਹੈ ਉਹ ਹੈਗੀ ਹੈ ਇਕੁਲਿਬਰੀਅਮ ਲੂਨਰ ਅਰਥ ਪੁਆਇੰਟ। ਠੀਕ ਹੈ, ਇਕੁਲਿਬਰੀਅਮ ਲੂਨਰ ਅਰਥ ਪੁਆਇੰਟ। ਠੀਕ ਹੈ, ਚਲੋ ਵੈਸੇ ਜਿਹੜਾ ਇਹ ਆਪਣਾ ਵਰਲਡ ਦਾ ਪਹਿਲਾ ਸਟੀਮ ਪ੍ਰੋਪੈਲਡ ਸਪੇਸ ਕਰਾਫਟ ਹੈ ਇਹ ਕਿਹੜੇ ਦੇਸ਼ ਦਾ ਹੈਗਾ, ਤਾਂ ਯਾਦ ਰੱਖਿਓ ਇਨੀਸ਼ੀਏਟਿਵ ਆਫ JAXA ਮਤਲਬ ਜਾਪਾਨ ਦੀ ਸਪੇਸ ਏਜੰਸੀ ਦਾ ਇਹ। ਜਾਪਾਨ ਦੀ ਜਿਵੇਂ ਅਮੈਰੀਕਾ ਦੀ ਨਾਸਾ, ਇੰਡੀਆ ਦੀ ਇਸਰੋ, ਜਾਪਾਨ ਦੀ ਕਿਹੜੀ ਹੈ JAXA। ਠੀਕ ਹੈ, ਅਤੇ ਇਹਨੂੰ ਲਾਂਚ ਕਦੋਂ ਕੀਤਾ ਗਿਆ, ਤਾਂ ਉਹਦੇ ਨਾਲ ਹੀ ਆਪਣਾ ਜਿਹੜਾ ਓਰੀਆਨ ਸਪੇਸ ਕਰਾਫਟ ਲਾਂਚ ਕੀਤਾ ਸੀ ਨਾਸਾ ਨੇ। ਠੀਕ ਹੈ, ਤਾਂ ਲਾਂਚਡ ਬਾਈ ਨਾਸਾਸ ਓਰੀਆਨ ਸਪੇਸ ਕਰਾਫਟ ਉਹਦੇ ਨਾਲ ਹੀ ਇਹਨੂੰ ਲਾਂਚ ਕੀਤਾ ਗਿਆ। ਤਾਂ ਹੁਣ ਆਪਣੇ ਕੋਲ ਡਾਇਰੈਕਟ ਕੁਐਸਚਨ ਆ ਸਕਦਾ ਹੈ ਵੀ ਵਰਲਡ ਦਾ ਪਹਿਲਾ ਸਟੀਮ ਪ੍ਰੋਪੈਲਡ ਸਪੇਸ ਕਰਾਫਟ ਕਿਹੜਾ ਹੈ। ਠੀਕ ਹੈ, ਤਾਂ ਆਹ ਨਾਮ ਤੁਸੀਂ ਯਾਦ ਰੱਖ ਲਿਓ ਕਿਹੜੇ ਦੇਸ਼ ਦਾ, ਜਾਪਾਨ ਦਾ ਇਹ। ਠੀਕ ਹੈ, ਕਿਹੜੇ ਦੇਸ਼ ਦਾ ਇਹ, ਜਾਪਾਨ ਦਾ। ਠੀਕ ਹੈ, JAXA ਦੁਆਰਾ। ਅਤੇ ਪਰ ਇਹਨੂੰ ਲਾਂਚ ਕਿਹਨੂੰ ਕੀਤਾ ਗਿਆ, ਜਿਹੜਾ ਨਾਸਾ ਦਾ ਆਪਾਂ ਨੇ ਓਰੀਆਨ ਸਪੇਸ ਕਰਾਫਟ ਸਪੇਸ ਦੇ ਵਿੱਚ ਭੇਜਿਆ ਸੀ ਉਹਦੇ ਨਾਲ ਹੀ ਇਹਨੂੰ ਲਾਂਚ ਕੀਤਾ ਗਿਆ। ਠੀਕ ਹੈ, ਅਤੇ ਜਿਹੜਾ ਇਹ ਸਪੇਸ ਕਰਾਫਟ ਹੈ ਸਟੀਮ ਪ੍ਰੋਪੈਲਡ ਹੈ ਜਿਹੜਾ। ਠੀਕ ਹੈ, ਤਾਂ ਇਹਦੇ ਬਾਰੇ ਲਿਖ ਲਓ। ਦਾ ਸਪੇਸ ਕਰਾਫਟ ਯੂਜ਼ਡ waste heat from the communications kit to heat the water into steam to heat the water into steam and that is squirted out to produce a thrust ਜਿਹਦੇ ਨਾਲ thrust ਪ੍ਰੋਡਿਊਸ ਕੀਤੀ ਜਾਂਦੀ ਹੈ। ਠੀਕ ਹੈ, to produce thrust ਹੁੰਦੀ ਇੱਕ ਤਰ੍ਹਾਂ ਦੀ ਅਪਵਰਡ ਫੋਰਸ। ਠੀਕ ਹੈ, ਤਾਂ ਦੁਬਾਰੇ ਆਪਾਂ ਰਿਪੀਟ ਕਰਦੇ ਹਾਂ। ਇਹਦੇ ਉੱਪਰ ਡਾਇਰੈਕਟ ਕੁਐਸਚਨ ਕੀ ਆ ਸਕਦਾ, ਉਹ ਪੁੱਛੂਗਾ ਵਰਲਡ ਦਾ ਪਹਿਲਾ ਸਟੀਮ ਪ੍ਰੋਪੈਲਡ ਸਪੇਸ ਕਰਾਫਟ ਤਾਂ ਕਿਹੜਾ ਇਹ ਇਕੁਲਿਅਸ ਕਿਹੜੇ ਦੇਸ਼ ਦਾ, ਜਾਪਾਨ ਦਾ। ਤਾਂ ਕਦੋਂ ਲਾਂਚ ਕੀਤਾ ਗਿਆ, ਓਰੀਆਨ ਸਪੇਸ ਕਰਾਫਟ ਨਾਸਾ ਦੇ ਦੁਆਰਾ। ਠੀਕ ਹੈ, ਚਲੋ ਤਾਂ ਇੰਪੋਰਟੈਂਟ ਸੀਗਾ। ਅਗਲੀ ਨਿਊਜ਼ ਵੱਲ ਆਪਾਂ ਚੱਲਦੇ ਹੈਗੇ ਆਪਾਂ। ਉਸ ਤੋਂ ਬਾਅਦ ਆਪਣੇ ਕੋਲ ਇੱਕ ਗਲੋਬਲ ਟ੍ਰੇਡ ਰਿਪੋਰਟ ਸੀ, ਇਹ ਕਿਹਦੇ ਦੁਆਰਾ ਰਿਲੀਜ਼ ਕੀਤੀ ਗਈ,
ग्लोबल ट्रेड रिपोर्ट, ट्रेड रिपोर्ट, ग्लोबल ट्रेड रिपोर्ट इज़ रिलीज्ड बाय, इज़ रिलीज्ड बाय। तो ग्लोबल ट्रेड रिपोर्ट किहदे द्वारा रिलीज़ की जाती है? तो UNCTAD, ठीक है, UNCTAD। तो इन्हें आख्या भी बेशक यूक्रेन दे विच वार हो गया पर तां भी ट्रेड इन गुड्स मतलब पिछले साल नालों 10% जिहड़ा गुड्स की ट्रेड विच इनक्रीज होया हैगा, ठीक है। तो ट्रेड इन गुड्स, ट्रेड इन गुड्स ग्रू 10% फ्रॉम लास्ट ईयर, फ्रॉम लास्ट ईयर टू एन एस्टिमेटेड 25 ट्रिलियन डॉलर, 25 ट्रिलियन डॉलर, ठीक है। मतलब बेशक यूक्रेन दे विच वार होया सी पर तां भी जिहड़ी अपने कोले ट्रेड है वर्ल्ड दी वो 10% दे नाल ग्रो कीती है। ये ग्लोबल ट्रेड रिपोर्ट दे विच दस्सिया गया। डायरैक्ट क्वेश्चन तुहाडे कोल ये आ सकदा है भी ग्लोबल ट्रेड रिपोर्ट किहदे द्वारा रिलीज़ की जाती है? तो UNCTAD, ठीक है। उस तो बाद अगला अपने कोले किहड़ी कंट्री है जिन्हों मतलब बाहरे कढ़ता कंट्री रिसेंटली OUS आउटस्टड फ्रॉम मतलब एक तरह का आउट ही बनूगा इनू फ्रॉम UNECOSCOC इकनॉमिक एंड सोशल काउंसल, ठीक है। जिहड़ा UN का इनू ISO C लिखो इनू लास्ट से, ठीक है। तो जिहड़ा ये अपने कोले UN की यह बॉडी है ये एक तरह की अपने कोले इकनॉमिक तो सोशल काउंसल है। इकनॉमिक एंड सोशल काउंसल, इकनॉमिक एंड सोशल काउंसल। तो किहड़ी कंट्री है जिन्हों ये रिमूव कर दिता गया? तो वह हैगी अपने कोले ईरान, ठीक है। ईरान कातों क्योंकि ईरान दे विच जिहड़ा अपने कोले वायलेशन किया जाता है अगेंस्ट द राइट्स ऑफ वूमेंस एंड गर्ल्स, ठीक है। ईरान दे विच काफ़ी जिहड़ा अपने कोले वायलेशन किया जाता है, वायलेशन ऑफ राइट्स ऑफ वूमेंस एंड गर्ल्स, गर्ल्स। तो तुहाडे कोल डायरैक्ट क्वेश्चन यही आऊगा भी अपने कोले किहड़ी कंट्री है जिन्हों रिमूव कर दिता गया है UNESOC मतलब इकनॉमिक एंड सोशल काउंसल ऑफ UN दे विचों। तो याद रखियो किहड़ी कंट्री नूं रिमूव किया गया अपने कोले? ईरान नूं, ठीक है। चलो तो नैक्सट न्यूज़ आ गई अपने कोले इंटरनेशनल ईयर ऑफ मिलेट्स। ये तो वेरी इंपॉर्टेंट मार्क कर लो। तो 2023 चल रहा है, तो 2023 किहड़ा ईयर है? इंटरनेशनल ईयर ऑफ मिलेट्स, इंटरनेशनल ईयर ऑफ मिलेट्स। तो इंटरनेशनल ईयर ऑफ मिलेट्स किनू कहा जाता? 2023 नूं। तो 2023 का सारा साल किनू डेडिकेट है? इंटरनेशनल ईयर ऑफ मिलेट्स, ठीक है। तो जिहड़ा ये अपने कोले कित्थे डिकलेयर किया गया सी यूनाइटेड नेशन जनरल असैंबली। ये भी 2023 नूं आपां इंटरनेशनल ईयर ऑफ मिलेट्स कहांगे। ये किहदे द्वारा डिकलेयर किया गया? डिकलेयर्ड बाय यूनाइटेड नेशन जनरल असैंबली, यूनाइटेड नेशंस जनरल असैंबली, यूनाइटेड नेशन जनरल असैंबली। तो हुण इहनूं प्रमोट कौन करूगा भी अपने कोले सारे साल दे विच मिलेट्स नूं प्रमोट किने करूगा? तो आपां नूं पता है फूड वाला, तो इट विल बी प्रमोटेड बाय FAO, इट विल बी प्रमोटेड बाय FAO फूड एंड एग्रीकल्चर ऑर्गेनाइजेशन। तो उसने आख्या जिथे भी कितने बार फूड दे आपां नूं कोई ऑर्गेनाइजेशन आ गई वो हैडकुआटर आपां नूं ना पता होए तो आपां रोम टिक कर देंगे, ठीक है। फूड एंड एग्रीकल्चर ऑर्गेनाइजेशन, ठीक है, जिहदे हैडकुआटर कित्थे ने? अपने कोले रोम इटली दे विच। तो उसने आख्या जदों भी फूड के रिलेटेड किसी के आपां नूं हैडकुआटर टिक करने होए तो आपां नूं ना पता होए तुसीं रोम इटली टिक कर दिओ, ठीक है। तो इंटरनेशनल ईयर ऑफ मिलेट्स किनूं डिकलेयर किया गया? 2023 नूं, ठीक है। चलो तो ये भी वेरी इंपॉर्टेंट न्यूज़ सी। तो जी अगली न्यूज़ वाल आपां चलदे हैगे वो आपां नूं पुछूगा भी B-21 रडार ये की चीज़ है? B-21
रेडार ये की चीज़ है, तो याद रखियो ये एक तरह का मिलटरी एयरक्राफ्ट है। इट इज़ अ मिलटरी एयरक्राफ्ट। मिलटरी एयरक्राफ्ट किहड़े देश का? मिलटरी एयरक्राफ्ट ऑफ USA, अमेरिका का। B-21 रेडार की है, मिलटरी एयरक्राफ्ट किहदा? USA का। तो वर्ल्ड का मोस्ट एडवांस्ड बॉम्बर एयरक्राफ्ट है, ठीक है। याद रखियो इस टाइम वर्ल्ड्स मोस्ट एडवांस्ड वर्ल्ड का मोस्ट एडवांस्ड बॉम्बर एयरक्राफ्ट वर्ल्ड का मोस्ट एडवांस्ड बॉम्बर एयरक्राफ्ट किहड़ा अपने को? B-21 रेडार तक किहदा? ये किहड़े देश का? USA का, ठीक है। याद रखियो इंपॉर्टेंट न्यूज़ है। तो जी नैक्सट न्यूज़ है वो भी अपने को काफ़ी ज़्यादा इंपॉर्टेंट है। तो चेन्नई बेस्ड स्पेस टेक स्टार्टअप चेन्नई बेस्ड स्पेस टेक स्टार्टअप जिहदा नाम है अपने कोले अग्निकुल कॉसमोस जिहड़ी अपने कोले चेन्नई की जिहड़ी ये अपने कोले स्पेस टेक है, स्टार्टअप है एक तरह का। इन्हें लॉन्च किया है, लॉन्चड इंडियाज़, ठीक है, लॉन्चड इंडियाज़ फर्स्ट प्राइवेट लॉन्च पैड। तो इंडिया का पहला प्राइवेट लॉन्च पैड लॉन्च करने वाली कंपनी बन गई अग्निकुल कॉसमोस, ठीक है। अग्निकुल कॉसमोस एंड मिशन कंट्रोल सेंटर, पहला प्राइवेट लॉन्च पैड एंड मिशन कंट्रोल सेंटर कित्थे? एट सतीश धवन स्पेस सेंटर श्रीहरिकोटे आंध्र प्रदेश। सतीश धवन स्पेस सेंटर एट सतीश धवन स्पेस सेंटर श्रीहरिकोटा आंध्र प्रदेश। श्रीहरिकोटा आंध्र प्रदेश, ठीक है। तो जिहड़ी अग्निकुल है इन्हें अपने कोले एक तरह की कित्थे जिहड़ी स्टार्टअप है कित्थों का? IIT मद्रास का। तो अग्निकुल हैज़ बीन इनक्यूबेटेड at IIT मद्रास। तो यह प्लान कर रहे हैं लॉन्च करने नूं अग्निबाण रॉकेट एंड इट प्लान्स टू लॉन्च अग्निबाण रॉकेट ये रॉकेट नूं लॉन्च करने वाले भी एक तरह का प्लान कर रहे हैं। तो हुण आपां रिपीट करते हैं सारी। तो एक चेन्नई की स्टार्टअप है किहड़ी अग्निकुल कॉसमोस, इन्हें इंडिया का पहला प्राइवेट लॉन्च पैड लॉन्च किया है। इंडिया का पहला प्राइवेट लॉन्च पैड लॉन्च किया है, ठीक है। तो मिशन कंट्रोल सेंटर कित्थे? सतीश धवन स्पेस सेंटर श्रीहरिकोटा आंध्र प्रदेश। तो जी अग्निकुल है, ठीक है, ये कित्थों दी अपने किहड़े जिहड़ा स्टार्टअप है ये कित्थे इनक्यूबेट होया सी? IIT मद्रास। तो इन्हों ने जिहड़ा रॉकेट लॉन्च करना उसका की नाम है? अग्निबाण रॉकेट, ठीक है। तो वेरी इंपॉर्टेंट न्यूज़ है, इनू जरूर ध्यान नाल तुसीं कर लियो। तो नैक्सट बहुत सिंपल जी न्यूज़ है, पर जे कई बार अपने ना पढ़ी हुई तो तंग कर सकती है। तो वो न्यूज़ हैगी भी PNB पंजाब एंड सिंध बैंक किहड़े बैंक नाल मिल के, ठीक है, दोने को ब्रांडेड क्रेडिट कार्ड लॉन्च कर रहे हैं, ठीक है। तो एक बैंक तो हो गया पंजाब एंड सिंध बैंक, दूजा अपने को एंड SBI ये दोने बैंक मिल के एक को ब्रांडेड मतलब दोनों का को ब्रांडेड क्रेडिट कार्ड लॉन्च कर रहे हैं। को ब्रांडेड क्रेडिट कार्ड लॉन्च कर रहे हैं, ठीक है। जिन्हें तीन कार्ड लॉन्च करनगे एक तरह के, ठीक है, को ब्रांडेड क्रेडिट कार्ड, ठीक है। 3 कार्ड लॉन्च करनगे किहड़े अपने को एक होगा उन्होंने चों PSB SBI कार्ड अलाइट,
ਕਾਰਡ ਅਲਾਈਟ, ਤੇ ਦੂਜਾ ਹੋਊਗਾ ਆਪਣੇ ਕੋਲੇ PSB SBI ਕਾਰਡ ਪ੍ਰਾਈਮ, ਤੇ ਇੱਕ ਆਪਣੇ ਕੋਲੇ ਹੋਊਗਾ PSB ਸਿੰਪਲੀ ਸੇਵ SBI ਕਾਰਡ, ਸਿੰਪਲੀ ਸੇਵ SBI ਕਾਰਡ। ਠੀਕ ਹੈ, ਤਾਂ ਡਾਇਰੈਕਟ ਕੁਐਸਚਨ ਆਊਗਾ ਵੀ ਪੰਜਾਬ ਐਂਡ ਸਿੰਧ ਬੈਂਕ ਨੇ ਕਿਹੜੇ ਬੈਂਕ ਨਾਲ ਜਾਂ ਕਿਹੜੇ ਦੋ ਬੈਂਕਾਂ ਨੇ ਕੋ ਬ੍ਰਾਂਡਡ ਕ੍ਰੈਡਿਟ ਕਾਰਡ ਲਾਂਚ ਕੀਤੇ ਨੇ, ਤਾਂ ਦੋਨੇ ਬੈਂਕ ਤੁਸੀਂ ਯਾਦ ਰੱਖਿਓ, ਪੰਜਾਬ ਐਂਡ ਸਿੰਧ ਬੈਂਕ ਤੇ SBI। ਠੀਕ ਹੈ, ਆ ਕਾਰਡ ਤਿੰਨ ਯਾਦ ਰੱਖ ਸਕੇ। ਠੀਕ ਹੈ, ਬਸ ਸਿੱਧਾ ਇੰਨੀ ਗੱਲ ਯਾਦ ਰੱਖਿਓ, ਪੰਜਾਬ ਐਂਡ ਸਿੰਧ ਬੈਂਕ ਤੇ SBI। ਠੀਕ ਹੈ, ਅਗਲੀ ਜਿਹੜੀ ਨਿਊਜ਼ ਹੈ ਸਿੱਧੀ ਵਨ ਲਾਈਨਰ ਹੈ, ਇੰਪੋਇੰਟਮੈਂਟ ਹੈ। ਇੰਡੀਅਨ ਆਰਮੀ ਦਾ ਨਿਊ ਇੰਜੀਨੀਅਰ ਇਨ ਚੀਫ ਕੌਣ ਅਪੋਇੰਟ ਹੋਇਆ? ਇੰਡੀਅਨ ਆਰਮੀਜ਼ ਨਿਊ ਇੰਜੀਨੀਅਰ ਇਨ ਚੀਫ, ਇੰਡੀਅਨ ਆਰਮੀਜ਼ ਨਿਊ ਇੰਜੀਨੀਅਰ ਇਨ ਚੀਫ ਕੌਣ ਨਿਯੁਕਤ ਹੋਏ ਨੇ? ਇੰਡੀਅਨ ਆਰਮੀਜ਼ ਨਿਊ ਇੰਜੀਨੀਅਰ ਇਨ ਚੀਫ ਤਾਂ ਤੁਸੀਂ ਯਾਦ ਰੱਖਿਓ ਆਪਣੇ ਕੋਲੇ ਅਰਵਿੰਦ ਵਾਲੀਆ, ਤਾਂ ਨਿਊ ਇੰਜੀਨੀਅਰ ਇਨ ਚੀਫ ਆਫ ਇੰਡੀਅਨ ਆਰਮੀ, ਤਾਂ ਸਿੱਧਾ ਵਨ ਲਾਈਨਰ ਆਪਣੇ ਕੋਲੇ ਨਿਊਜ਼ ਹੈਗੀ। ਠੀਕ ਹੈ, ਤਾਂ ਉਸ ਤੋਂ ਬਾਅਦ ਨੈਕਸਟ ਨਿਊਜ਼ ਵੱਲ ਚੱਲਦੇ ਹਾਂ ਆਪਾਂ। ਵੈਰੀ ਇੰਪੋਰਟੈਂਟ ਨਿਊਜ਼, ਮੋਸਟ ਇੰਪੋਰਟੈਂਟ ਨਿਊਜ਼ ਹੈ ਜਿਹੜੀ ਆਪਾਂ ਅਗਲੀ ਕਵਰ ਕਰਾਂਗੇ। ਤਾਂ ਆਪਣੇ ਕੋਲ ਇੱਕ ਕੰਟਰੀ ਹੈ ਕੋਰੇਸ਼ੀਆ। ਠੀਕ ਹੈ, ਕੋਰੇਸ਼ੀਆ ਜੁਆਇਨਸ, ਇਹਨੇ ਜਿਹੜੀ ਕੋਰੇਸ਼ੀਆ ਸੈਚਨ ਜ਼ੋਨ ਨੂੰ ਜੁਆਇਨ ਕੀਤਾ। ਕੀ ਹੈ ਸੈਚਨ ਜ਼ੋਨ ਆਪਾਂ ਦੇਖਾਂਗੇ, ਅਤੇ ਸੈਚਨ ਜੁਆਇਨ ਕਰਨ ਵਾਲੀ ਇਹ 27ਵੀਂ ਕੰਟਰੀ ਬਣ ਗਈ, 27th ਕੰਟਰੀ ਬਣ ਗਈ ਸੈਚਨ ਜ਼ੋਨ ਜੁਆਇਨ ਕਰਨ ਵਾਲੀ। ਐਂਡ ਸਵਿਚ ਟੂ ਐਂਡ ਕੋਰੇਸ਼ੀਆ, ਇੱਕ ਸੈਕਿੰਡ ਪਹਿਲਾਂ ਤਾਂ ਆਪਾਂ ਕੋਰੇਸ਼ੀਆ ਦੇ ਸਪੈਲਿੰਗ ਠੀਕ ਕਰ ਲਈਏ। ਐਂਡ ਕੋਰੇਸ਼ੀਆ, ਇੱਕ ਤਾਂ ਇਹ ਜ਼ੋਨ ਨੂੰ ਜੁਆਇਨ ਕੀਤਾ, ਐਂਡ ਕੋਰੇਸ਼ੀਆ ਸਵਿਚ ਟੂ ਯੂਰੋ, ਮਤਲਬ ਹੁਣ ਜਿਹੜੀ ਕੋਰੇਸ਼ੀਆ ਦੀ ਕਰੰਸੀ ਆ ਉਹ ਇੱਕ ਤਰ੍ਹਾਂ ਦੀ ਇਹ ਵੀ ਯੂਰੋ ਹੋ ਗਈ, ਅਤੇ ਮਤਲਬ ਇੱਕ ਤਰ੍ਹਾਂ ਦਾ ਯੂਰੋ ਲਾਈਨ ਨੂੰ, ਮਤਲਬ ਯੂਰੋ ਨੂੰ ਅਡੋਪਟ ਕਰਨ ਵਾਲੀ ਇਹ ਕਿੰਨਵੀਂ ਕੰਟਰੀ ਬਣ ਗਈ? 20ਵੀਂ ਕੰਟਰੀ ਬਣ ਗਈ ਯੂਰੋ ਜ਼ੋਨ ਨੂੰ। ਠੀਕ ਹੈ, ਤਾਂ ਯੂਰੋ ਜ਼ੋਨ ਦੀ ਇਹ ਕਿੰਨਵੀਂ ਕੰਟਰੀ ਬਣ ਗਈ? 20ਵੀਂ ਕੰਟਰੀ। ਚਲੋ ਆਹ ਸੈਕਿੰਡ ਨਿਊਜ਼ ਤਾਂ ਤੁਹਾਨੂੰ ਸਮਝ ਆਉਂਦੀ ਹੈ ਨਾ, ਵੀ ਯੂਰੋ ਅਡੋਪਟ ਕਰਨ ਵਾਲੀ ਤਾਂ ਯੂਰੋ ਜ਼ੋਨ 'ਚ ਆ ਗਈ 20th ਕੰਟਰੀ। ਆਹ ਨਹੀਂ ਪਤਾ ਲੱਗ ਰਿਹਾ ਹੋਊਗਾ ਵੀ ਆਹ ਕੀ ਹੈ, ਸੈਚਨ ਜ਼ੋਨ ਕੀ ਹੈਗੀ। ਠੀਕ ਹੈ, ਤਾਂ ਆਪਾਂ ਪਹਿਲਾਂ ਸੈਚਨ ਜ਼ੋਨ ਬਾਰੇ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਆਪਾਂ ਥੋੜ੍ਹਾ ਜਿਹਾ ਯੂਰੋਪੀਅਨ ਯੂਨੀਅਨ ਬਾਰੇ ਆਪਾਂ ਪੜ੍ਹ ਲਈਏ। ਤਾਂ ਜਿਹੜਾ ਆਪਣੇ ਕੋਲ ਯੂਰੋਪੀਅਨ ਯੂਨੀਅਨ ਹੈ ਇਹ 1992 'ਚ ਬਣਿਆ, 1992 'ਚ ਬਣਿਆ। ਇਹਦੇ ਹੈੱਡਕੁਆਟਰ ਬਰੂਜ਼ਲਸ ਬੈਲਜੀਅਮ ਦੇ ਵਿੱਚ ਨੇ, ਇਹਦੇ ਹੈੱਡਕੁਆਟਰ ਬਰੂਜ਼ਲਸ ਬੈਲਜੀਅਮ ਦੇ ਵਿੱਚ ਨੇ, ਅਤੇ ਉਸ ਤੋਂ ਬਾਅਦ ਟੋਟਲ ਮੈਂਬਰ ਇਹਦੇ 27 ਨੇ। ਯੂਰੋਪੀਅਨ ਯੂਨੀਅਨ 'ਚ ਕਿੰਨੇ ਮੈਂਬਰ ਨੇ? 27 ਮੈਂਬਰ ਨੇ। ਟੋਟਲ ਮੈਂਬਰ ਇਹਦੇ ਯੂਰੋਪੀਅਨ ਯੂਨੀਅਨ ਦੇ ਕਿੰਨੇ ਨੇ? 27 ਨੇ। ਅਤੇ 27ਵਾਂ ਮੈਂਬਰ, ਲੇਟੈਸਟ ਮੈਂਬਰ ਵੀ ਪਤਾ ਕਿਹੜਾ ਸੀ? ਕੋਰੇਸ਼ੀਆ। ਤਾਂ ਇੱਕ ਤਰ੍ਹਾਂ ਦਾ ਆਪਾਂ ਇਹਨੂੰ ਯੰਗੈਸਟ ਮੈਂਬਰ ਕਹਿ ਸਕਦੇ ਹਾਂ ਯੂਰੋਪੀਅਨ ਯੂਨੀਅਨ ਦਾ। ਠੀਕ ਹੈ, ਹੁਣ ਯੂਰੋਪੀਅਨ ਯੂਨੀਅਨ ਦਾ ਮਤਲਬ ਇਹ ਨਹੀਂ ਹੈਗਾ ਵੀ ਜਿੰਨੇ ਵੀ ਮੈਂਬਰ ਨੇ ਸਾਰਿਆਂ ਦੀ ਕਰੰਸੀ ਯੂਰੋ ਹੋਊਗੀ। ਦੇਖੋ ਉਰੇ ਤਾਂ ਕਿੰਨੇ ਮੈਂਬਰ ਨੇ? 27, ਪਰ ਯੂਰੋ ਕਰੰਸੀ ਕਿੰਨਿਆਂ ਦੀ ਆ? 20 ਮੈਂਬਰਾਂ ਦੀ। ਠੀਕ ਹੈ, ਤਾਂ ਮਤਲਬ ਬਹੁਤ ਸਾਰੇ ਕੰਟਰੀਜ਼ ਇਹੋ ਜਿਹੀਆਂ ਵੀ ਨੇ ਜਿਹੜੀਆਂ ਯੂਰੋਪੀਅਨ ਯੂਨੀਅਨ 'ਚ ਹੈਗੀਆਂ ਨੇ, ਪਰ ਉਹਨਾਂ ਦੀ ਕਰੰਸੀ ਯੂਰੋ ਨਹੀਂ ਹੈਗੀ। ਠੀਕ ਹੈ, ਕੋਰੇਸ਼ੀਆ ਦੀ ਵੀ ਪਹਿਲਾਂ ਨਹੀਂ ਸੀ, ਤਾਂ ਕੋਰੇਸ਼ੀਆ ਨੇ ਯੂਰੋ ਅਡੋਪਟ ਕਰ ਲਈ ਅਤੇ 20ਵੀਂ ਕੰਟਰੀ ਬਣ ਗਈ ਹੈ। ਠੀਕ ਹੈ, ਤਾਂ ਇਹ ਤਾਂ ਪਤਾ ਲੱਗ ਗਿਆ। ਹੁਣ ਜਿਹੜਾ ਉਹ ਸੈਚਨ ਜ਼ੋਨ ਹੈ ਉਹ ਕੀ ਹੈ, ਉਹਦੇ ਬਾਰੇ ਆਪਾਂ ਪੜ੍ਹਦੇ ਹਾਂ। SCHEN ਸੈਚਨ ਜ਼ੋਨ, ਤਾਂ ਨਾ ਇਹ ਇੱਕ ਤਰ੍ਹਾਂ ਦਾ ਆਪਣੇ ਕੋਲੇ ਬਾਰਡਰ ਫਰੀ ਉਹ ਹੈਗਾ ਆਪਣੇ ਕੋਲੇ ਏਰੀਆ। ਠੀਕ ਹੈ, ਤਾਂ ਲਾਰਜੈਸਟ ਫਰੀ ਟਰੈਵਲ ਜ਼ੋਨ ਇਨ ਵਰਲਡ, ਲਾਰਜੈਸਟ ਫਰੀ ਟਰੈਵਲ ਜ਼ੋਨ ਇਨ ਵਰਲਡ। ਤਾਂ ਮਤਲਬ ਇਹ ਕੀ ਕੀਤਾ ਨਾ, ਜਿਹੜੇ ਮਤਲਬ ਯੂਰਪ ਦੇ ਦੇਸ਼ ਸੀਗੇ, ਇਹਨਾਂ ਨੇ ਆਖਿਆ ਵੀ ਆਪਾਂ ਯਾਰ ਆਪ 'ਚ ਬਾਰਡਰ ਹਟਾਉਣੇ, ਵੀ ਟਰੇਡ ਕਰਨੀ ਸੌਖੀ ਹੋ ਜੂਗੀ। ਠੀਕ ਹੈ, ਤਾਂ ਮਤਲਬ ਉਹ ਜਿਹੜੇ ਦੇਸ਼ਾਂ ਨੇ ਉਹਨੂੰ ਸਾਈਨ ਕੀਤਾ, ਠੀਕ ਹੈ, ਉਹਨੂੰ ਆਪਾਂ ਬੋਲਦੇ ਹਾਂ ਵੀ ਸੈਚਨ ਜ਼ੋਨ ਦੇ ਵਿੱਚ ਉਹ ਦੇਸ਼ ਆ ਗਏ। ਠੀਕ ਹੈ, ਤਾਂ ਇਹਦੇ ਵਿੱਚ ਇੱਕ ਤਰ੍ਹਾਂ ਦਾ ਜਿਹੜੇ ਇੰਟਰਨਲ ਬਾਰਡਰ ਨੇ ਉਹ ਅਬੋਲਿਸ਼ ਕਰ ਦਿੱਤੇ ਜਾਂਦੇ ਨੇ। ਠੀਕ ਹੈ, ਤਾਂ ਅਬੋਲਿਸ਼ ਇੰਟਰਨਲ ਬਾਰਡਰਸ, ਠੀਕ ਹੈ, ਅਬੋਲਿਸ਼ ਇੰਟਰਨਲ ਬਾਰਡਰਸ ਫॉर फ्री एंड अनरिस्ट्रिक्टेड मूवमेंट ऑफ पीपल, फॉर फ्री एंड अनरिस्ट्रिक्टेड
फॉर फ्री एंड अनरिस्ट्रिक्टेड मूवमेंट ऑफ पीपल, मूवमेंट ऑफ पीपल, फ्री एंड अनरिस्ट्रिक्टेड मूवमेंट ऑफ पीपल। ठीक है, तो एक तरह का लारजैसट ट्रैवल जोन है। 1985 च यह पहली बार इस्टैबलिश होया सी। ठीक है, ये मतलब फ्रांस, जर्मनी, बैल्जियम, नीदरलैंड एवें दे देश भी शामिल ने। ठीक है, तो यह सैचन जोन सी, ये कदों इस्टैबलिश होया? फस्ट टाइम इस्टैबलिश इन 1985। तो आप दुबारे सारे रिपीट करते हैं, फिर आप अगे चलते हैं। तो जी न्यूज़ सी ये क्रोएशिया के उपर, क्रोएशिया सैचन जोन भी इन्होंने जोड़ा अपने को एक तरह का साइन कर लिया, तो यूरो भी स्विच कर गई। तो यूरो अडोप्ट करने वाली तो कितनी कंट्री बन गई? 20वीं। तो सैचन जोन के आने वाली कितनी कंट्री बन गई? ये 27वीं। सैचन जोन की है भी एक तरह का बॉर्डर फ्री ट्रेड, भी आप ईजीली एक दूजे नाल ट्रेड वो कर सकते हैं, बॉर्डर फ्री। ठीक है, चलो तो अगली जी न्यूज़ है अपने को हैगी 39th प्रेजिडेंट ऑफ ब्राज़ील, प्रेजिडेंट ऑफ ब्राज़ील। तो ਜਿਹੜੀਆਂ इंपॉर्टेंट कंट्रीज़ ने, जो उन्होंने अपने को नवा कोई PM प्रेजिडेंट लगता तो सानू वो पता होना चाहिए। तो इन्हों का नाम अजीब जिहा, एक बार असीं पढ़ांगे याद हो जाऊगा। तो लुइज इनासियो लुला दा सिल्वा। ठीक है, आह नाम है, तो याद रखियो आह नाम ब्राज़ील के प्रेजिडेंट का। ठीक है, लुइज इनासियो लुला दा सिल्वा। ठीक है, हुण ना ब्राज़ील के उपर क्वेश्चन आउंदा है, ब्राज़ील इस टाइम वर्ल्ड का फस्ट एक्सपोर्टर है शुगर का, प्रोड्यूसर नहीं। ठीक है, मैं उरे लिख देना है, शुगर बारे क्वेश्चन आउंदा है। जिहड़ा शुगर है, शुगर का वर्ल्ड्स लारजैसट प्रोड्यूसर, वर्ल्ड दे विच सब तो वध शुगर प्रोड्यूस करने वाला किहड़ा देश है? ठीक है, प्रोड्यूसर तो वह है अपने को इंडिया, वो है अपने को इंडिया। पर एक्सपोर्टर आप नहीं पता क्यों? क्योंकि वर्ल्ड का लारजैसट कंज्यूमर शुगर का, शुगर नूं सब तो वध कंज्यूम करने वाला भी वर्ल्ड दे विच किहड़ा देश है? इंडिया। तां करके एक्सपोर्ट च पहले नंबर पर आप नहीं, वर्ल्ड का लारजैसट एक्सपोर्टर पुछूगा उहदा शुगर का, तो आंसर आऊगा अपने को ब्राज़ील। तो सब तो वध वर्ल्ड दे विच जिहड़ी शुगर एक्सपोर्ट करता वो कौन करता है? ब्राज़ील। तो वर्ल्ड का सैकेंड एक्सपोर्टर शुगर का वो कौन है? इंडिया। मतलब इंडिया दूजे नंबर पर है शुगर एक्सपोर्ट करने विच, पहले तो किहड़ा है? ब्राज़ील। तो ब्राज़ील का प्रेजिडेंट लम्मा किहड़ा बने? लुला दा सिल्वा। तो शुगर दे विच वर्ल्ड का लारजैसट प्रोड्यूसर भी इंडिया है, तो अपने को कंज्यूमर भी इंडिया, एक्सपोर्टर च आप दूजे नंबर पर हैगे। ठीक है, पहले तो अपने को एक्सपोर्टर दे विच किहड़ा हैगा? ब्राज़ील। ठीक है, चलो तो अगली जिहड़ी अपने को न्यूज़ है, इंडिया की पहली अंडर वाटर मैट्रो सर्विसिज लॉन्च करने वाली किहड़ी मैट्रो जोन बन गई? ठीक है, इंडियाज़ फस्ट अंडर वाटर मैट्रो सर्विसिज, इंडियाज़ फस्ट अंडर वाटर मैट्रो सर्विसिज। ठीक है, किहदे द्वारा ये स्टार्ट की गई है? KMRC। ठीक है, तो बाय KMRC की है अपने को कलकत्ता मैट्रो रेल कॉरपोरेशन, कलकत्ता मैट्रो रेल कॉरपोरेशन, कलकत्ता मैट्रो रेल कॉरपोरेशन इंडिया की पहली अंडर वाटर मैट्रो सर्विसिज लॉन्च करने वाली मैट्रो कॉरपोरेशन बन गई। ठीक है, कलकत्ता। तो यह किन्ने मीटर का कॉरीडोर है जिहड़ा अंडर वाटर है? तो 16.6 किलोमीटर का कॉरीडोर है, 16.6 किलोमीटर का कॉरीडोर है। ठीक है, किहड़े रिवर दे विच पास करूगा? ठीक है, हुगली रिवर किनू कनैक्ट करूगा? हावड़ा नू कलकत्ता सिल्दा नाल। ठीक है, कनैक्टिंग हावड़ा एंड कोलकाता SCALDAH। ठीक है, तो आ हुगली बारे सूँ पता ही होगा, हुगली की है डिस्ट्रीब्यूटरी है गंगा की। देखो एक तो ट्रिब्यूटरी होंगी है, ठीक है, तो एक तो अपने को ट्रिब्यूटरी होंगी है। हूँ ना जिमें अपने को आह गंगा जा रही है फॉर एग्जाम्पल, ठीक आ गंगा आ रही है,
आ गंगा च कोई रिवर आके मिल गई, आ कोई होर रिवर आके मिल गई, कोई होर रिवर आके मिल गई, कोई होर मिल गई, कोई होर मिल गई, इधरों जमुना आके मिल गई, आर ए सन मिल गई। ठीक है, आ सारियां ये गंगा दियां की ने अपने कोले ट्रिब्यूटरीज ने। ठीक है, आपां नूं पता होना चाहिए भी गंगा दियां किहड़ियां ट्रिब्यूटरीज ने। ठीक है, तो इधरले पासे तुसीं देख लिओ राम गंगा। ठीक है, एवें ਜਿਹੜੀਆਂ ਤਾਂ ਕਿਸੇ ਰੀਵਰ ਦੇ ਵਿੱਚ ਆ ਕੇ ਮਿਲਣ ਉਹਨਾਂ ਨੂੰ ਤਾਂ ਆਪਾਂ ਬੋਲਦੇ ਹਾਂ ਟ੍ਰਿਬਿਊਟਰੀਜ਼। ਹੁਣ ਜਿਵੇਂ ਆ ਗੰਗਾ ਜਾ ਰਹੀ ਹੈ, ਠੀਕ ਹੈ, ਇਹ ਲਾਸਟ ਲਿਆ ਕੇ ਗੰਗਾ ਐਂ ਬਾਕੀ ਆਰ ਇੱਕ ਰੀਵਰ ਤੋਂ ਡਿਸਟਰੀਬਿਊਟ ਹੋ ਗਈ, ਅਲੱਗ ਹੋ ਗਈ, ਉਹ ਹੈਗੀ ਆ ਹੁਗਲੀ। ਹੁਗਲੀ ਤਾਂ ਯਾਦ ਰੱਖਿਓ, ਹੁਗਲੀ ਟ੍ਰਿਬਿਊਟਰੀ ਨਹੀਂ, ਹੁਗਲੀ ਕੀ ਹੈ ਇੱਕ ਤਰ੍ਹਾਂ ਦੀ ਡਿਸਟਰੀਬਿਊਟਰੀ ਹੈ ਗੰਗਾ ਦੀ। ठीक है, तो ਤੁਹਾਡੇ ਕੋਲ गंगा ਦੀਆਂ ਸਾਰੀਆਂ ट्रिब्यूटरीज भी ਤੁਹਾਨੂੰ याद ਹੋਣੀਆਂ ਚਾਹੀਦੀਆਂ ਨੇ ਤੇ गंगा ਦੀਆਂ ਸਾਰੀਆਂ डिस्ट्रीब्यूटरीज भी याद ਹੋਣੀਆਂ ਚਾਹੀਦੀਆਂ ਵੀ ਕਿਹੜੀਆਂ गंगा ਦੀਆਂ ट्रिब्यूटरीज ने, ਕਿਹੜੀਆਂ डिस्ट्रीब्यूटरी ਤਾਂ ਆਪਣੇ ਕੋਲੇ ਹੁਗਲੀ ਹੈ। ਤਾਂ ਆਪਣੇ ਕੋਲੇ ਹੁਣ ਜਿਹੜਾ ਕੁਐਸਚਨ ਸੀਗਾ ਇੰਡੀਆ ਦਾ ਪਹਿਲਾ ਅੰਡਰ ਵਾਟਰ ਮੈਟਰੋ ਸਰਵਿਸਿਜ਼ ਕੀਤੇ ਦੁਆਰਾ ਲਾਂਚ ਕੀਤੀਆਂ ਗਈਆਂ ਕਲਕੱਤਾ ਮੈਟਰੋ ਰੇਲ ਕਾਰਪੋਰੇਸ਼ਨ ਦੁਆਰਾ। ਕਿੰਨੇ ਮੀਟਰ ਦਾ ਕੋਰੀਡੋਰ ਬਣਾਇਆ ਗਿਆ? 16.6 ਕਿਲੋਮੀਟਰ ਦਾ। ਕਿਹੜੇ ਰੀਵਰ ਦੇ ਉੱਪਰ? ਹੁਗਲੀ ਰੀਵਰ। ਤੇ ਹਾਵੜਾ ਨੂੰ ਕਲਕੱਤਾ ਸਿਆਲਦਿਆਂ ਨਾਲ ਇਹ ਕਨੈਕਟ कर रहेगा। ठीक है, चलो तो जो कलकत्ता है ये सिटी के उपर वसिया होया, हुगली के उपर कलकत्ता। कई बार पूछूगा भी कलकत्ता किहड़ी रिवर के कंढे वसिया होया। ठीक है, तो हुगली रिवर के कंढे वसिया होया। ठीक है, चलो तो नैक्सट न्यूज़ से चलते हैं आप। RBI ने एक लिस्ट कढ़ी है, RBI's 2022 लिस्ट ऑफ DSIBS। आ की हुंदा अपने को DSIBS? तो डोमैसटिक सिस्टमैटिकली इंपॉर्टेंट बैंक्स। तो यह लिस्ट के विच RBI वो बैंकों नूं रखती है भी जे ये बैंक फेल हो गए, एक तरह का ये ला लो भी पूरी इकोनमी इंडिया की फेल हो जूगी। ठीक है, मतलब पूरे तो बड़े बैंक रखे जाते हैं। तो जोड़े अपने को आह होंगे ने ना DSIBs, ठीक है, इन्हों एवें भी कहा जाता है टू बिग टू फेल बैंक्स। ये किहड़े होंगे ने अपने को टू बिग टू फेल बैंक्स। ठीक है, तो RBI ने जी लिस्ट कढ़ी है अपने को डोमैसटिक सिस्टमैटिकली इंपॉर्टेंट बैंक्स, ये 3 बैंक रखे ने। तो 3 बैंक किहड़े ने आपको पता होना चाहिए। तो ये 3 बैंक ने अपने को वो लिखो तुसी SBI, ICICI ते अपने को HDFC। आ 3 बैंक ने जिन्होंने RBI ने DSIBS की लिस्ट के विच रखा गा। ठीक है, ਜਿਹੜੇ ਆਹ ਦੋਨੇ ਨੇ ਇਹ ਆਪਣੇ ਕੋਲੇ ਫਸਟ ਬਕਟ ਦੇ ਵਿੱਚ ਨੇ, ਯਾਦ ਰੱਖਣੀ ਸਿੱਧਾ ਫਸਟ ਬਕਟ ਦੇ ਵਿੱਚ ਨੇ। ਤੇ ਆਪਣੇ ਕੋਲੇ SBI ਥਰਡ ਬਕਟ 'ਚ, ਥਰਡ ਬਕਟ ਦੇ ਵਿੱਚ ਹੈ। ਠੀਕ ਹੈ, ਤਾਂ ਸਿੱਧਾ ਕੁਐਸਚਨ ਆਊਗਾ ਵੀ RBI ਦੀ ਜਿਹੜੀ ਡੋਮੈਸਟਿਕ ਸਿਸਟਮੈਟਿਕਲੀ ਇੰਪੋਰਟੈਂਟ ਬੈਂਕ ਦੀ ਲਿਸਟ ਹੈ ਉਹ 'ਚੋਂ 4 ਆਪਸ਼ਨ ਹੈ ਕਿ ਪੁੱਛੂਗਾ ਕਿਹੜਾ ਬੈਂਕ ਨਹੀਂ ਹੈਗਾ, ਉਹ ਆਪਾਂ ਨੂੰ ਪੱਕਾ ਇਹੋ ਜਿਹਾ ਬੈਂਕ ਪਾਊਗਾ ਜਿਵੇਂ ਆਪਾਂ ਨੂੰ ਪਾਊਗਾ ਐਕਸਿਸ ਬੈਂਕ, ਆਪਾਂ ਨੂੰ ਲੱਗੂ ਵੀ ਇਹ ਤਾਂ ਯਾਰ ਪੱਕਾ ਹੀ ਹੋਊਗਾ। ਠੀਕ ਹੈ, ਇਹੋ ਜਿਹਾ ਬੈਂਕ ਕੋਈ ਪਾਊਗਾ। ਤਾਂ ਧਿਆਨ ਦਿਓ ਕਿਹੜੇ ਬੈਂਕ ਨੇ ਆਪਾਂ ਨੂੰ ਪਤਾ ਹੋਣਾ ਚਾਹੀਦਾ, SBI, ICICI ਤੇ HDFC। ਠੀਕ ਹੈ, ਇਹ 3 ਨੇ ਤੇ ਇਹਨਾਂ ਨੂੰ ਵੀ ਅੱਗੋਂ ਫਰਦਰ ਤੁਸੀਂ ਯਾਦ ਰੱਖ ਲਿਓ। ICICI ਤੇ HDFC ਕਿਹੜੀ ਲਿਸਟ ਦੇ ਵਿੱਚ ਰੱਖੇ ਨੇ ਆਪਣੇ ਕੋਲੇ, ਕਿਹੜੀ ਬਕਟ 'ਚ ਰੱਖੇ ਨੇ? ਪਹਿਲੀ ਬਕਟ 'ਚ। ਤੇ SBI ਆਪਣੇ ਕੋਲੇ ਥਰਡ ਬਕਟ ਦੇ ਵਿੱਚ। ਠੀਕ ਹੈ, ਚਲੋ ਅਗਲੀ ਜਿਹੜੀ ਨਿਊਜ਼ ਹੈ ਉਹ ਆਪਣੇ ਕੋਲ ਕ੍ਰਿਕਟ ਦੀ ਹੈ। ਤਾਂ BCCI ਨੇ ਬੈਸਟ ਪਲੇਅਰ ਦੱਸੇ ਨੇ 2022 ਦੇ ਪੂਰੇ ਸਾਲ ਦੇ ਵੀ ਸਾਡੇ ਜਿਹੜੇ ਬੈਸਟ ਪਲੇਅਰ ਨੇ ਭਾਈ ਆਹ ਨੇ ਬੈਸਟ ਪਲੇਅਰਸ ਆਫ 2022 ਦੇ। ਤਾਂ ਇਹ ਆਪਾਂ ਨੂੰ ਪਤਾ ਹੋਣਾ ਚਾਹੀਦੇ ਨੇ, ਵੈਰੀ ਇੰਪੋਰਟੈਂਟ ਨਿਊਜ਼ ਹੈ। ਤਾਂ ਸਭ ਤੋਂ ਪਹਿਲਾਂ ਟੈਸਟ ਦੇ ਵਿੱਚ ਦੇਖੋ 3 ਤਰ੍ਹਾਂ ਦੇ ਮੈਚ ਹੁੰਦੇ ਨੇ, ਇੱਕ ਟੈਸਟ, ODI, ਵਨਡੇ ਇੰਟਰਨੈਸ਼ਨਲ ਤੇ ਆਪਣੇ ਕੋਲੇ T20। ਟੈਸਟ ਦੇ ਵਿੱਚ ਆਪਾਂ ਨੇ ਇੱਕ ਬੈਟਸਮੈਨ ਤੇ ਇੱਕ ਬੋਲਰ ਯਾਦ ਕਰਨਾ ਵੀ ਬੈਸਟ ਬੈਟਸਮੈਨ ਕਿਹਨੂੰ ਡਿਕਲੇਅਰ ਕੀਤਾ ਗਿਆ ਤੇ ਬੈਸਟ ਬੋਲਰ ਕਿਹਨੂੰ ਡਿਕਲੇਅਰ ਕੀਤਾ ਗਿਆ। ਤਾਂ ਬੈਸਟ ਬੈਟਸਮੈਨ ਤਾਂ ਰਿਸ਼ਭ ਪੰਤ, ਇੰਡੀਆ ਦਾ ਵਿਕਟ ਕੀਪਰ ਹੈ ਇਹ ਰਿਸ਼ਭ ਪੰਤ। ਹੁਣ ਐਕਸੀਡੈਂਟ ਹੋ ਰਿਹਾ ਵਿਚਾਰੇ ਦਾ, ਕਾਫੀ ਟਾਈਮ ਤੋਂ ਇਹ ਖੇਡ ਨਹੀਂ ਰਿਹਾ। ਤਾਂ 2022 ਦੇ ਵਿੱਚ ਟੈਸਟਾਂ ਦਾ ਬੈਸਟ ਪਲੇਅਰ ਬੈਟਸਮੈਨ ਰਿਸ਼ਭ ਪੰਤ ਨੂੰ ਸੀ ਤੇ ਬੋਲਰ ਸੀਗਾ ਆਪਣੇ ਕੋਲੇ ਜਸਪ੍ਰੀਤ ਬੁਮਰਾਹ। ਦੋਨਾਂ ਦੀ ਸੱਟ ਵੱਜ ਰਹੀ ਹੈ, ਦੋਨੇ ਇੱਕ ਤਰ੍ਹਾਂ ਦਾ ਹੁਣ ਖੇਡ ਰਹੇ ਜਸਪ੍ਰੀਤ ਬੁਮਰਾਹ। ਇਹ ਪ੍ਰਾਈਜ਼ ਇੰਪੋਰਟੈਂਟ ਨੇ, ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਟੈਸਟ ਦਾ ਜਿਹੜਾ ਬੈਸਟ ਬੈਟਸਮੈਨ ਹੈ ਉਹ ਰਿਸ਼ਭ ਪੰਤ ਹੈ ਤੇ ਬੈਸਟ ਬੋਲਰ ਹੈ ਜਸਪ੍ਰੀਤ ਬੁਮਰਾਹ। ਐਵੇਂ ਆਪਾਂ ਨੇ ODI ਦਾ ਮਤਲਬ ਵਨਡੇ ਇੰਟਰਨੈਸ਼ਨਲ ODI ਦੇ ਵਿੱਚ ਜਿਹੜਾ ਬੈਸਟ ਬੈਟਸਮੈਨ ਹੈ ਉਹ ਦਿੱਤਾ ਗਿਆ ਜੀ ਸ਼੍ਰੇਸ਼ ਅਈਅਰ ਨੂੰ।
ਸ਼ਰੇਸ਼ ਅਈਅਰ, ਇੱਕ ਸੈਕਿੰਡ ਜੀ, SHRE ਸ਼ਰੇਸ਼ ਅਈਅਰ ਨੂੰ। ਤੇ ਆਪਣੇ ਕੋਲੇ ਬੈਸਟ ਬੋਲਰ, ਠੀਕ ਹੈ, ਜਿਹੜਾ ਬੈਸਟ ਬੋਲਰ ਦਾ ਅਵਾਰਡ ਦਿੱਤਾ ਗਿਆ, ਠੀਕ ਹੈ, ਉਹ ਕਿਹਨੂੰ ਦਿੱਤਾ ਗਿਆ, ਆਪਣੇ ਕੋਲੇ ਮੁਹੰਮਦ ਸਿਰਾਜ, ਮੁਹੰਮਦ ਸਿਰਾਜ, ਠੀਕ ਹੈ, ਮੁਹੰਮਦ ਸਿਰਾਜ, ਠੀਕ ਹੈ, ਉਹ ODI ਦੇ ਵਿੱਚ। ਉਸ ਤੋਂ ਬਾਅਦ T20 ਦੇ ਵਿੱਚ, T20 ਦੇ ਵਿੱਚ ਤਾਂ ਬੈਸਟ ਬੈਟਸਮੈਨ ਦਾ ਅਵਾਰਡ ਦਿੱਤਾ ਗਿਆ ਆਪਣੇ ਕੋਲੇ, ਜਿਹਨੇ ਹੁਣੀ ਅੱਜ ਪੰਜਾਬ ਦੀ ਟੀਮ ਦਾ ਧੂੰਆਂ ਕੱਢਤਾ ਸੀਗਾ, ਕਿਹੜਾ ਆਪਣੇ ਕੋਲੇ ਸੂਰਿਆ ਕੁਮਾਰ ਯਾਦਵ, ਸੂਰਿਆ ਕੁਮਾਰ ਯਾਦਵ ਸੱਚੀ ਬੈਸਟ ਪਲੇਅਰ ਹੈ ਇਹ T20 ਦਾ। ਇੰਡੀਆ ਨੇ ਵੀ ਇਹਨੂੰ BCCI 2022 ਦਾ ਬੈਸਟ ਬੈਟਸਮੈਨ T20 ਦੇ ਆਈਨਸ ਨੂੰ ਲੈਣਾ ਸੀ। ਬੋਲਰ ਭੁਵਨੇਸ਼ਵਰ ਕੁਮਾਰ, ਬੋਲਰ ਭੁਵਨੇਸ਼ਵਰ ਕੁਮਾਰ, ਭੁਵਨੇਸ਼ਵਰ ਕੁਮਾਰ, ਬੋਲਰ ਭੁਵਨੇਸ਼ਵਰ ਕੁਮਾਰ, ਠੀਕ ਹੈ। ਚਲੋ ਇੱਕ ਵਾਰੀ ਆਪਾਂ ਰਿਪੀਟ ਕਰਦੇ ਹਾਂ ਸਾਰੇ। ਤਾਂ ਆਪਣੇ ਕੋਲੇ BCCI ਨੇ ਬੈਸਟ ਪਲੇਅਰ 2022 ਦੇ ਲਿਸਟ ਲਿੱਤੀ ਹੈ। ਇਹਦੇ ਵਿੱਚੋਂ ਅਸੀਂ ਟੈਸਟ ਲਈ ਕਿਹੜੇ ਬੈਸਟ ਨਿਕਲੇ ਨੇ, ਵਨਡੇ ਦੇ ਕਿਹੜੇ ਬੈਸਟ ਨੇ, T20 ਦੇ ਯਾਦ ਰੱਖਣੇ। ਟੈਸਟਾਂ ਦੇ ਵਿੱਚ ਦਾ ਬੈਸਟ ਪਲੇਅਰ ਬੈਟਸਮੈਨ ਰਿਸ਼ਭ ਪੰਤ, ਬੋਲਰ ਜਸਪ੍ਰੀਤ ਬੁਮਰਾਹ। ਵਨਡੇ ਦੇ ਵਿੱਚ ਬੈਟਸਮੈਨ ਸ਼ਰੇਸ਼ ਅਈਅਰ ਅਤੇ ਬੋਲਰ ਮੁਹੰਮਦ ਸਿਰਾਜ। T20 ਦੇ ਵਿੱਚ ਬੈਸਟ ਬੈਟਸਮੈਨ ਸੂਰਿਆ ਕੁਮਾਰ ਯਾਦਵ ਅਤੇ ਬੋਲਰ ਭੁਵਨੇਸ਼ਵਰ ਕੁਮਾਰ, ਠੀਕ ਹੈ। ਉਸ ਤੋਂ ਬਾਅਦ ਥੋੜ੍ਹਾ ਜਿਹਾ ਆਪਾਂ BCCI ਬਾਰੇ ਪੜ੍ਹ ਲੈਂਦੇ ਹਾਂ। BCCI ਤਾਂ ਕਾਫੀ ਬੱਚਿਆਂ ਨੂੰ ਇਹਦੀ ਫੁੱਲ ਫੋਰਮ ਬੜੀ ਕਨਫਿਊਜ਼ ਕਰਦੀ ਹੈ। ਤਾਂ ਬੋਰਡ ਆਫ ਕੰਟਰੋਲ ਫॉर ਕ੍ਰਿਕਟ ਇਨ ਇੰਡੀਆ, ਬੋਰਡ ਆਫ ਕੰਟਰੋਲ ਫॉर ਕ੍ਰਿਕਟ ਇਨ ਇੰਡੀਆ, ਬੋਰਡ ਆਫ ਕੰਟਰੋਲ ਫॉर ਕ੍ਰਿਕਟ ਇਨ ਇੰਡੀਆ, ਫॉर ਕ੍ਰਿਕਟ ਇਨ ਇੰਡੀਆ, ਠੀਕ ਹੈ। ਅਤੇ ਜਿਹੜਾ BCCI ਹੈ ਇਹ ਕਦੋਂ ਬਣਿਆ, ਇਹਦੇ ਹੈੱਡਕੁਆਟਰ ਕਿੱਥੇ ਨੇ? ਫਾਊਂਡਡ ਇਨ 1928 ਦੇ ਵਿੱਚ BCCI ਬਣਿਆ, ਫਾਊਂਡਡ ਇਨ 1928। ਅਤੇ ਇਹਦੇ ਹੈੱਡਕੁਆਟਰ ਨੇ ਜੀ ਮੁੰਬਈ ਦੇ ਵਿੱਚ, ਹੈੱਡਕੁਆਟਰ ਨੇ ਮੁੰਬਈ ਦੇ ਵਿੱਚ। ਅਤੇ ਐਟ ਪ੍ਰੈਜੈਂਟ ਇਹਦਾ ਪ੍ਰੈਜ਼ੀਡੈਂਟ ਕੌਣ ਹੈ? ਪਹਿਲਾਂ ਸੌਰਵ ਗਾਂਗੁਲੀ ਸੀ, ਤਾਂ ਸੌਰਵ ਗਾਂਗੁਲੀ ਨੂੰ ਰਿਪਲੇਸ ਕੀਤਾ ਕਿਹਨੇ ਕੀਤਾ? ਰੋਜਰ ਬਿੰਨੀ, ਰੋਜਰ ਬਿੰਨੀ। ਤਾਂ ਰੋਜਰ ਬਿੰਨੀ ਇਜ਼ ਐਟ ਪ੍ਰੈਜੈਂਟ ਪ੍ਰੈਜ਼ੀਡੈਂਟ ਆਫ BCCI। ਤਾਂ ਬੋਰਡ ਆਫ ਕੰਟਰੋਲ ਫॉर ਕ੍ਰਿਕਟ ਇਨ ਇੰਡੀਆ 1928 ਦੇ ਵਿੱਚ ਬਣਿਆ, ਹੈੱਡਕੁਆਟਰ ਮੁੰਬਈ ਦੇ ਵਿੱਚ ਨੇ, ਅਤੇ ਆਪਣੇ ਕੋਲ ਇਹਦਾ ਪ੍ਰੈਜ਼ੀਡੈਂਟ ਹੈ ਰੋਜਰ ਬਿੰਨੀ, ਠੀਕ ਹੈ। ਤਾਂ ਅਗਲਾ ਬੜਾ ਇੰਪੋਰਟੈਂਟ ਆਪਣੇ ਕੋਲ ਮਿਸ਼ਨ ਹੈ ਗਗਨਯਾਨ ਮਿਸ਼ਨ, ਗਗਨਯਾਨ ਮਿਸ਼ਨ। ਤਾਂ ਇਹ ਕਦੋਂ ਲਾਂਚ ਕੀਤਾ ਜਾਊਗਾ? ਤਾਂ ਟੂ ਬੀ ਲਾਂਚਡ ਬਾਏ 2024, ਟੂ ਬੀ ਲਾਂਚਡ ਬਾਏ 2024 ਤੱਕ ਇਹ ਲਾਂਚ ਕਰੂਗੀ। ਕਿਹਦਾ ਮਿਸ਼ਨ ਹੈ ਇਹ? ਗਗਨਯਾਨ। ਨਾਂ ਦੀ ਕਲੀਅਰ ਆ ਵੀ ਇੰਡੀਆ ਦਾ ਨਾਮ ਹੈ, ਠੀਕ ਹੈ। ਤਾਂ ਮਤਲਬ ਇਸਰੋ ਦੁਆਰਾ, ਠੀਕ ਹੈ। ਗਗਨਯਾਨ ਮਿਸ਼ਨ ਕਿਹਦੇ ਦੁਆਰਾ ਆਪਣੇ ਕੋਲ ਲਾਂਚ ਕੀਤਾ ਗਿਆ? ਇਸਰੋ ਦੁਆਰਾ। ਅਤੇ ਉਸ ਤੋਂ ਬਾਅਦ ਇਹ ਪਹਿਲਾ ਆਤਮ ਨਿਰਭਰ ਹਿਊਮਨ ਫਲਾਈਟ ਹੈ, ਮਤਲਬ ਪਹਿਲੀ ਵਾਰੀ ਇੰਡੀਆ ਹਿਊਮਨਸ ਨੂੰ ਸਪੇਸ ਦੇ ਵਿੱਚ ਭੇਜ ਰਹੀ ਹੈ, ਠੀਕ ਹੈ। ਤਾਂ ਗਗਨਯਾਨ ਵਿਲ ਬੀ ਇੰਡੀਆਜ਼ ਫਸਟ ਆਤਮ ਨਿਰਭਰ ਮਤਲਬ ਆਪਾਂ ਕਿਸੇ ਦੇਸ਼ ਦਾ ਸਹਾਰਾ ਨਹੀਂ ਲੈ ਰਹੇ, ਆਤਮ ਨਿਰਭਰ ਹਿਊਮਨ ਫਲਾਈਟ ਇਨਟੂ ਸਪੇਸ। ਤਾਂ ਪਹਿਲੀ ਵਾਰੀ ਆਪਾਂ ਹਿਊਮਨਸ ਨੂੰ ਸਪੇਸ ਦੇ ਵਿੱਚ ਭੇਜ ਰਹੇ ਹਾਂਗੇ, ਠੀਕ ਹੈ, ਬਿਨਾਂ ਕਿਸੇ ਦੇਸ਼ ਦੀ ਸਹਾਇਤਾ ਨਾਲ। ਕਿਹਦੇ ਵਿੱਚ? ਗਗਨਯਾਨ, ਜਿਹੜਾ ਆਪਾਂ ਕਿਹੜੇ ਸਾਲ ਦੇ ਵਿੱਚ ਲਾਂਚ ਕਰਾਂਗੇ? 2024 ਦੇ ਵਿੱਚ ਇਸਰੋ ਦੁਆਰਾ, ਠੀਕ ਹੈ। ਤਾਂ ਇਹ ਇੱਕ ਤਰ੍ਹਾਂ ਦਾ ਆਪਣੇ ਕੋਲ 3 ਫੇਸਿਸ ਦੇ ਵਿੱਚ ਲਾਂਚ ਹੋਊਗਾ ਗਗਨਯਾਨ, ਠੀਕ ਹੈ। ਤਾਂ 3 ਫੇਸਿਸ ਦੇ ਵਿੱਚ, ਠੀਕ ਹੈ। ਮਤਲਬ ਪਹਿਲਾ ਫੇਜ਼ ਜਿਹੜਾ ਹੋਊਗਾ ਉਹਦੇ ਵਿੱਚ ਅਨਮੈਂਡ ਮਤਲਬ ਖਾਲੀ, ਠੀਕ ਹੈ, ਖਾਲੀ ਸਪੇਸ ਕ੍ਰਾਫਟ ਆਊਗਾ ਅਨਮੈਂਡ। ਅਤੇ ਦੂਜੇ ਦੇ ਵਿੱਚ ਆਪਣੇ ਕੋਲ ਇੱਕ ਰੋਬਟ ਭੇਜਾਂਗੇ ਆਪਾਂ, ਹਿਊਮਨ ਵਰਗਾ ਜਿਹੜਾ ਦਿਸੂਗਾ ਰੋਬਟ, ਠੀਕ ਹੈ, ਜਿਹਦਾ ਨਾਮ ਰੱਖਿਆ ਬਾਇਓਮਿੱਤਰਾ, ਨਾਮ ਯਾਦ ਹੋਣਾ ਚਾਹੀਦਾ। ਫੀਮੇਲ ਲੁਕਿੰਗ ਰੋਬਟ ਹੈ, ਠੀਕ ਹੈ, ਫੀਮੇਲ ਲੁਕਿੰਗ। ਤੁਸੀਂ ਗੂਗਲ 'ਤੇ ਇਹਦੀ ਇਮੇਜ ਦੇਖ ਸਕਦੇ ਹੋ ਤਾਂ ਤੁਹਾਨੂੰ ਯਾਦ ਹੋ ਜਾਊਗਾ ਇਮੇਜ। ਕਈ ਵਾਰ ਆਪਾਂ ਨੂੰ ਕੋਈ ਚੀਜ਼ਾਂ ਦੇਖਣ ਨਾਲ ਯਾਦ ਹੋ ਜਾਂਦੀਆਂ ਨੇ, ਠੀਕ ਹੈ। ਤਾਂ ਆਪਣੇ ਕੋਲ ਜਿਹੜਾ ਗਗਨਯਾਨ ਮਿਸ਼ਨ ਹੈ 2024 ਦੇ ਵਿੱਚ ਲਾਂਚ ਕਰਾਂਗੇ। ਇਹ 3 ਫੇਸਿਸ ਦੇ ਵਿੱਚ ਪਹਿਲਾਂ ਅਨਮੈਂਡ ਖਾਲੀ ਆਪਾਂ ਸਪੇਸ ਕ੍ਰਾਫਟ ਭੇਜਾਂਗੇ, ਦੂਜੀ ਵਾਰੀ ਆਪਾਂ ਇੱਕ ਰੋਬਟ ਭੇਜਾਂਗੇ, ਤੀਜੀ ਵਾਰੀ ਆਪਾਂ ਹਿਊਮਨਸ ਭੇਜਾਂਗੇ,
ਹਿਊਮਨਸ ਭੇਜਾਂਗੇ। ਠੀਕ ਹੈ, ਤੇ ਆਪਾਂ ਰੋਕਟ ਕਿਹੜਾ ਯੂਜ਼ ਕਰਾਂਗੇ? ਇੰਡੀਆ ਦਾ ਸਭ ਤੋਂ ਪਾਵਰਫੁਲ ਰੋਕਟ ਕਿਹੜਾ ਹੈ? ਇੰਡੀਆ ਦਾ ਸਭ ਤੋਂ ਪਾਵਰਫੁਲ ਰੋਕਟ ਹੈ GSLV Mark 3, GSLV Mark 3। ਠੀਕ ਹੈ, ਜਿੱਥੇ ਵੀ ਕੋਈ ਤੁਹਾਨੂੰ ਲੱਗੇ ਵੀ ਹਾਂ ਇਹ ਇਵੈਂਟ ਇੰਪੋਰਟੈਂਟ ਹੈ, ਵੀ ਆਪਾਂ ਕਾफ़ी ज़्यादा ਸੈਟਲਾਈਟਸ ਜਾਂ ਹੈਵੀ ਕੋਈ ਚੀਜ਼ ਭੇਜ ਰਹੇ ਹੈਗੇ, ਤਾਂ ਤੁਸੀਂ ਰੋਕਟ ਚੁੱਪ ਕਰਕੇ ਆ ਟਿਕ ਕਰਦੇ ਹੋ Mark 3। ਠੀਕ ਹੈ, ਤਾਂ ਇੰਪੋਰਟੈਂਟ ਹੈ, ਦੁਬਾਰਾ ਆਪਾਂ ਰਿਪੀਟ ਕਰਦੇ ਹਾਂ। ਗਗਨਯਾਨ ਮਿਸ਼ਨ ਕਦੋਂ ਤੱਕ ਲਾਂਚ ਕਰਨਾ ਹੈ ਇਸਰੋ ਨੇ? 2024 ਤੱਕ। ਇੰਡੀਆ ਦਾ ਪਹਿਲਾ ਆਤਮ ਨਿਰਭਰ ਹਿਊਮਨ ਫਲਾਈਟ ਹੈ, ਜਿਹਦੇ ਵਿੱਚ ਆਪਾਂ ਹਿਊਮਨਸ ਨੂੰ ਕਿੱਥੇ ਭੇਜਾਂਗੇ? ਸਪੇਸ ਦੇ ਵਿੱਚ। 3 ਫੇਸਿਸ ਹੋਣਗੇ। ਪਹਿਲਾ ਅਨਮੈਂਡ ਖਾਲੀ ਭੇਜਾਂਗੇ ਸਪੇਸ ਕਰਾਫਟ, ਦੂਜੇ 'ਚ ਰੋਬਟ ਭੇਜਾਂਗੇ। ਰੋਬਟ ਦਾ ਨਾਮ ਤੁਹਾਨੂੰ ਯਾਦ ਹੋਣਾ ਚਾਹੀਦਾ, ਕੀ ਹੈ ਰੋਬਟ ਦਾ ਨਾਮ? ਵਿਓਮ ਮਿੱਤਰਾ। ਉਦੋਂ ਬਾਅਦ ਤੀਜੇ 'ਚ ਆਪਾਂ ਹਿਊਮਨ ਆਵਾਂਗੇ, ਅਤੇ ਕਿਹੜਾ ਰੋਕਟ ਯੂਜ਼ ਕਰਾਂਗੇ ਆਪਾਂ? GSLV Mark 3। ਠੀਕ ਹੈ, ਚਲੋ ਅਗਲਾ। ਤਾਂ ਇੱਕ ਮੋਸਟ ਇੰਪੋਰਟੈਂਟ ਬੁੱਕ ਹੈ, ਆਪਾਂ ਨੇ ਪਹਿਲਾਂ ਹੀ ਪੜ੍ਹੀ ਹੈ, ਅੰਬੇਦਕਰ ਆ ਲਾਈਫ। ਰਿਪੀਟ ਕਰਦੇ ਹਾਂ, ਵੈਰੀ ਵੈਰੀ ਇੰਪੋਰਟੈਂਟ ਬੁੱਕ ਹੈ ਅੰਬੇਦਕਰ ਆ ਲਾਈਫ। ਇਹ ਬੁੱਕ ਕਿਹਦੇ ਦੁਆਰਾ ਲਿਖੀ ਗਈ ਹੈ? ਅੰਬੇਦਕਰ ਆ ਲਾਈਫ ਬੁੱਕ ਕਿਹਦੇ ਦੁਆਰਾ ਲਿਖੀ ਗਈ ਹੈ? ਤਾਂ ਯਾਦ ਰੱਖਿਓ ਜੀ, ਸ਼ਸ਼ੀ ਥਰੂਰ ਦੁਆਰਾ। ਸ਼ਸ਼ੀ ਥਰੂਰ, ਸ਼ਸ਼ੀ ਥਰੂਰ ਦੁਆਰਾ ਇਹ ਬੁੱਕ ਲਿਖੀ ਗਈ ਹੈ, ਅੰਬੇਦਕਰ ਆ ਲਾਈਫ। ਠੀਕ ਹੈ, ਉਸ ਤੋਂ ਬਾਅਦ ਨੈਕਸਟ ਜਿਹੜੀ ਆਪਣੇ ਕੋਲ ਨਿਊਜ਼ ਹੈ, 108th 108ਵਾਂ ਇੰਡੀਅਨ ਸਾਇੰਸ ਕਾਂਗਰਸ ਕਿੱਥੇ ਹੋ ਰਹੀ ਹੈ? 108th ਇੰਡੀਅਨ ਸਾਇੰਸ ਕਾਂਗਰਸ, ਇੰਡੀਅਨ ਸਾਇੰਸ ਕਾਂਗਰਸ ਇਹ ਕਿੱਥੇ ਹੋ ਰਹੀ ਹੈ? ਤਾਂ ਯਾਦ ਰੱਖਿਓ ਨਾਗਪੁਰ ਮਹਾਰਾਸ਼ਟਰ 'ਚ ਹੋ ਰਹੀ ਹੈ, ਨਾਗਪੁਰ ਮਹਾਰਾਸ਼ਟਰ ਦੇ ਵਿੱਚ। 108th ਸਾਇੰਸ ਕਾਂਗਰਸ ਕਿੱਥੇ ਹੋ ਰਹੀ ਹੈ? ਮਹਾਰਾਸ਼ਟਰ ਵਿੱਚ। ਉਦੋਂ ਬਾਅਦ 'ਚ ਆਪਾਂ ਨੇ ਇਹਦਾ ਥੀਮ ਯਾਦ ਕਰਨਾ, ਥੀਮ ਯਾਦ ਕਰਨਾ। ਤਾਂ ਇਹਦਾ ਥੀਮ ਹੈ ਆਪਣੇ ਕੋਲ ਸਾਇੰਸ ਐਂਡ ਟੈਕਨੋਲੋਜੀ, ਸਾਇੰਸ ਐਂਡ ਟੈਕਨੋਲੋਜੀ, ਮੈਂ ਸ਼ਾਰਟ 'ਚ ਲਿਖਤਾ ਸਾਇੰਸ ਐਂਡ ਟੈਕਨੋਲੋਜੀ ਫॉर सस्टेनेबल डेवलपमेंट विद वूमन एम्पावरमेंट, फॉर सस्टेनेबल डेवलपमेंट, फॉर सस्टेनेबल डेवलपमेंट विद वूमन एम्पावरमेंट, विद वूमन एम्पावरमेंट, एम्पावरमेंट। ठीक है, तो याद रखियो 108वीं इंडियन साइंस कांग्रेस कित्थे हो रही है? नागपुर ਮਹਾਰਾਸ਼ਟਰ ਵਿੱਚ। ਅਤੇ ਇਹਦਾ ਥੀਮ ਵੀ ਯਾਦ ਕਰ ਲਿਓ, ਸਾਇੰਸ ਐਂਡ ਟੈਕਨੋਲੋਜੀ ਫॉर ਸਸਟੇਨੇਬਲ ਡਿਵੈਲਪਮੈਂਟ ਵਿਦ ਵੂਮਨ ਇੰਪਾਵਰਮੈਂਟ। ਠੀਕ ਹੈ, ਤਾਂ ਸਾਇੰਸ ਦੀ ਗੱਲ ਹੋ ਰਹੀ ਹੈ, ਤਾਂ ਆਪਾਂ ਸਾਇੰਸ ਡੇ ਵੀ ਯਾਦ ਕਰ ਲੈਂਦੇ ਹਾਂ, ਤਾਂ ਵੈਰੀ ਵੈਰੀ ਇੰਪੋਰਟੈਂਟ ਹੈ। ਤਾਂ ਸਾਇੰਸ ਡੇ ਕਦੋਂ ਮਨਾਇਆ ਜਾਂਦਾ? ਨੈਸ਼ਨਲ ਸਾਇੰਸ ਡੇ, ਬੇਸਿਕਲੀ ਨੈਸ਼ਨਲ ਸਾਇੰਸ ਡੇ। ਤਾਂ ਨੈਸ਼ਨਲ ਸਾਇੰਸ ਡੇ ਕਦੋਂ ਮਨਾਇਆ ਜਾਂਦਾ? ਆਪਣੇ ਕੋਲ 28 ਫੈਬ ਨੂੰ। ਕਿਹਦੀ ਯਾਦ ਦੇ ਵਿੱਚ? CV ਰਮਨ ਦੀ ਯਾਦ ਵਿੱਚ। ਠੀਕ ਹੈ, ਇਨ ਦਾ ਮੈਮਰੀ ਆਫ CV ਰਮਨ, ਇਨ ਦਾ ਮੈਮਰੀ ਆਫ CV ਰਮਨ। CV ਰਮਨ ਕੌਣ ਸੀ? ਇਹਨਾਂ ਨੇ ਰਮਨ, ਬੇਸਿਕਲੀ ਇਨ ਦਾ ਮੈਮਰੀ ਆਫ ਰਮਨ ਇਫੈਕਟ ਆਪਾਂ ਕਹਿ ਸਕਦੇ ਹਾਂ। CV ਰਮਨ ਇਹ ਤਾਂ ਸੀ ਆਪਣੇ ਕੋਲ ਰਮਨ ਇਫੈਕਟ, ਰਮਨ ਇਫੈਕਟ। ਠੀਕ ਹੈ, ਤਾਂ ਮਤਲਬ ਉਹਦੀ ਯਾਦ ਦੇ ਵਿੱਚ ਆਪਾਂ ਨੈਸ਼ਨਲ ਸਾਇੰਸ ਡੇ ਮਨਾਉਣੇ ਆ। ਤਾਂ ਇਹਦਾ ਥੀਮ ਬਹੁਤ ਇੰਪੋਰਟੈਂਟ ਹੁੰਦਾ ਹੈ ਆਪਾਂ ਨੂੰ, ਜਦੋਂ ਵੀ ਸਾਇੰਸ ਡੇ ਦਾ ਇੱਕ ਵੀ ਕਦੋਂ ਮਨਾਇਆ ਜਾਂਦਾ? 28 ਫੈਬ ਤਾਂ ਆਪਣੇ ਯਾਦ ਹੋਣਾ ਚਾਹੀਦਾ, ਤਾਂ ਟਿਪਸ 'ਤੇ ਹੋਣਾ ਚਾਹੀਦਾ। ਉਹਦੇ ਵਿੱਚ ਦੂਜਾ ਇਹਦਾ ਥੀਮ ਸੀ ਗਲੋਬਲ ਸਾਇੰਸ ਫॉर ਗਲੋਬਲ ਵੈਲਬੀਂਗ, ਗਲੋਬਲ ਸਾਇੰਸ ਫॉर ਗਲੋਬਲ ਵੈਲਬੀਂਗ, ਗਲੋਬਲ ਸਾਇੰਸ ਫॉर ਗਲੋਬਲ ਵੈਲਬੀਂਗ। ਚਲੋ, ਤਾਂ ਦੋਨੇ ਨਿਊਜ਼ ਆਪਾਂ ਰਿਪੀਟ ਕਰਦੇ ਹਾਂਗੇ। ਤਾਂ 108ਵੀਂ ਇੰਡੀਅਨ ਸਾਇੰਸ ਕਾਂਗਰਸ ਕਿੱਥੇ ਹੋਈ ਹੈ? ਨਾਗਪੁਰ ਮਹਾਰਾਸ਼ਟਰ ਦੇ ਵਿੱਚ। ਇਹਦਾ ਥੀਮ ਕੀ ਸੀਗਾ? ਸਾਇੰਸ ਐਂਡ ਟੈਕਨੋਲੋਜੀ ਫॉर ਸਸਟੇਨੇਬਲ ਡਿਵੈਲਪਮੈਂਟ ਵਿਦ ਵੂਮਨ ਇੰਪਾਵਰਮੈਂਟ। ਅਤੇ ਨੈਸ਼ਨਲ ਸਾਇੰਸ ਡੇ ਕਦੋਂ ਮਨਾਇਆ ਜਾਂਦਾ? 28 ਫੈਬ ਨੂੰ। ਕਿਹਦੀ ਯਾਦ ਦੇ ਵਿੱਚ? CV ਮਤਲਬ ਰਮਨ ਇਫੈਕਟ ਦੀ ਯਾਦ ਦੇ ਵਿੱਚ। ਅਤੇ ਆਪਣੇ ਕੋਲ ਇਹਦਾ ਥੀਮ ਕੀ ਸੀਗਾ? ਗਲੋਬਲ ਸਾਇੰਸ ਫॉर ਗਲੋਬਲ ਵੈਲਬੀਂਗ, ਗਲੋਬਲ ਸਾਇੰਸ ਫॉर ਗਲੋਬਲ ਵੈਲਬੀਂਗ। ਠੀਕ ਹੈ, ਚਲੋ ਤਾਂ ਨੈਕਸਟ ਨਿਊਜ਼ ਵੱਲ ਚੱਲਦੇ ਹਾਂ ਆਪਾਂ। ਤਾਂ ਸਿੱਧੀ 1 ਲਾਈਨਰ ਨਿਊਜ਼ ਹੈ, ਕਈ ਵਾਰ ਐਵੇਂ ਦੀ ਪੁੱਛ ਲੈਂਦਾ। ਤਾਂ ਫਸਟ ਵੂਮਨ ਆਫਿਸਰ to be deployed at ਸਿਆਚਿਨ ਗਲੇਸ਼ੀਅਰ ਦੇ ਉੱਪਰ ਡਿਊਟੀ 'ਤੇ ਤੈਨਾਤ ਕਰਨ ਵਾਲੇ ਪਹਿਲੇ ਵੂਮਨ ਆਫਿਸਰ ਦਾ ਕੀ ਨਾਮ ਹੈ? ਤਾਂ ਕੈਪਟਨ ਸ਼ਿਵਾ ਚੌਹਾਨ, ਕੈਪਟਨ ਸ਼ਿਵਾ ਚੌਹਾਨ, ਕੈਪਟਨ ਸ਼ਿਵਾ ਚੌਹਾਨ। ਠੀਕ ਹੈ, ਤਾਂ ਨਾਮ ਇੰਪੋਰਟੈਂਟ ਹੈ ਕੈਪਟਨ ਸ਼ਿਵਾ ਚੌਹਾਨ। ਸਿੱਧਾ 1 ਲਾਈਨਰ ਨਿਊਜ਼ ਹੈ।
ਤਾਂ ਕਿਹੜੀ ਸ਼ੀ ਇਜ਼ ਪੋਸਟਡ ਐਟ ਕੁਮਾਰ ਪੋਸਟ, ਠੀਕ ਹੈ। ਤਾਂ ਪੋਸਟਡ ਐਟ ਸਿਆਚਿਨ ਗਲੇਸ਼ੀਅਰ ਦੇ ਉੱਪਰ ਵੀ ਕਿਹੜੀ ਪੋਸਟ ਦੇ ਉੱਪਰ, ਕੁਮਾਰ ਪੋਸਟ। ਕਿੰਨੀ ਹਾਈਟ ਦੇ ਉੱਪਰ ਹੈ ਇਹ, ਐਟ ਕੁਮਾਰ ਪੋਸਟ ਐਟ ਐਨ ਐਲਟੀਟਿਊਡ ਆਫ 15,632 ਫੁੱਟ, 15,632 ਫੁੱਟ ਦੀ ਉਚਾਈ ਦੇ ਉੱਪਰ, ਠੀਕ ਹੈ। ਕੈਪਟਨ ਸ਼ਿਵਾ ਚੌਹਾਨ, ਯਾਦ ਰੱਖਿਓ, ਪਹਿਲੀ ਵੂਮੈਨ ਆਫਿਸਰ ਜਿਨ੍ਹਾਂ ਨੂੰ ਸਿਆਚਿਨ ਗਲੇਸ਼ੀਅਰ ਦੇ ਉੱਪਰ ਡਿਊਟੀ ਦੇ ਉੱਤੇ ਲਾਇਆ ਗਿਆ, ਕੈਪਟਨ ਸ਼ਿਵਾ ਚੌਹਾਨ। ਕਿੱਥੇ, ਸਿਆਚਿਨ ਗਲੇਸ਼ੀਅਰ ਕੁਮਾਰ ਪੋਸਟ ਜਿਹੜੀ 15,632 ਫੁੱਟ ਦੀ ਉਚਾਈ 'ਤੇ ਹੈ, ਠੀਕ ਹੈ। ਚਲੋ ਜੀ, ਤਾਂ ਅਗਲੀ ਨਿਊਜ਼ ਵੈਰੀ ਵੈਰੀ ਇੰਪੋਰਟੈਂਟ ਨਿਊਜ਼। ਤਾਂ ਇੰਡੀਆ ਇੱਕ ਤਰ੍ਹਾਂ ਦਾ, ਇੰਡੀਆ ਕੋਲ ਹੁਣ ਲੀਡਰਸ਼ਿਪ ਹੈ ਕਿਹਦੀ, ਅੱਪੂ ਦੀ। ਇੰਡੀਆ ਟੁੱਕ ਲੀਡਰਸ਼ਿਪ ਆਫ ਅੱਪੂ। ਕੀ ਹੈ ਅੱਪੂ, ਏਸ਼ੀਅਨ ਪੈਸੀਫਿਕ ਪੋਸਟਲ ਯੂਨੀਅਨ, ਏਸ਼ੀਅਨ ਪੈਸੀਫਿਕ ਪੋਸਟਲ ਯੂਨੀਅਨ। ਤਾਂ ਏਸ਼ੀਅਨ ਪੈਸੀਫਿਕ ਪੋਸਟਲ ਯੂਨੀਅਨ ਦੀ ਜਿਹੜੀ ਪ੍ਰੈਜ਼ੀਡੈਂਸੀ ਆ ਹੁਣ ਇੰਡੀਆ ਕੋਲ ਹੈ। 13ਵੀਂ ਮੀਟਿੰਗ ਹੋਈ ਸੀ ਬੈਂਕਾਕ ਦੇ ਵਿੱਚ, ਉੱਥੇ ਇਹ ਡਿਕਲੇਅਰ ਕੀਤਾ ਗਿਆ, ਠੀਕ ਹੈ। ਡੂਰਿੰਗ 13th ਮੀਟਿੰਗ ਆਫ ਅੱਪੂ, 13th ਅੱਪੂ ਕਾਂਗਰਸ ਜਿਹੜੀ ਕਿੱਥੇ ਹੋਈ ਆ ਆਪਣੇ ਕੋਲੇ, ਬੈਂਕਾਕ ਦੇ ਵਿੱਚ, ਇਨ ਬੈਂਕਾਕ, ਥਾਈਲੈਂਡ। ਜਿਹੜੀ 13ਵੀਂ ਮੀਟਿੰਗ ਹੋਈ ਸੀ ਜਾਂ ਕਾਂਗਰਸ ਹੋਈ ਸੀ ਅੱਪੂ ਦੀ, ਉਹਦੇ ਵਿੱਚ ਡਿਕਲੇਅਰ ਕੀਤਾ ਗਿਆ ਵੀ ਹੁਣ ਇਹਦਾ ਜਿਹੜਾ ਪ੍ਰੈਜ਼ੀਡੈਂਟ ਆ ਹੁਣ ਇੰਡੀਆ। ਅਤੇ ਯਾਦ ਰੱਖਿਓ, ਇੰਡੀਆ ਆਪਣੇ ਕੋਲੇ ਫਸਟ ਟਾਈਮ ਇਹਦੀ ਪ੍ਰੈਜ਼ੀਡੈਂਸੀ ਹੋਈ ਹੈ ਇੰਡੀਆ ਕੋਲ, ਠੀਕ ਹੈ। ਫਸਟ ਟਾਈਮ ਕੋਈ ਇੰਡੀਅਨ ਇਹਨੂੰ ਲੀਡ ਕਰੂਗਾ, ਫਸਟ ਟਾਈਮ ਐਨ ਇੰਡੀਅਨ ਲੀਡ ਐਨ ਇੰਟਰਨੈਸ਼ਨਲ ਪੋਸਟਲ ਯੂਨੀਅਨ, ਪਹਿਲੀ ਵਾਰੀ ਕੋਈ ਇੰਡੀਅਨ ਹੈ ਜਿਹੜਾ ਇਹਨੂੰ ਲੀਡ ਕਰੂਗਾ। ਤਾਂ ਆਪਾਂ ਨੂੰ ਇੰਡੀਅਨ ਦਾ ਨਾਮ ਵੀ ਯਾਦ ਹੋਣਾ ਚਾਹੀਦਾ ਵੀ ਇੰਡੀਆ ਦੀ ਤਰਫ ਤੋਂ ਇਹਦਾ ਪ੍ਰੈਜ਼ੀਡੈਂਟ ਕੌਣ ਹੋਊਗਾ, ਠੀਕ ਹੈ। ਤਾਂ ਨਾਮ ਯਾਦ ਕਰ ਲਿਓ, ਬਿਨਾਏ ਪ੍ਰਕਾਸ਼ ਸਿੰਘ। ਤਾਂ ਫਸਟ ਇੰਡੀਅਨ ਜਿਹੜੇ ਮਤਲਬ ਇਹਦੇ ਅੱਪੂ ਦੇ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਹਾਂ ਵੀ ਪ੍ਰੈਜ਼ੀਡੈਂਟ ਇਸ ਟਾਈਮ ਕੌਣ ਨੇ, ਤਾਂ ਡਾਕਟਰ ਵਿਨਾਏ ਪ੍ਰਕਾਸ਼ ਸਿੰਘ, ਠੀਕ ਹੈ। ਡਾਕਟਰ ਵਿਨਾਏ ਪ੍ਰਕਾਸ਼ ਸਿੰਘ, ਵੈਰੀ ਵੈਰੀ ਇੰਪੋਰਟੈਂਟ। ਤਾਂ ਆਪਣੇ ਕੋਲ ਅੱਪੂ ਦੇ ਉੱਪਰ ਕੁਐਸਚਨ ਕੀ ਆਊਗਾ ਵੀ ਅੱਪੂ ਦੀ ਪ੍ਰੈਜ਼ੀਡੈਂਸੀ ਕਿਹੜੇ ਦੇਸ਼ ਕੋਲੇ ਆ ਹੁਣ, ਇੰਡੀਆ ਕੋਲੇ। ਕਿੰਨਵੀਂ ਮੀਟਿੰਗ ਦੇ ਵਿੱਚ ਦਿੱਤੀ ਗਈ ਇਹ ਆਪਣੇ ਕੋਲੇ, ਯਾਦ ਰੱਖਿਓ 13ਵੀਂ ਮੀਟਿੰਗ ਜਿਹੜੀ ਕਿੱਥੇ ਹੋਈ ਸੀ ਆਪਣੇ ਕੋਲੇ, ਬੈਂਕਾਕ ਥਾਈਲੈਂਡ ਦੇ ਵਿੱਚ। ਅਤੇ ਪਹਿਲੀ ਵਾਰੀ ਕੋਈ ਇੰਡੀਅਨ ਹੈ ਜਿਹੜਾ ਇਹਦਾ ਪ੍ਰੈਜ਼ੀਡੈਂਟ ਬਣਿਆ ਹੈਗਾ, ਕੀ ਨਾਮ ਹੈ ਉਹਦਾ, ਵਿਨਾਏ ਪ੍ਰਕਾਸ਼ ਸਿੰਘ, ਠੀਕ ਹੈ। ਚਲੋ, ਤਾਂ ਅਗਲਾ ਆਪਣੇ ਕੋਲੇ ਵੈਰੀ ਵੈਰੀ ਇੰਪੋਰਟੈਂਟ ਡੇ ਹੈ, ਕਈ ਵਾਰ ਆਪਾਂ ਨੂੰ ਪੁੱਛਿਆ ਜਾਂਦਾ, ਵਰਲਡ ਬ੍ਰੇਲ ਡੇ ਕਦੋਂ ਮਨਾਇਆ ਜਾਂਦਾ ਹੈ, ਠੀਕ ਹੈ। ਰੱਟ ਲਈ ਉਹਨੂੰ, ਇੰਪੋਰਟੈਂਟ ਡੇ ਹੈ 4 ਜਨਵਰੀ ਨੂੰ। ਕਿਹਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਇਹ, ਲੂਇਸ ਬਰੇਲ ਦੇ ਵਿੱਚ, ਠੀਕ ਹੈ। ਜਿਨ੍ਹਾਂ ਨੇ ਬਰੇਲ ਇਨਵੈਂਟ ਕੀਤੀ ਸੀ 1824 ਦੇ ਵਿੱਚ। ਤਾਂ ਬਰੇਲ ਇੱਕ ਲੈਂਗੁਏਜ ਹੈ ਜਿਹੜੀ ਮਤਲਬ ਬੇਸਿਕਲੀ ਬਲਾਈਂਡ ਪਰਸਨਸ ਵਾਸਤੇ ਯੂਜ਼ ਕੀਤੀ ਜਾਂਦੀ ਹੈ, ਠੀਕ ਹੈ। ਔਨ ਬਰਥ ਐਨੀਵਰਸਰੀ ਆਫ ਬਰੇਲ ਡੇ, ਕਿਹਦੀ ਬਰਥ ਐਨੀਵਰਸਰੀ ਦੇ ਉੱਪਰ ਮਨਾਇਆ ਜਾਂਦਾ ਹੈ, ਔਨ ਬਰਥ ਐਨੀਵਰਸਰੀ ਆਫ ਲੂਇਸ ਬਰੇਲ, ਅਤੇ ਲੂਇਸ ਬਰੇਲ ਕੌਣ ਸੀਗੇ, ਜਿਨ੍ਹਾਂ ਨੇ ਬਰੇਲ ਲੈਂਗੁਏਜ ਇਨਵੈਂਟ ਕੀਤੀ ਸੀ। ਹੂ ਇਨਵੈਂਟਡ ਬਰੇਲ ਇਨ 1824 ਦੇ ਵਿੱਚ ਜਿਨ੍ਹਾਂ ਨੇ ਬਰੇਲ ਲੈਂਗੁਏਜ ਨੂੰ ਇਨਵੈਂਟ ਕੀਤਾ ਸੀਗਾ, ਠੀਕ ਹੈ। ਤਾਂ ਲੂਇਸ ਬਰੇਲ, ਉਹਨਾਂ ਦੇ ਜਨਮ ਦੇ ਉੱਪਰ ਵਰਲਡ ਬਰੇਲ ਦਿਵਸ ਮਨਾਇਆ ਜਾਂਦਾ, ਵੈਰੀ ਵੈਰੀ ਇੰਪੋਰਟੈਂਟ ਡੇ। ਤਾਂ ਜਿਹੜੀ ਨੈਕਸਟ ਨਿਊਜ਼ ਆ ਆਪਣੇ ਕੋਲੇ ਉਹ ਹੈਗੀ ਆ ਵੀ ਵਰਲਡ ਦਾ ਪਹਿਲਾ ਪਾਮ ਲੀਫ ਮਨੂਸਕ੍ਰਿਪਟ ਮਿਊਜ਼ੀਅਮ ਕਿੱਥੇ ਹੈ, ਕਿੱਥੇ ਬਣਿਆ ਇੰਡੀਆ ਦੇ ਵਿੱਚ। ਵਰਲਡ ਦਾ ਪਹਿਲਾ ਹੈ, ਯਾਦ ਰੱਖਿਓ, ਇੰਡੀਆ ਦਾ ਨਹੀਂ। ਵਰਲਡ ਦਾ ਪਹਿਲਾ ਪਾਮ ਲੀਫ ਮੈਨੂਸਕ੍ਰਿਪਟ
म्यूजियम किहड़ी स्टेट दे विच है इंडिया दे विच, तां याद रखियो इन केरला, वेरी वेरी इंपॉर्टेंट, इन केरला। ठीक है, तो वर्ल्ड का पहला पाम लीफ मैनूस्क्रिप्ट म्यूजियम कित्थे किहड़ी स्टेट दे विच है, केरला। ठीक है, करेले तो याद कर लांगे भी अपने कोले पाम लीफ पत्ते, पत्तियां तो मतलब कोई आपां नूं सब्जी सुब्जी याद आ जूगी है ना, तो मतलब करेला एक ही स्टेट है जिहड़ी सब्जी के उपर है, तो करेला तो पाम लीफ करेला, लीफ पत्ते, पत्तियां तो सब्जी करेला। ठीक है, एवें तो मतलब उसने आख्या भी स्टेट की कोई इमेज जी बना लिया करो, तो जो केरला बारे में कुछ भी याद करना होवे, मैं ज़्यादा एक मन च बनाया होया, सारिਆਂ ਨੂੰ पता ही है भी केरला जी अपनी सब तो पढ़ी लिखी जी स्टेट है वो केरला ही है। ठीक है, एक तो मन च दी इमेज बना के चलो, दूजी की बना के चलो भी जो कोई अपने फनी जे रिलेट करनी है तो केरला नूं आपां करेला उहदे नाल आपां रिलेट कर देंगे। ठीक है, चलो जी, तो नैक्सट न्यूज़ है अपने कोले, तो नैक्सट न्यूज़ है अपने को असम गौरमेंट स्टेट सिविलियन अवार्ड्स। ठीक है, वेरी वेरी इंपॉर्टेंट, असम गवर्नमेंट स्टेट सिविलियन अवार्ड्स 2023, सिविलियन अवार्ड्स 2023। तो आसाम की सरकार ने आपदे स्टेट के सिविलियन अवार्ड्स इस बारी किन्ने अवार्ड दिते हैं। ठीक है, तो टोटल 21 अवार्ड इन्होंने दिते हैं, 21 अवार्डी ने, 21 अवार्डी ने। हम अपन 21 के 21 नहीं याद करने, ये 3 कैटागरी के दिते जाते होंगे ने। ठीक है, किहड़े किहड़े, एक आसाम वैभव, आसाम वैभव जिहड़ा सब तो मेन हुंदा। ठीक है, ये किन्ने दिते गए इस बारी, एक। तो उस तो बाद आ गया अपने कोले आसाम सौरभ, आसाम सौरभ, ये 5 दिते गए हैं, आसाम सौरभ 5 दिते गए हैं। तो उस तो बाद आ गया आसाम गौरव, आसाम गौरव, तो यह अपने को 15 दिते गए। तो हुण असीं सारे नहीं याद करने, 21 के 21। जे तुसीं याद कर सके आसाम वैभव तो करना ही करना है, वह तो कोई ऑप्शन ही नहीं, सौरभ थोड़ी मर्जी है। ठीक है, तो आप जिहड़ा आसाम वैभव है उन्होंने याद करते हैं भी जिहड़ा आसाम वैभव अवार्ड है वो किहनूं मिले है 2023 का, आसाम वैभव, आसाम वैभव अवार्ड 2023 का किन्हां नूं मिले, आसाम वैभव अवार्ड 2023 का, तो गिवन टू डॉक्टर तपन सेकिया, डॉक्टर तपन सेकिया। ठीक है, डॉक्टर तपन सेकिया। ठीक है, तो वेरी वेरी इंपॉर्टेंट जिहड़ा ये अवार्ड है। ठीक है, तो देखो किवें याद करांगे भी आसाम वैभव, ये आसाम का सब तो वड्डा अवार्ड है। यह अवार्ड लैण लई बहुत तपस्या करनी पैंदी है, तपन मतलब बहुत तपिया सी वो बंदा सेक दे विच, पर वो हारिया नहीं, तो तपन सेकिया तां ही आसाम का वैभव अवार्ड वो जित गया। ठीक है, तपन सेकिया भी बहुत भी तप गया सी, बहुत सेक सी, पर तां भी वो बंदा नहीं मतलब हिम्मत हारी, तो वो अवार्ड ये जित गया। ठीक है, तो जी नैक्सट न्यूज़ है अपने को हैगी है फस्ट वूमैन क्रिकेटर, फस्ट वूमैन क्रिकेटर, फस्ट वूमैन क्रिकेटर टू गेट अ ब्रॉन्ज स्टैचू, टू गेट अ ब्रॉन्ज स्टैचू एट SCG। ठीक है, सिडनी क्रिकेट ग्राउंड दे विच, सिडनी क्रिकेट ग्राउंड दे विच ब्रॉन्ज स्टैचू जिहदा लगन जा रहा है, पहली फीमेल क्रिकेटर किहड़ी हैगी। ठीक है, तो इंपॉर्टेंट है। ठीक है, सिडनी क्रिकेट ग्राउंड दे विच इन्हां दा स्टैचू है ब्रॉन्ज स्टैचू। तो आस्ट्रेलिया की क्रिकेटर ने खिडारन है, की नाम है इहदा, बलिंडा क्लार्क, बलिंडा क्लार्क। ठीक है, तो आस्ट्रेलियन ही सीधी गल भी आस्ट्रेलिया च लग्या, तो यदा मतलब जरूरी तो नहीं होना सी भी आस्ट्रेलियन है, पर मतलब ज़्यादातर आपां नूं कदे जिवें हुण इंडिया दे विच, ठीक है, जो कोई स्टेडियम बनता जिवें है ना, तो ज़्यादातर इंडियन नाल ही रिलेट करूगा। जिवें सब तो वड्डा स्टेडियम नरेंद्र मोदी स्टेडियम अपने PM के उपर, हुण उहदे विच भी जिवें पवेलियन हुंदे ने कोई है ना, जिवें विराट कोहली पवेलियन एवें, तो उवें आस्ट्रेलिया दे विच सिडनी क्रिकेट ग्राउंड दे विच कोई ब्रॉन्ज स्टैचू लगे है, तो आस्ट्रेलिया ज़्यादा चांस है भी आस्ट्रेलिया की खिडारन होगी, की नाम है वह, बलिंडा क्लार्क। ठीक है, चलो तो अगली इंपॉर्टेंट न्यूज़ अपने को इंडियाज़ फस्ट फार्मूला वर्ल्ड चैंपियनशिप, वर्ल्ड
ਚੈਂਪੀਅਨਸ਼ਿਪ। ਦੇਖੋ ਫਾਰਮੂਲਾ ਰੇਸ ਉਹ ਹੁੰਦੀਆਂ ਨੇ ਜਿਹੜੀਆਂ ਉਹ ਮਤਲਬ ਜਹਾਜ਼ੇ ਵਰਗੀਆਂ ਗੱਡੀਆਂ ਹੁੰਦੀਆਂ ਨੇ ਨਾ, ਕਾਫੀ ਦੇਰ ਪੈ ਜਾਂਦੇ, ਪਰ ਇਹ ਮੂਹਰੇ ਈ ਲੱਗ ਗਿਆ। ਈ ਦਾ ਮਤਲਬ ਇਲੈਕਟ੍ਰੋਨਿਕ। ਤਾਂ ਪਹਿਲਾ ਫਾਰਮੂਲਾ ਈ ਵਰਲਡ ਚੈਂਪੀਅਨਸ਼ਿਪ ਇੰਡੀਆ ਦੇ ਵਿੱਚ ਜਿਹੜਾ ਹੋਊਗਾ ਤਾਂ ਉਹ ਕਿੱਥੇ ਹੋਣ ਜਾ ਰਿਹਾ, ਠੀਕ ਹੈ। ਤਾਂ ਯਾਦ ਰੱਖਿਓ ਹੈਦਰਾਬਾਦ ਦੇ ਵਿੱਚ। ਕਿੱਥੇ ਹੋਣ ਜਾ ਰਿਹਾ ਆਪਣੇ ਕੋਲੇ? हैदराबाद। इंपॉर्टेंट है। तो फॉर्मूला जोड़ा ई फॉर्मूला वर्ल्ड चैंपीयनशिप है इंडिया के पहली बार कितने होने जा रही है? हैदराबाद के। इनू आप हैदराबाद ई प्रिक्स भी कह दें, ठीक है। इनू आप हैदराबाद हो रही है ना, तो करके हैदराबाद ई प्रिक्स, हैदराबाद ई प्रिक्स भी आप कह देंगे, ठीक है। इंडिया की पहली अपने कोले फॉर्मूला इलैक्ट्रिक फॉर्मूला रेस वर्ल्ड चैंपीयनशिप होने जा रही है, ठीक है। चलो अगला एक अपने को साइक्लोन है। जो कोई भी साइक्लोन न्यूज़ के आता है तो आपको साइक्लोन बारे कुछ गल्लां ध्यान च रखियो भी जोड़ा ये साइक्लोन है इन्हें किहड़ी स्टेट को अफैक्ट किया है। दूजा जोड़ा इसका नाम है वो किहड़े देश ने रखा, ठीक है। तो मतलब साइक्लोन्स के नाम रखे जाते हैं। तो मतलब जोड़े WMO के मैंबर होंगे ने वर्ल्ड मैट्रोलॉजिकल ऑर्गेनाइजेशन उही नाम रखते हैं। तो एक अपने को साइक्लोन मैंडियस लिखो, इंपॉर्टेंट है साइक्लोन मैंडियस, ठीक है। प्रोनाउंसिएशन आपको अपनी यार साइक्लोन मैंडियस। तो किहड़ी स्टेट के आया सी? तो याद रखियो इन आंध्र प्रदेश। ज़्यादा अफैक्ट इन्हें किहनूं कीता? आंध्र प्रदेश, आंध्र प्रदेश, ठीक है। तो मतलब तुसीं देखो भी जिहड़े साइक्लोन आऊगा है ना, जां तां वो इंडिया के इधरले पासे आऊगा, ये भी समुद्र नाल लगदे ने, जां इधरले पासे। तो आंध्र प्रदेश उरे जे है, ठीक है। मतलब इधरले बे ऑफ बंगाल के विचों एक तरह का जिहड़ा ये साइक्लोन आया होगा, ठीक है। तो हुण अपने को जिहड़ा ये साइक्लोन है इसका नामकरण किहड़े देश ने रखा, ठीक है। तो नेम सुजैसटेड बाय UAE द्वारा रखा गया। तो मतलब UAE जिहड़े भी इसका नाम रखते हैं वो मैंबर होंगे ही होंगे ने WMO दे वर्ल्ड मैट्रोलॉजिकल ऑर्गेनाइजेशन, ठीक है। तो बस सीधी गल है साइक्लोन मैंडियस। तो साइक्लोन मैंडियस ने किहड़े स्टेट को अफैक्ट किया? आंध्र प्रदेश को। तो इसका नाम किने रखा सी? UAE ने, ठीक है। इंपॉर्टेंट न्यूज़ से नोट करो, फिर आप अगे चलते हैं। तो नैक्सट जी न्यूज़ है अपने को वो हैगी है नैशनल जीनोम एडिटिंग एंड ट्रेनिंग सेंटर। नैशनल जीनोम एडिटिंग एंड ट्रेनिंग सेंटर। नैशनल जीनोम एडिटिंग एंड ट्रेनिंग सेंटर इनू आप कह सकते हैं NGE, नैशनल जीनोम एडिटिंग एंड ट्रेनिंग सेंटर। ये मतलब कित्थे लॉन्च किया गया, ठीक है। तो एट NABI मोहाली, NABI। तो NABI की फुल फॉर्म की आप भी देखते हैं NABI, दैट इज़ नैशनल एग्री फूड बायोटैक्नोलॉजी इंस्टीट्यूट। नैशनल NABI मोहाली, मैं मोहाली लिख देना। तो मतलब सीधी गल कई बार सुनाई पूछूगा मोहाली पंजाब। तो नैशनल जीनोम एडिटिंग एंड ट्रेनिंग सेंटर कित्थे खुलिया? मोहाली पंजाब दे विच। किहड़े इंस्टीट्यूट दे विच? नैशनल एग्री फूड बायोटैक्नोलॉजी इंस्टीट्यूट, बायोटैक्नोलॉजी इंस्टीट्यूट। तो यह किहड़ी मिनिस्ट्री के अंडर है, ठीक है, जिहड़ा सेंटर खुलिया, ठीक है। तो किहड़े डिपार्टमेंट के अंडर है? तो लिखो अंडर नैशनल जीनोम एडिटिंग एंड ट्रेनिंग सेंटर NGETC, अंडर डिपार्टमेंट ऑफ बायोटैक्नोलॉजी, अंडर डिपार्टमेंट ऑफ बायोटैक्नोलॉजी, अंडर डिपार्टमेंट ऑफ बायोटेक्नोलॉजी, मिनिस्ट्री ऑफ साइंस एंड टेक्नोलॉजी एंड मिनिस्ट्री ऑफ साइंस एंड टेक्नोलॉजी एंड मिनिस्ट्री ऑफ साइंस एंड टेक्नोलॉजी, ठीक है। तो किहदे दोबारा इनोगरेट किया गया? तो अपने को मिनिस्टर ऑफ स्टेट जिहड़े साइंस एंड टेक्नोलॉजी के डॉक्टर जितेंद्र। तो लिख लो भी इनोगरेटेड बाय डॉक्टर जितेंद्र सिंह, ठीक है। तो मिनिस्टर ऑफ स्टेट
मैं ब्रैकेट लिखना मिनिस्ट्री ऑफ साइंस एंड टैक्नोलॉजी। साइंस एंड टैक्नोलॉजी के मिनिस्टर ने जतिंदर सिंह, उन्होंने इनॉगरेट किया। तो अपने को क्वेश्चन की आ सकता है, वो पूछूगा नैशनल जीनोम एडिटिंग एंड ट्रेनिंग सेंटर कित्थे खुले है। ठीक है, तो तुसीं आह चीज़ याद रखियो, NABI मोहाली पंजाब दे विच नैशनल एग्री फूड बायोटैक्नोलॉजी इंस्टीट्यूट। ये किहड़े डिपार्टमेंट के अंडर है? डिपार्टमेंट ऑफ बायोटैक्नोलॉजी। किहड़ी मिनिस्ट्री के अंडर है? मिनिस्ट्री ऑफ साइंस एंड टैक्नोलॉजी। ठीक है, चलो। तो डॉक्टर जतिंदर सिंह ने मतलब एक होर चीज़ इनॉगरेट की सी, लॉन्च की सी। तो तुहानूं पुछ सकदा भी अपने कोले आई फैंस 2023 ये कित्थे होया? ठीक है, तो टुक प्लेस इन मोहाली। की है, ये बारे आप देखते हैं जी। ठीक है, तो कई बार फुल फॉर्म आ सकती आई फैंस की, इंटरनेशनल कॉन्फ्रेंस ऑन फूड एंड न्यूट्रिशन सिक्योरिटी, ऑन फूड एंड न्यूट्रिशनल सिक्योरिटी 2023। ठीक है, तो अपने को आई फैंस 2023 कितने हुई? अपने को मोहाली के विच। तो किहदे द्वारा लॉन्च की गई? लॉन्चड बाय डॉक्टर जतिंदर सिंह, अगेन मिनिस्टर ऑफ स्टेट ऑफ मिनिस्ट्री ऑफ साइंस एंड टैक्नोलॉजी। ठीक है, तो आप लिख दें लॉन्चड बाय ये 4 डे 4 दिन की कॉन्फ्रेंस है। ठीक है, 4 डे कॉन्फ्रेंस, 4 दिन की कॉन्फ्रेंस जी मोहाली के हुई सी। तो सीधा डायरैक्ट क्वेश्चन आई बनूगा। तो आई फैंस 2023 ये भी कितने हुई है? मोहाली के विच। तो दूजा NGETC, ठीक है, नैशनल जीनोम एडिटिंग एंड ट्रेनिंग सेंटर कितने खोलिया? ये भी मोहाली के विच। ठीक है, तो लॉन्चड बाय डॉक्टर जतिंदर सिंह, मिनिस्टर ऑफ स्टेट ऑफ मिनिस्ट्री ऑफ साइंस एंड टैक्नोलॉजी। क्लीयर है? तो वेरी इंपॉर्टेंट न्यूज़ दोनों नोट करो, फिर आप अगे चलते। तो जी नैक्सट न्यूज़ है वो अपने को हैगी है हॉकी स्टेडियम के उपर। तो इंडिया का बिगेस्ट हॉकी स्टेडियम किहड़ी स्टेट दे विच है? तो लिखो इंडियाज़ बिगेस्ट हॉकी स्टेडियम, तो देखो ये अपन को जो भी कोई एवं क्वेश्चन आ गया भी हॉकी के बारे है ना, तो ज़्यादातर आंसर उड़ीसा होगा। पता क्यों? क्योंकि हॉकी वर्ल्ड कप 2023 का इंडिया ने होस्ट किया उड़ीसा के। तो जो अपने कोई बिगेस्ट हॉकी स्टेडियम बने हैं वो भी ज़्यादातर चांस है इंडिया के ही बनया होगा। तो किहड़ा अपने देखते हैं इंडिया का बिगेस्ट हॉकी स्टेडियम कि बिरसा मुंडा इंटरनेशनल हॉकी स्टेडियम। बिरसा मुंडा इंटरनेशनल हॉकी स्टेडियम, बिरसा मुंडा इंटरनेशनल हॉकी स्टेडियम। तो यह किहड़ी स्टेट दे विच अपने कोले? इन रौरकेला उड़ीसा दे विच। ठीक है, इन रौरकेला उड़ीसा दे विच। ठीक है, उड़ीसा। ठीक है, तो इंडिया का बिगेस्ट हॉकी स्टेडियम बिरसा मुंडा इंटरनेशनल हॉकी स्टेडियम रौरकेला उड़ीसा दे विच। उदों बाद जिहड़ा अपने को हॉकी वर्ल्ड कप 2023 है वो बारे भी आप पढ़ लेने। ठीक है, तो इंडिया के विच ही होया हॉकी वर्ल्ड कप। तुसीं लिखो हॉकी वर्ल्ड कप 2023। तो किने होस्ट किया सी? इंडिया ने। हॉकी वर्ल्ड कप 2023 किने होस्ट किया सी? अपने को इंडिया ने। तो जितया कौन है? तो इंडिया का रैंक नंबर है। ठीक है, होस्ट ला किया सी इंडिया ने, पर याद रखियो जो विनर है पहले नंबर पर हॉकी वर्ल्ड कप के वो सी अपने को जर्मनी। पहले तो किहड़ा देश रहा अपने को? जर्मनी का फाइनल किहदे नाल सी? मतलब दूजे तो किहड़ा देश रहा? तो बैल्जियम। जर्मनी तो बैल्जियम का फाइनल सीगा हॉकी वर्ल्ड कप जिहड़ा अपने को 2023 का इंडिया के होया सी। तीजे नंबर पर नीदरलैंड, तीजे नंबर पर अपने को आ गया नीदरलैंड्स। चौथे तो आस्ट्रेलिया, तो इंडिया का रैंक किन्नवां सीगा? तो इधर बदल जे बना के लिख लो भी याद रखना इंडिया का। इंडिया 9th सी। इंडिया का रैंक किन्नवां सीगा? 9वां। इंडिया रैंकड 9th। तो इंडिया का बिगेस्ट हॉकी स्टेडियम किहड़ा? बिरसा मुंडा हॉकी स्टेडियम। ये ना 21,000 की कैपेसिटी है। 21,000 की जी कैपेसिटी है, मतलब 21,000 स्पैक्टेटर्स मैच देख सकते हैं। तो यह लार्जैसट ऑल सीटर फील्ड हॉकी स्टेडियम है वर्ल्ड का। मतलब जे आप देखिए
इंडिया ਤਾਂ ਬਿਗੇਸਟ ਹਾਕੀ ਸਟੇਡੀਅਮ ਬਣ ਗਿਆ। ਵੈਸੇ ਸਭ ਤੋਂ ਵੱਡਾ ਜੇ ਉਹਨੇ ਹਾਕੀ ਵਰਡ ਨਹੀਂ ਲਿਖਿਆ, ਇਕੱਲਾ ਇਹ ਲਿਖਤਾ ਇੰਡੀਆਸ ਬਿਗੇਸਟ ਸਟੇਡੀਅਮ, ਠੀਕ ਹੈ। ਤਾਂ ਯਾਦ ਰੱਖਿਓ ਨਰਿੰਦਰ ਮੋਦੀ ਸਟੇਡੀਅਮ ਹੈ, ਉਰੇ ਮੈਂ ਲਿਖ ਦਿੰਦਾ। ਜੇ ਉਹਨੇ ਲਿਖਤਾ ਇੰਡੀਆਸ, ਚਾਹੇ ਲਿਖਦੇ ਵਰਲਡਸ, ਇੰਡੀਆ ਦਾ ਵੀ ਅਤੇ ਦੁਨੀਆ ਦਾ ਵੀ, ਵਰਲਡਸ ਬਿਗੇਸਟ ਸਟੇਡੀਅਮ, ਸਭ ਤੋਂ ਵੱਡਾ ਸਟੇਡੀਅਮ, ਬਿਗੇਸਟ ਸਟੇਡੀਅਮ, ਤਾਂ ਆਪਣੇ ਕੋਲ ਕੀ ਆਊਗਾ ਨਰਿੰਦਰ ਮੋਦੀ ਸਟੇਡੀਅਮ, ਨਰਿੰਦਰ ਮੋਦੀ ਸਟੇਡੀਅਮ, ਨਰਿੰਦਰ ਮੋਦੀ ਸਟੇਡੀਅਮ ਅਹਿਮਦਾਬਾਦ ਗੁਜਰਾਤ ਦੇ ਵਿੱਚ, ਠੀਕ ਹੈ। ਨਰਿੰਦਰ ਮੋਦੀ ਸਟੇਡੀਅਮ, ਠੀਕ ਹੈ। ਨਰਿੰਦਰ ਮੋਦੀ ਸਟੇਡੀਅਮ ਜਿਹੜਾ ਕਿੱਥੇ ਆਪਣੇ ਕੋਲੇ ਅਹਿਮਦਾਬਾਦ, ਅਹਿਮਦਾਬਾਦ ਗੁਜਰਾਤ ਦੇ ਵਿੱਚ, ਠੀਕ ਹੈ। ਚਲੋ ਤਾਂ ਜੇ ਤਾਂ ਹਾਕੀ ਦਾ ਬਿਗੇਸਟ ਸਟੇਡੀਅਮ ਪੁੱਛੂ ਤਾਂ ਬਿਰਸਾ ਮੁੰਡਾ ਇੰਟਰਨੈਸ਼ਨਲ ਹਾਕੀ ਸਟੇਡੀਅਮ, ਪਰ ਜੇ ਉਹਨੇ ਇਕੱਲਾ ਹੀ ਕਹਿੰਦਾ ਇੰਡੀਆ ਦਾ ਬਿਗੇਸਟ ਸਟੇਡੀਅਮ ਤਾਂ ਯਾਦ ਰੱਖਿਓ ਨਰਿੰਦਰ ਮੋਦੀ ਸਟੇਡੀਅਮ, ਠੀਕ ਹੈ। ਚਲੋ ਤਾਂ ਅਗਲੀ ਨਿਊਜ਼ ਵੱਲ ਚੱਲਦੇ ਹਾਂ ਫਿਰ ਆਪਾਂ। ਇੰਡੀਆ ਗੈਟਸ ਇਟਸ ਫਸਟ IVF, ठीक है जी, फुल फॉर्म लिख लो, इन विट्रो फर्टिलाइजेशन, इन विट्रो फर्टिलाइजेशन, इन विट्रो फर्टिलाइजेशन, ठीक है। मोबाइल यूनिट फॉर एनिमल्स, मोबाइल मतलब मूविंग, मोबाइल यूनिट फॉर एनिमल्स, ठीक है। तो इंडिया नूं जिहड़ी अपनी पहली IVF मोबाइल बैंड मिली है, ये किहड़ी कित्थे 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 मिली है, किहड़ी स्टेट दे विच, तां याद रखियो इन अमरेली गुजरात, इन अमरेली गुजरात दे विच, ठीक है। तो इंडिया की पहला IVM इन विट्रो फर्टिलाइजेशन मोबाइल यूनिट फॉर एनिमल्स, ठीक है, कित्थे इन अमरेली गुजरात दे विच, ठीक है। तो जिहड़ा ये IVF बैन है, ठीक है, किने डेडिकेट कीती है, तो याद रखियो गौरमेंट ऑफ इंडिया एंड अमर डेयरी, गवर्नमेंट ऑफ इंडिया एंड अमर डेयरी jointly dedicated this IVF mobile van, jointly dedicated this IVF mobile van, ठीक है। चलो तो इंपॉर्टेंट है, तो याद रखियो जी IVF है एक कंपलैक्स सीरीज़ ऑफ प्रोसीजर है ਜਿਹੜੇ ਸਪੋਰਟ ਕਰਦੇ ਨੇ ਫਰਟੀਲਿਟੀ ਤੇ ਚਾਈਲਡ ਕੰਜ਼ੈਪਸ਼ਨ ਇਨ ਐਨੀਮਲਸ, ਠੀਕ ਹੈ। ਬਸ ਤੁਸੀਂ ਸਿੱਧਾ ਇਹ ਗੱਲ ਯਾਦ ਰੱਖਿਓ ਵੀ ਇੰਡੀਆ ਦੀ ਪਹਿਲੀ IVF ਕਿੱਥੇ ਯੂਨਿਟ ਕਿੱਥੇ ਬਣੀ ਹੈ, ਤਾਂ ਅਮਰੇਲੀ ਗੁਜਰਾਤ ਵਿੱਚ, ਠੀਕ ਹੈ। ਮੋਬਾਈਲ ਵੈਨ ਹੈ ਤਾਂ ਇੱਕ ਤਰ੍ਹਾਂ ਦੀ ਅਮਰੇਲੀ ਗੁਜਰਾਤ ਦੇ ਵਿੱਚ, ਕਲੀਅਰ ਹੈ। ਚਲੋ ਨੋਟ ਕਰੋ, ਫਿਰ ਆਪਾਂ ਅੱਗੇ ਚੱਲਦੇ ਹਾਂ। ਜਿਹੜੀ ਨੈਕਸਟ ਨਿਊਜ਼ ਹੈ ਉਹ ਹੈਗੀ ਆਪਣੇ ਕੋਲ ਉਤਕਰਸ਼ 2.0, ਠੀਕ ਹੈ। ਵੀ ਇਹ ਕੀ ਚੀਜ਼ ਹੈ ਆਪਣੇ ਕੋਲ ਉਤਕਰਸ਼ 2.0। ਤਾਂ ਤੁਹਾਡੇ ਯਾਦ ਹੋਊਗਾ ਦਕਸ਼ ਪੋਰਟਲ ਕਿਹਦਾ ਸੀ, ਉਹ ਵੀ RBI ਦਾ। ਤਾਂ ਜਿਹੜੀ ਉਤਕਰਸ਼ 2.0 ਹੈ ਇਹ ਵੀ RBI ਦੀ ਹੈ। ਤਾਂ RBI ਦੇ ਗਵਰਨਰ ਕੌਣ ਹੈ, ਸ਼ਕਤੀ ਕਾਂਤਾ ਦਾਸ, ਠੀਕ ਹੈ। ਤਾਂ RBI ਗਵਰਨਰ ਸ਼ਕਤੀ ਕਾਂਤਾ ਦਾਸ, RBI ਗਵਰਨਰ ਸ਼ਕਤੀ ਕਾਂਤਾ ਦਾਸ हैज़ लॉन्चड उत्कर्ष, तो उत्कर्ष किहदे द्वारा लॉन्च किया गया, RBI द्वारा, ठीक है। हैज़ लॉन्चड उत्कर्ष 2.0 मीडियम टर्म स्ट्रैटेजिक फ्रेमवर्क, एक तरह का ये मीडियम टर्म स्ट्रैटेजिक फ्रेमवर्क है। मीडियम टर्म स्ट्रैटेजी फ्रेमवर्क फॉर 2023 ਤੋਂ 25, मतलब एक तरह का ये इन्होंने जी स्ट्रैटेजी वगैरह बनाई है ਉਹਦਾ एक फ्रेमवर्क है उत्कर्ष 2.0। तो बस ਉਹਨੂੰ याद रखो भी उत्कर्ष 2.0 किहदे द्वारा लॉन्च किया गया, RBI डायरेक्ट। बस उत्कर्ष 2.0 किहदे द्वारा लॉन्च किया गया, अपने को RBI द्वारा, ठीक है। उस तो बाद अपने को ऑन टाइम परफॉर्मेंस रिव्यू एक डाटा दिता गया, ठीक है। मतलब सिविल एविएशन दे विच जहाज, मतलब भी किहड़ा जहाज टाइम ते आउंदा, तो ऑन टाइम परफॉर्मेंस रिव्यू, ऑन टाइम परफॉर्मेंस रिव्यू 2022 ये किहदे द्वारा दिता गया, ठीक है। जिहड़ा आह अपने को एक तरह का डाटा है बाय
CIRIU है, ठीक है। सीरियम ਇਹਦੇ ਦੁਆਰਾ ਦਿੱਤਾ ਗਿਆ ਜਿਹੜਾ ਇਹ ਡਾਟਾ। ਤਾਂ ਇਹਨਾਂ ਨੇ ਜਿਹੜਾ ਆਪਣੇ ਕੋਲੇ ਪਹਿਲੇ ਨੰਬਰ 'ਤੇ ਜਿਹੜਾ ਏਅਰਪੋਰਟ ਰਿਹਾ ਉਹ ਹੈਗਾ ਆਪਣੇ ਜਾਪਾਨ ਦਾ ਹਨੀਦਾ ਏਅਰਪੋਰਟ, ਠੀਕ ਹੈ। ਤਾਂ ਫਸਟ 'ਤੇ ਕਿਹੜਾ ਰਿਹਾ ਆਪਣੇ ਕੋਲੇ ਹਨੀਦਾ ਏਅਰਪੋਰਟ ਆਫ ਜਾਪਾਨ, ਹਨੀਦਾ ਏਅਰਪੋਰਟ ਇਨ ਜਾਪਾਨ। ਮਤਲਬ ਇਹ ਉਹ ਮਤਲਬ ਜਿਵੇਂ ਨਾ ਆਪਾਂ ਇਹ ਏਅਰਪੋਰਟ 'ਤੇ ਜਿਹੜੇ ਐਰੋਪਲੇਨਸ ਨੇ ਉਹ ਔਨ ਟਾਈਮ ਆਉਂਦੇ ਨੇ, ਔਨ ਟਾਈਮ ਜਾਂਦੇ ਨੇ, ਮਤਲਬ ਸਭ ਤੋਂ ਜ਼ਿਆਦਾ ਜਿਹੜਾ ਪਹਿਲੇ ਨੰਬਰ 'ਤੇ ਰਿਹਾ। ਤਾਂ ਦੂਜੇ ਨੰਬਰ 'ਤੇ ਖੁਸ਼ੀ ਦੀ ਗੱਲ ਇਹ ਹੈ ਵੀ ਇੰਡੀਆ ਦਾ ਹੈ ਕੈਂਪੀਗੌੜਾ ਇੰਟਰਨੈਸ਼ਨਲ ਏਅਰਪੋਰਟ। ਤਾਂ ਕਰਨਾਟਕਾ ਦਾ ਏਅਰਪੋਰਟ ਸੈਕਿੰਡ 'ਤੇ ਰਿਹਾ ਆਪਣੇ ਕੋਲੇ ਕੈਂਪੀਗੌੜਾ ਇੰਟਰਨੈਸ਼ਨਲ ਏਅਰਪੋਰਟ, ਠੀਕ ਹੈ। ਕਿੱਥੋਂ ਦਾ ਇਹ ਆਪਣੇ ਕੋਲੇ ਬੈਂਗਲੁਰੂ ਕਰਨਾਟਕਾ ਦੇ ਵਿੱਚ, ਬੈਂਗਲੁਰੂ ਕਰਨਾਟਕਾ, ਠੀਕ ਹੈ। ਤਾਂ ਵੈਰੀ ਇੰਪੋਰਟੈਂਟ ਔਨ ਟਾਈਮ ਪਰਫੋਰਮੈਂਸ ਰਿਵਿਊ ਕਿਹਦੇ ਦੁਆਰਾ ਦੱਸਿਆ ਗਿਆ ਇਹ ਡਾਟਾ ਸਾਰਾ, ਸੀਰੀਅਮ ਦੁਆਰਾ। ਤਾਂ ਪਹਿਲੇ 'ਤੇ ਜਾਪਾਨ ਦਾ ਹਨੀਦਾ ਏਅਰਪੋਰਟ, ਦੂਜੇ 'ਤੇ ਕੈਂਪੇਗੌੜਾ ਇੰਟਰਨੈਸ਼ਨਲ ਏਅਰਪੋਰਟ, ਅਤੇ 7ਵੇਂ 'ਤੇ ਵੀ ਇੰਡੀਆ ਦਾ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ, ਠੀਕ ਹੈ। ਸਾਰਿਆਂ ਨੂੰ ਪਤਾ ਹੋਊਗਾ ਵੀ ਇਹ ਤਾਂ ਕਿੱਥੇ ਹੈ। 7ਵੇਂ 'ਤੇ IGI ਲਿਖਦਾ, IGI ਪ੍ਰੋਜੈਕਟ IGI ਨਾ ਸਮਝ ਲਿਓ, ਠੀਕ ਹੈ। ਲਿਖ ਲਿਓ ਤੁਸੀਂ ਪ੍ਰੋਪਰ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ, ਠੀਕ ਹੈ, ਜਿਹੜਾ ਆਪਣੇ ਕੋਲ ਕਿੱਥੇ ਹੈ ਨਿਊ ਦਿੱਲੀ ਦੇ ਵਿੱਚ, ਠੀਕ ਹੈ। ਨਿਊ ਦਿੱਲੀ ਦੇ ਵਿੱਚ ਉਰੀਓਂ ਆਪਾਂ ਜ਼ਿਆਦਾਤਰ ਆਪਣਿਆਂ ਨੂੰ ਕੈਨੇਡਾ ਆਸਟ੍ਰੇਲੀਆ ਜਾਂਦੇ ਦੇਖ ਰਹੇ ਹਾਂ, ਠੀਕ ਹੈ। ਚਲੋ ਇਹ ਤਾਂ ਹੋ ਗਿਆ ਆਪਣੇ ਕੋਲੇ ਏਅਰਪੋਰਟਸ ਦੀ ਗੱਲ। ਜੇ ਆਪਾਂ ਦੇਖੀਏ ਔਨ ਟਾਈਮ ਏਅਰਲਾਈਨ, ਠੀਕ ਹੈ। ਇੱਕ ਤਾਂ ਹੁੰਦਾ ਏਅਰਪੋਰਟ ਵੀ ਜਿਵੇਂ ਆਪਾਂ ਵੀ ਕਿਹੜੇ ਏਅਰਪੋਰਟ 'ਤੇ ਜਿਹੜੇ ਜਹਾਜ਼ ਟਾਈਮ 'ਤੇ ਆਉਂਦੇ ਨੇ, ਟਾਈਮ 'ਤੇ ਆਉਂਦੇ ਨੇ। ਹੁਣ ਜੇ ਆਪਾਂ ਗੱਲ ਕਰੀਏ ਏਅਰਲਾਈਨ ਦੀ ਵੀ ਕਿਹੜੀ ਏਅਰਲਾਈਨ ਹੈ ਜਿਹੜੀ ਮੋਸਟ ਔਨ ਟਾਈਮ ਏਅਰਲਾਈਨ ਹੈ, ਠੀਕ ਹੈ। ਤਾਂ ਹੁਣ ਉਹ ਲਿਖ ਲਓ। ਤਾਂ ਸੀਰੀਅਮਸ ਮੋਸਟ ਔਨ ਟਾਈਮ ਏਅਰਲਾਈਨ, ਮੋਸਟ ਔਨ ਟਾਈਮ ਏਅਰਲਾਈਨ ਤਾਂ ਉਹ ਆਪਣੇ ਕੋਲ ਕਿਹੜੀ ਹੈ ਡੈਲਟਾ ਏਅਰਲਾਈਨ ਆਫ US, ਠੀਕ ਹੈ। ਤਾਂ ਲਿਖੋ ਡੈਲਟਾ ਏਅਰਲਾਈਨਸ ਆਫ US, ਡੈਲਟਾ ਏਅਰਲਾਈਨਸ ਆਫ US। ਇਹਨਾਂ ਨੂੰ ਮਿਲਿਆ ਸੀਰੀਅਮ ਪਲੈਟੀਨਮ ਅਵਾਰਡ, ਕੌਨਜ਼ੀਕਿਊਟਿਵ ਲਗਾਤਾਰ ਦੂਜੇ ਵਾਰ ਮਿਲਿਆ, ਠੀਕ ਹੈ। ਔਰ ਇਹ ਲਿਖੋ ਤੁਸੀਂ ਕੌਨਜ਼ੀਕਿਊਟਿਵ ਸੈਕਿੰਡ ਟਾਈਮ, ਲਗਾਤਾਰ ਦੂਜੀ ਵਾਰੀ ਜਿਹੜਾ ਇਹ ਅਵਾਰਡ ਮਿਲਿਆ ਸੀਰੀਅਮ ਪਲੈਟੀਨਮ ਡੈਲਟਾ ਏਅਰਲਾਈਨ ਆਫ USA ਨੂੰ, ਠੀਕ ਹੈ। ਤਾਂ ਗਲੋਬਲ ਲੀਡਰ ਕਿਹੜਾ ਸੀ ਔਨ ਟਾਈਮ ਪਰਫੋਰਮੈਂਸ ਦਾ, ਠੀਕ ਹੈ। ਤਾਂ ਇੱਕ ਹੋਰ ਲਿਖ ਲਓ ਅਜੂਲ ਏਅਰਲਾਈਨਸ, ਇਹਨਾਂ ਨੂੰ ਕੀ ਕਿਹਾ ਗਿਆ ਤਾਂ ਗਲੋਬਲ ਲੀਡਰਸ ਇਨ ਔਨ ਟਾਈਮ ਪਰਫੋਰਮੈਂਸ, ਜਿਹੜਾ ਸੀਰੀਅਮ ਪਲੈਟੀਨਮ ਅਵਾਰਡ ਆ ਉਹ ਡੈਲਟਾ ਏਅਰਲਾਈਨ USA ਨੂੰ, ਅਤੇ ਗਲੋਬਲ ਲੀਡਰ ਔਨ ਟਾਈਮ ਪਰਫੋਰਮੈਂਸ ਇਹ ਆਪਣੇ ਕੋਲੇ ਅਜੂਲ ਏਅਰਲਾਈਨ, ਠੀਕ ਹੈ। ਅਤੇ ਉਸ ਤੋਂ ਬਾਅਦ ਜੇ ਲੋ ਕੋਸਟ ਕੈਰੀਅਰ ਦੇਖੀਏ ਵੀ ਲੈ ਕੇ ਵੀ ਆਉਂਦਾ ਏਅਰਲਾਈਨ ਵੀ ਜਿਹੜੀ ਸਸਤੀ ਹੈ ਇੱਕ ਤਰ੍ਹਾਂ ਦੀ ਨਾ ਆਪਾਂ ਐਵੇਂ ਕਹਿ ਦਈਏ, ਤਾਂ ਉਹ ਹੈਗਾ ਆਪਣੇ ਕੋਲ ਸਟਾਰ ਫਲਾਇਰ ਆਫ ਜਾਪਾਨ। ਇਹਨਾਂ ਨੂੰ ਲੀਡਿੰਗ ਲੋ ਕੋਸਟ ਕੈਰੀਅਰ, ਇਹ ਲੀਡਿੰਗ ਲੋ ਕੋਸਟ ਕੈਰੀਅਰ, ਠੀਕ ਹੈ। ਚਲੋ ਆਪਾਂ ਰਿਪੀਟ ਕਰਦੇ ਇੱਕ ਵਾਰੀ। ਤਾਂ ਔਨ ਟਾਈਮ ਪਰਫੋਰਮੈਂਸ ਰਿਵਿਊ 2022 ਕਿਹਦੇ ਦੁਆਰਾ ਦਿੱਤਾ ਗਿਆ ਜਿਹੜਾ ਇਹ ਸਾਰਾ ਡਾਟਾ, ਤਾਂ ਸੀਰੀਅਮ ਦੁਆਰਾ। ਤਾਂ ਇਹਦੇ ਵਿੱਚ ਪਹਿਲੇ 'ਤੇ ਜਾਪਾਨ ਦਾ ਏਅਰਪੋਰਟ ਹਨੀਦਾ ਏਅਰਪੋਰਟ, ਦੂਜੇ 'ਤੇ ਕੈਂਪੇਗੌੜਾ ਇੰਟਰਨੈਸ਼ਨਲ ਏਅਰਪੋਰਟ ਬੈਂਗਲੁਰੂ ਕਰਨਾਟਕਾ ਦਾ, 7ਵੇਂ 'ਤੇ ਇੰਦਰਾ ਗਾਂਧੀ ਏਅਰਪੋਰਟ ਨਿਊ ਦਿੱਲੀ, ਠੀਕ ਹੈ। ਆ ਯਾਦ ਰੱਖ ਲਿਓ ਮੇਨਲੀ, ਪਹਿਲਾ ਅਤੇ ਦੂਜਾ ਤੁਸੀਂ ਯਾਦ ਕਰਨਾ। ਅਤੇ ਜੇ ਆਪਾਂ ਦੇਖੀਏ ਏਅਰਲਾਈਨਸ ਦੇ ਵਿੱਚੋਂ ਤਾਂ ਸੀਰੀਅਮ ਪਲੈਟੀਨਮ ਅਵਾਰਡ ਕਿਹਨੂੰ ਮਿਲਿਆ ਡੈਲਟਾ ਏਅਰਲਾਈਨ ਕਿੱਥੋਂ ਦੀ USA ਦੀ। ਅਤੇ ਉਸ ਤੋਂ ਬਾਅਦ ਜੇ ਆਪਾਂ ਦੇਖੀਏ ਗਲੋਬਲ ਲੀਡਰ ਇਨ ਔਨ ਟਾਈਮ ਪਰਫੋਰਮੈਂਸ ਉਹ ਆਪਣੇ ਕੋਲੇ ਅਜੂਲ ਏਅਰਲਾਈਨ ਨੂੰ, ਅਤੇ ਆਪਣੇ ਕੋਲੇ ਲੀਡਿੰਗ ਲੋ ਕੋਸਟ ਕੈਰੀਅਰ ਉਹ ਸਟਾਰ ਫਲਾਇਰ ਕਿੱਥੋਂ ਦੀ ਜਾਪਾਨ ਦੀ, ਠੀਕ ਹੈ। ਚਲੋ ਤਾਂ ਅਗਲਾ ਆਪਣੇ ਕੋਲੇ ਈਟ ਰਾਈਟ ਸਟੇਸ਼ਨ
सर्टिफिकेशन किनू मिले, ठीक है, ईट राइट स्टेशन इंडियन रेलवे भी आ स्टेशन वधिया, उरे भी साफ सफाई हैगी, आप खा सकते हैं। ईट राइट स्टेशन सर्टिफिकेट तो किनू मिले, वाराणसी कैंट रेलवे, इन्होंने 5 स्टार मिले ने, ठीक है। तो तुसी लिखो जी सर्टिफिकेशन है वाराणसी कैंट नू, तो वाराणसी कैंट रेलवे स्टेशन वाराणसी कैंट रेलवे स्टेशन हैज़ बीन अवार्डेड 5 स्टार ईट राइट स्टेशन हैज़ बीन अवार्डेड 5 स्टार रेटिंग नाल इन्हूं दित्ती गई है, 5 स्टार ईट राइट स्टेशन 5 स्टार इन ईट राइट स्टेशन किहदे द्वारा, सर्टिफिकेशन बाय FSSAI, ठीक है। तो सर्टिफिकेशन बाय FSSAI, ठीक है। इसकी फुल फॉर्म उम्मीद करदा तुहानूं सारिਆਂ ਨੂੰ पता होगी, फूड सेफ्टी एंड स्टैंडर्ड्स अथॉरिटी ऑफ इंडिया, फूड सेफ्टी एंड स्टैंडर्ड्स अथॉरिटी ऑफ इंडिया, ठीक है। चलो तो अपने कोले ईट राइट स्टेशन अवार्ड वाराणसी कैंट नूं मिलिਆ, कितनी 5 स्टार रेटिंग किहदे द्वारा, FSSAI द्वारा, ठीक है। चलो अगे चलते हैं फिर आप, तो जी अपने कोले नैक्सट न्यूज़ है काफ़ी इंपॉर्टेंट हैगी, तो हैगी अपने कोले, तो अपने कोले एशिया की पहली सैमी हाई स्पीड हाइड्रोजन ट्रेन, एशियाज़ फर्स्ट सैमी हाई स्पीड हाइड्रोजन ट्रेन, एशिया की पूछया, ध्यान दिओ वर्ल्ड की नहीं पूछया, हाइड्रोजन ट्रेन। तो एशिया की पहली सैमी हाई स्पीड हाइड्रोजन ट्रेन बेसिकली आप कहिए तो किने बनाई है, तो याद रखियो चाइना ने, ठीक है। चाइना की किहड़ी कंपनी, चाइनास CRRC कॉरपोरेशन लिमिटेड, ठीक है। इसकी जी स्पीड है वो 160 किलोमीटर प्रति आवर होगी, जी हाइड्रोजन स्पीड ट्रेन बनाई है, इसकी स्पीड है जी होगी 160 किलोमीटर प्रति घंटा, ठीक है। तो एशिया की पहली हाइड्रोजन ट्रेन एक तरह की किने बनाई है, अपने को चाइना ने, ठीक है। तो उदों बाद जी आप देखिए वर्ल्ड की पहली हाइड्रोजन ट्रेन किने बनाई सी, ये वेरी इंपॉर्टेंट है, एशिया की चाइना ने, तो वर्ल्ड की पहली हाइड्रोजन ट्रेन, वर्ल्ड्स फर्स्ट हाइड्रोजन ट्रेन, तो वर्ल्ड की पहली हाइड्रोजन ट्रेन ये जर्मनी ने, वेरी इंपॉर्टेंट। इंडिया की पहली चाइना ने, वर्ल्ड की पहली जर्मनी ने, तो जर्मनी की जे आप देखिए किहड़ी कंपनी ने, ठीक है। तो तुसीं याद कर लियो एल्स्टॉम कोरेडिया एलेंट, ठीक है। अस एक बार नाम पढ़ लियो, याद रह गया, ठीक है। तो अपने को जोड़ा अपने को एक तरह का आप कह दीए भी वर्ल्ड के विच पहले नंबर पहली बारी हाइड्रोजन ट्रेन चलाने वाली किहड़ी देश सी, अपने को जर्मनी, किहड़ी कंपनी सी, एल्स्टॉम कोरेडिया एलेंट। तो चाइना की एशिया की पहली, चाइना की CRRC, ठीक है। चलो वेरी इंपॉर्टेंट। तो जी नैक्सट न्यूज़ है उसमें काफ़ी सिंपल जी लगूगी, वो पूछूगा सानिया मिर्जा ने हुणी रिटायरमेंट लेती है, सानिया मिर्जा किहड़ी गेम खेडदी सी, सानिया मिर्जा जिन्हें रिटायरमेंट लेती है किहड़ी गेम खेडदी सी, पर इस भी काफ़ी बच्चे कन्फ्यूज़ हो जाएंगे भी टेनिस खेडदी सी कि बैडमिंटन खेडदी सी, तो याद रखियो सानिया मिर्जा किहड़ी गेम खेडदी सी, टेनिस, किहड़ी गेम खेडदी सी, टेनिस। तो सानिया मिर्जा ने रिटायरमेंट ले लीती है जी टेनिस के विचों, ठीक है। तो सानिया मिर्जा बारे जिहड़े आपां ने कुछ गल्लां याद रखनियां ने, तो पहला जिहड़ा ग्रैंड स्लैम है 2009 दे विच जीती सानिया मिर्जा आपदा फर्स्ट ग्रैंड स्लैम, ठीक है। पहला ग्रैंड स्लैम ना वो 4 चो कहते हैं, ठीक है। आस्ट्रेलियन ओपन, विंबलडन, फ्रेंच ओपन, US ओपन, उन्होंने 4 ग्रैंड स्लैम कहते हैं। तो आपदा पहला ग्रैंड स्लैम 2009 दे विच जीती सी, आस्ट्रेलियन ओपन मिक्सड डबल दे विच, सिंगल्स दे विच नहीं, आस्ट्रेलियन ओपन
ਆਸਟ੍ਰੇਲੀਅਨ ਓਪਨ ਮਿਕਸਡ ਡਬਲਸ ਦੇ ਵਿੱਚ, ਆਸਟ੍ਰੇਲੀਅਨ ਓਪਨ ਮਿਕਸਡ ਡਬਲਸ ਦੇ ਵਿੱਚ, ਠੀਕ ਹੈ। मतलब कौन कौन ਸੀਗੇ ਆਪਣੇ ਕੋਲੇ ਡਬਲਸ ਸੀ, ਤਾਂ मतलब ਇੱਕ ਤਾਂ ਸਾਨੀਆ ਮਿਰਜ਼ਾ ਜੀ ਹੋਣਗੇ, ਸਾਨੀਆ ਮਿਰਜ਼ਾ, ਤੇ ਨਾਲ ਇੰਡੀਆ ਦਾ ਹੀ ਬੜਾ ਵਧੀਆ ਖਿਡਾਰੀ ਮਹੇਸ਼ ਭੂਪਤੀ, ਮਹੇਸ਼ ਭੂਪਤੀ, ਠੀਕ ਹੈ। ਤਾਂ ਇਹ ਦੋਨਾਂ ਨੇ मतलब ਸਾਨੀਆ ਮਿਰਜ਼ਾ ਦਾ ਜਿਹੜਾ ਪਹਿਲਾ ਗ੍ਰੈਂਡ ਸਲੈਮ ਸੀ ਉਹ ਡਬਲਸ ਦੇ ਵਿੱਚ ਆਇਆ ਸੀਗਾ, ਸਾਨੀਆ ਮਿਰਜ਼ਾ ਤੇ ਮਹੇਸ਼ ਭੂਪਤੀ ਨਾਲ 2009 ਦੇ ਵਿੱਚ, ਤਾਂ ਇੰਨਾ ਕੁ ਯਾਦ ਕਰ ਲਿਓ। ਤੇ ਉਸ ਤੋਂ ਬਾਅਦ ਆਪਣੇ ਕੋਲੇ ਡਬਲਸ ਦੀ ਹੀ ਜ਼ਿਆਦਾ ਜਿੱਤੀ ਹੈ, ਠੀਕ ਹੈ। ਵਿੰਬਲਡਨ ਵੀ ਜਿੱਤੀ ਹੋਈ ਹੈ, US ਓਪਨ, ਆਸਟ੍ਰੇਲੀਅਨ ਓਪਨ, ਠੀਕ ਹੈ। ਤਾਂ ਬਸ ਪਹਿਲਾਂ ਤੁਸੀਂ ਯਾਦ ਕਰ ਲਿਓ, ਬਾਕੀ ਯਾਦ ਕਰਨ ਦੀ ਤੁਹਾਨੂੰ ਬਹੁਤੀ ਲੋੜ ਨਹੀਂ ਹੈਗੀ, ਠੀਕ ਹੈ। ਉਸ ਤੋਂ ਬਾਅਦ ਅਗਲਾ ਮੁੱਖ ਮੰਤਰੀ ਡੈਰੀ, ਇਹ ਬੁੱਕ ਕਿਹਦੇ ਦੁਆਰਾ ਲਿਖੀ ਗਈ ਹੈ? ਮੁੱਖ ਮੰਤਰੀ ਡੈਰੀ, ਮੁੱਖ ਮੰਤਰੀ ਡੈਰੀ, ਠੀਕ ਹੈ। ਤਾਂ ਜਿਹੜੀ ਇਹ ਬੁੱਕ ਲਿਖੀ ਗਈ ਹੈ ਤਾਂ ਯਾਦ ਰੱਖਿਓ, ਆਥੋਰਾਈਜ਼ਡ ਬਾय ਹਿਮੰਤਾ ਬਿਸ਼ਵਾ ਸ਼ਰਮਾ, ਹਿਮੰਤਾ ਬਿਸ਼ਵਾ, ਹਿਮੰਤਾ ਬਿਸ਼ਵਾ ਸ਼ਰਮਾ, ਠੀਕ ਹੈ। ਤਾਂ ਮੁੱਖ ਮੰਤਰੀ ਡੈਰੀ ਹਿਮੰਤਾ ਬਿਸ਼ਵਾ ਸ਼ਰਮਾ, ਠੀਕ ਹੈ, ਯਾਦ ਰੱਖਿਓ, ਇੰਪੋਰਟੈਂਟ ਹੈ। ਮੁੱਖ ਮੰਤਰੀ ਡੈਰੀ ਹਿਮੰਤਾ ਬਿਸ਼ਵਾ ਸ਼ਰਮਾ, ਠੀਕ ਹੈ। ਔਥਰ ਇਹਨਾਂ ਨੇ ਕੀਤੀ ਹੈ, ਦੇਖੋ ਇੱਕ ਬੁੱਕ ਹੁੰਦਾ ਵੀ ਔਥਰ ਜਿਹਨੇ ਵੀ ਲਿਖੀ ਹੈ, ਇੱਕ ਹੁੰਦਾ ਲਾਂਚ ਵੀ ਜਿਹਨੇ ਆ ਕੇ ਕਿਹਾ ਵੀ ਆਹ ਭਾਈ ਬੁੱਕ ਆਈ ਹੈ, ਹੈ ਨਾ। ਜਿਵੇਂ ਕਈ ਵਾਰ ਆਪਾਂ ਕਿਸੇ ਫੇਮਸ ਪਰਸਨੈਲਿਟੀ ਤੋਂ ਲਾਂਚ ਕਰਵਾ ਲੈਂਦੇ, ਤਾਂ ਲਾਂਚ ਕਿਹਨੇ ਕੀਤੀ ਹੈ? ਰੰਜਨ ਗਗੋਈ ਨੇ, ਰੰਜਨ ਗਗੋਈ, ਜਿਹੜੇ ਪਹਿਲਾਂ ਚੀਫ ਜਸਟਿਸ ਆਫ ਇੰਡੀਆ ਰਹਿ ਚੁੱਕੇ ਨੇ, ਠੀਕ ਹੈ। ਤਾਂ ਆਪਾਂ ਕਹਿ ਸਕਦੇ ਹਾਂ ਵੀ ਫਾਰਮਰ ਚੀਫ ਜਸਟਿਸ ਆਫ ਇੰਡੀਆ। ਤੁਸੀਂ ਬਸ ਮੇਰਾ ਨਾਮ ਨਾ ਯਾਦ ਰੱਖਿਓ ਵੀ ਮੁੱਖ ਮੰਤਰੀ ਡੈਰੀ ਜਿਹਦੇ ਦੁਆਰਾ ਲਿਖੀ ਗਈ ਹੈ? ਹਿਮੰਤਾ ਬਿਸ਼ਵਾ ਸ਼ਰਮਾ, ਠੀਕ ਹੈ। ਅਗਲੀ ਨਿਊਜ਼ ਬਹੁਤ ਜ਼ਿਆਦਾ ਸੌਖੀ ਹੈ, ਤੁਸੀਂ ਸਾਰੇ ਗੈਸ ਵੀ ਲਾ ਸਕਦੇ ਹੋ। ਜੋ ਆਪਾਂ ਨੂੰ ਪੁੱਛੂਗਾ ਫਸਟ ਸਟੇਟ ਵਿਦ ਫੁੱਲ ਡਿਜੀਟਲ ਬੈਂਕਿੰਗ ਸਰਵਿਸਿਜ਼, ਜਿੱਥੇ ਵੀ ਡਿਜੀਟਲ ਕੋਈ ਵਰਡ ਆ ਗਿਆ ਤਾਂ ਕੀ ਆਨਸਰ ਟਿਕ ਕਰ ਦੋਗੇ? ਠੀਕ ਹੈ, ਜਿੱਥੇ ਵੀ ਡਿਜੀਟਲ ਵਰਡ ਆ ਗਿਆ ਤਾਂ ਆਨਸਰ ਜ਼ਿਆਦਾਤਰ ਕੀ ਹੋਊਗਾ? ਕੇਰਲਾ। ਤਾਂ ਪਹਿਲੀ ਇੰਡੀਅਨ ਸਟੇਟ ਜਿੱਥੇ ਫੁੱਲ ਡਿਜੀਟਲ ਸਰਵਿਸਿਜ਼ ਆ ਗਈਆਂ, ਬੈਂਕਿੰਗ ਸਰਵਿਸਿਜ਼ ਆ ਗਈਆਂ, ਤਾਂ ਆਪਣੇ ਕੋਲੇ ਕੇਰਲਾ। ਤੇ ਯਾਦ ਰੱਖਿਓ, ਕੇਰਲਾ ਓਨਲੀ ਇੰਡੀਅਨ ਸਟੇਟ ਹੈ ਜਿਹਨੇ ਰਾਈਟ ਟੂ ਇੰਟਰਨੈਟ ਨੂੰ ਬੇਸਿਕ ਰਾਈਟ ਡਿਕਲੇਅਰ ਕੀਤਾ, ਠੀਕ ਹੈ। ਤਾਂ ਯਾਦ ਰੱਖਿਓ, ਓਨਲੀ ਇੰਡੀਅਨ ਸਟੇਟ ਟੂ ਡਿਕਲੇਅਰ the right to internet as basic right to internet ਨੂੰ basic right ਡਿਕਲੇਅਰ ਕਰਨ ਵਾਲੀ ਪਹਿਲੀ ਸਟੇਟ ਵੀ ਆਪਣੇ ਕੋਲ ਕਿਹੜੀ ਸੀਗੀ? ਕੇਰਲਾ, ਠੀਕ ਹੈ। ਚਲੋ, ਤਾਂ ਅੱਜ ਦੀ ਆਪਾਂ ਲਾਸਟ ਨਿਊਜ਼ ਕਰਦੇ ਹਾਂ, ਫਿਰ ਆਪਾਂ ਸਾਰੀਆਂ ਨਿਊਜ਼ ਰਿਵਾਈਜ਼ ਕਰਾਂਗੇ। ਤਾਂ RBI ਗ੍ਰੀਨ ਬੌਂਡਸ ਇਸ਼ੂ ਕਰ ਰਹੀ ਹੈ, ਮੇਡਨ ਗ੍ਰੀਨ ਬੌਂਡਸ ਮਤਲਬ ਪਹਿਲੀ ਵਾਰੀ RBI ਟੂ ਇਸ਼ੂ ਇਟਸ ਮੇਡਨ, ਮਤਲਬ ਪਹਿਲੇ ਮੇਡਨ ਗ੍ਰੀਨ ਬੌਂਡਸ। ਦੇਖੋ ਗ੍ਰੀਨ ਬੌਂਡਸ ਕੀ ਹੁੰਦੇ ਨੇ? ਉਹ ਬੌਂਡਸ ਜਿਹੜੇ ਮਤਲਬ ਜਿਨ੍ਹਾਂ ਤੋਂ ਕੋਈ ਜੇ ਪੈਸਾ ਆਊਗਾ ਵੀ ਮਤਲਬ ਉਹ ਵੀ ਇਨਵਾਇਰਮੈਂਟ ਨੂੰ ਹਰਿਆ ਭਰਿਆ ਵਧੀਆ ਰੱਖਣ ਵਾਸਤੇ ਵਰਤਿਆ ਜਾਊਗਾ, ਮਤਲਬ ਜਿਵੇਂ ਸੋਲਰ ਪ੍ਰੋਜੈਕਟ 'ਚ ਯੂਟੀਲਾਈਜ਼ ਕੀਤਾ ਜਾਊਗਾ, ਠੀਕ ਹੈ, ਐਵੇਂ ਦਾ। ਤਾਂ RBI ਨੇ ਪਹਿਲੇ ਮੇਡਨ ਗ੍ਰੀਨ ਬੌਂਡਸ ਇਸ਼ੂ ਕੀਤੇ ਨੇ, ਕਿੰਨੇ ਦੇ? ਫॉर रुपीज़ 16,000 ਕਰੋੜ, ਇੰਨੀ ਗੱਲ ਯਾਦ ਰੱਖੀ, ਕਿੰਨੇ ਦੇ? 16,000 ਕਰੋੜ, ਇਹ ਵੈਲਿਊ ਯਾਦ ਰੱਖਣੀ ਹੈ। 16,000 ਕਰੋੜ ਦੇ ਗ੍ਰੀਨ ਬੌਂਡਸ ਇਸ਼ੂ ਕੀਤੇ ਨੇ RBI ਨੇ, ਠੀਕ ਹੈ। ਤਾਂ ਦੋ ਫੇਸਿਸ ਦੇ ਵਿੱਚ ਲਾਂਚ ਕੀਤੇ ਨੇ, ਠੀਕ ਹੈ। issued in 2 tranches of rupees 8,000 ਕਰੋੜ ਈਚ, 8,000 ਕਰੋੜ ਦੇ ਮਤਲਬ ਦੋ ਫੇਸਿਸ ਦੇ ਵਿੱਚ, ਠੀਕ ਹੈ, ਇਹਨੂੰ ਲਾਂਚ ਕੀਤਾ ਹੈ RBI ਨੇ, ਠੀਕ ਹੈ। ਚਲੋ, ਹੁਣ ਤੱਕ ਜਿੰਨੇ ਵੀ ਆਪਾਂ ਨੇ ਕਰੰਟ ਅਫੇਅਰ ਅੱਜ ਕੀਤੇ ਨੇ ਸਾਰਿਆਂ ਨੂੰ ਆਪਾਂ ਇੱਕ ਵਾਰੀ ਰਿਵਾਈਜ਼ ਕਰ ਦਿਆਂਗੇ, ਠੀਕ ਹੈ। ਚਲੋ ਜੀ, ਤਾਂ ਕਾਫੀ ਨਿਊਜ਼ ਆਪਣੀਆਂ ਕਵਰ ਹੋ ਗਈਆਂ। ਤਾਂ ਸਭ ਤੋਂ ਪਹਿਲੇ ਇੰਡੀਆ ਦਾ ਬਿਗੈਸਟ ਯੋਗਾ ਸੈਂਟਰ ਕਿੱਥੇ ਖੁੱਲ੍ਹ ਰਿਹਾ? ਜੰਮੂ ਐਂਡ ਕਸ਼ਮੀਰ ਦੇ ਵਿੱਚ, ਮੰਤਾਲਾਈ ਵਿਲੇਜ, ਜੰਮੂ ਐਂਡ ਕਸ਼ਮੀਰ, ਤਾਵੀ ਰਿਵਰ ਦੇ ਕੰਢੇ। ਪਹਿਲੀ ਸਟੇਟ ਜਿਹਨੇ ਆਪਦਾ ਕਲਾਈਮੇਟ ਚੇਂਜ ਮਿਸ਼ਨ ਸਟਾਰਟ ਕੀਤਾ ਹੈ ਤਮਿਲਨਾਡੂ, ਵੈਰੀ ਇੰਪੋਰਟੈਂਟ। ਪਹਿਲੀ ਸਟੇਟ ਜਿਹਨੇ ਆਪਦਾ ਕਲਾਈਮੇਟ ਚੇਂਜ ਮਿਸ਼ਨ ਸਟਾਰਟ ਕੀਤਾ ਹੈ ਤਮਿਲਨਾਡੂ। ਉਦੋਂ ਬਾਅਦ ਕੁਝ ਫੈਸਟੀਵਲ ਸੀ ਜਿਹੜੀਆਂ ਇੰਪੋਰਟੈਂਟ ਨੇ, ਹਾਰਨਬਿਲ ਨਾਗਾਲੈਂਡ ਦੀ,
ਬਾਥੂਕਾਮਾ ਤੇਲੰਗਾਨਾ ਦੀ, ਕੁੱਲੂ ਦੁਸ਼ਹਿਰਾ ਹਿਮਾਚਲ ਪ੍ਰਦੇਸ਼ ਦਾ, ਲੋਸਾਰ ਲਦਾਖ ਦੀ, ਲੂਸਫੂਨ ਗੋਆ ਦਾ। ਠੀਕ ਹੈ, ਲੂਜ਼ੋਫੋਨ ਮਤਲਬ ਫੋਨ ਗੁੰਮ ਗਿਆ, ਬੀਚ ਲਾ ਲਓ ਗੋਆ ਦੀ। ਉਦੋਂ ਬਾਅਦ ਜਿਹੜਾ ਘਰ ਪੋਰਟਲ ਹੈ ਇਹ ਕਿਹਦੇ ਦੁਆਰਾ ਲਾਂਚ ਕੀਤਾ ਗਿਆ, ਤਾਂ ਚਾਈਲਡ ਤੋਂ, ਬਸ ਯਾਦ ਰੱਖਿਓ ਜਿਹੜਾ ਘਰ ਪੋਰਟਲ ਹੈ ਇਹ ਚਾਈਲਡਸ ਵਾਸਤੇ, ਵੀ ਚਾਈਲਡਾਂ ਨੂੰ ਆਪਾਂ ਘਰੇ ਭੇਜਣਾ ਹੈ ਤਾਂ ਨੈਸ਼ਨਲ ਕਮਿਸ਼ਨ ਫॉर ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ। ਠੀਕ ਹੈ, ਤੇ ਘਰ ਦੀ ਫੁੱਲ ਫਾਰਮ ਕੀ ਹੈ, ਗੋ ਹੋਮ ਐਂਡ ਰੀਜੂਨਾਈਟ। ਇਹ ਪਤਾ ਹੈ ਵੀ ਇਹ ਚਿਲਡਰਨਸ ਵਾਸਤੇ ਜਿਹੜਾ ਇਹ ਪੋਰਟਲ ਬਣਾਇਆ ਗਿਆ। ਉਦੋਂ ਬਾਅਦ ਡਿਜੀਟਲ ਰੂਪੀ ਇੰਡੀਆ ਦੇ ਵਿੱਚ ਲੀਗਲ ਟੈਂਡਰ ਮੰਨਿਆ ਗਿਆ ਕਿਉਂਕਿ RBI ਨੇ ਲਾਂਚ ਕੀਤਾ। ਪਹਿਲੇ ਫੇਜ਼ ਦੇ ਵਿੱਚ 4 ਬੈਂਕ ਦੇ ਵਿੱਚ ਤੇ 4 ਸਿਟੀ ਦੇ ਵਿੱਚ SBI, ICICI, ਯੈਸ ਬੈਂਕ ਤੇ IDFC ਫਸਟ ਬੈਂਕ, ਤੇ ਆਪਣੇ ਕੋਲ ਸਿਟੀਜ਼ ਕਿਹੜੀ ਹੋਣਗੀਆਂ, ਮੁੰਬਈ, ਨਿਊ ਦਿੱਲੀ, ਬੰਗਲੁਰੂ ਤੇ ਭੁਵਨੇਸ਼ਵਰ। ਰਫੇਲ ਇਹ ਇੰਪੋਰਟੈਂਟ ਹੈ, 36 ਦੇ 36 ਰਫੇਲ ਨਡਾਲ ਜਿਹੜੇ ਆਪਾਂ ਨੇ ਫਰਾਂਸ ਤੋਂ ਲੈਣੇ ਸੀ ਉਹ ਇੰਡੀਆ ਨੂੰ ਮਿਲ ਚੁੱਕੇ ਨੇ। ਤਾਂ ਉਹ ਪੁੱਛੂਗਾ ਰਫੇਲ ਨਡਾਲ ਆਪਣੇ ਕਿਹੜੇ ਦੇਸ਼ ਤੋਂ ਲੈਤੇ ਨੇ, ਫਰਾਂਸ ਤੋਂ। ਫਰਾਂਸ ਦੀ ਵੀ ਕਿਹੜੀ ਕੰਪਨੀ ਨੇ ਬਣਾਈ ਸੀ, ਡਸੋਲਟ ਐਵੀਏਸ਼ਨ। ਠੀਕ ਹੈ, ਉਦੋਂ ਬਾਅਦ 'ਚ ਆਪਣੇ ਕੋਲੇ ਜਿਹੜਾ ਇਹਨਾਂ ਦਾ ਰਫੇਲ ਦਾ ਸਕੁਐਡਰਨ ਇੰਡੀਆ ਦੇ ਵਿੱਚ ਸਟੇਸ਼ਨ ਕਿੱਥੇ ਬਣਾਇਆ ਗਿਆ ਇਹਨਾਂ ਦਾ, ਅੰਬਾਲਾ। ਯਾਦ ਰੱਖਿਓ, ਹਰਿਆਣਾ ਦੇ ਵਿੱਚ ਅੰਬਾਲਾ, ਇੰਡੀਆ ਦੇ ਵਿੱਚ ਰਫੇਲ ਨਡਾਲ ਦਾ ਇੱਕ ਤਰ੍ਹਾਂ ਦਾ, ਰਫੇਲ ਨਡਾਲ ਕਹਿੰਦਾ ਰਫੇਲ ਫਾਈਟਰ ਜੈਟਸ ਦਾ ਸਟੇਸ਼ਨ। ਠੀਕ ਹੈ, ਉਦੋਂ ਬਾਅਦ 'ਚ ਆ ਗਿਆ ਆਪਣੇ ਕੋਲ ਇੰਡੀਅਨ ਨੇਵਲ ਸ਼ਿਪ ਇਸ਼ਕ। ਇਕਸ਼ਕ ਇਹ ਕਿਹੜੀ ਇੱਕ ਸਰਵੇ ਵੈਸਲ ਹੈ, ਯਾਦ ਰੱਖਿਓ ਸਰਵੇ ਵੈਸਲ ਹੈ, ਤੇ ਆਪਣੇ ਕੋਲ ਇਹ ਜੁਆਇੰਟਲੀ ਬਣਾਈ ਹੈ ਇਹਨਾਂ ਦੋਨਾਂ ਨੇ, L&T ਚੇਨਈ ਨੇ ਤੇ ਆਪਣੇ ਕੋਲ ਗਾਰਡਨ ਰੀਚ ਸ਼ਿਪ ਬਿਲਡਰਸ ਐਂਡ ਇੰਜੀਨੀਅਰ ਕਲਕੱਤਾ ਨੇ। ਕੁਝ ਇੰਪੋਰਟੈਂਟ ਐਕਸਰਸਾਈਜ਼ਸ ਨੇ, ਸੂਰਿਆ ਕਿਰਨ ਇੰਡੀਆ ਤੇ ਨੇਪਾਲ ਦੀ 16ਵਾਂ ਐਡੀਸ਼ਨ ਨੇਪਾਲ 'ਚ ਹੋਇਆ। ਹਰੀਮਾਊ ਸ਼ਕਤੀ ਇੰਡੀਆ ਤੇ ਮਲੇਸ਼ੀਆ ਦੀ, ਤਾਂ ਆਪਣੇ ਕੋਲੇ ਜਿਹੜਾ ਇਹਦਾ ਐਡੀਸ਼ਨ ਹੈ ਹੁਣ ਪੋਲਾਈ ਖਲੰਗ ਮਲੇਸ਼ੀਆ 'ਚ ਹੋਇਆ। ਅਗਨੀ ਵੈਰੀਅਰ ਇੰਡੀਆ ਤੇ ਸਿੰਗਾਪੁਰ ਦੀ, ਦਿਓਲਾਲੀ ਮਹਾਰਾਸ਼ਟਰ 'ਚ ਹੋਇਆ। ਮਾਰਸ ਮਿਸ਼ਨ, ਅਗਲੀ ਨਿਊਜ਼ 'ਤੇ ਚੱਲਦੇ ਆਪਾਂ। ਆਹ ਇੰਪੋਰਟੈਂਟ ਐਕਸਰਸਾਈਜ਼ ਸੀ 3, ਠੀਕ ਹੈ, ਇਹਨਾਂ ਨੂੰ ਯਾਦ ਕਰਨੀ ਹੋ। ਸੂਰਿਆ ਕਿਰਨ ਇੰਡੀਆ ਨੇਪਾਲ, ਹਰੀਮਾਊ ਸ਼ਕਤੀ ਇੰਡੀਆ ਮਲੇਸ਼ੀਆ, ਅਗਨੀ ਵੈਰੀਅਰ ਇੰਡੀਆ ਤੇ ਸਿੰਗਾਪੁਰ। ਹੋਈਆਂ ਕਿੱਥੇ ਨੇ ਉਹ ਵੀ ਲਿਖਤਾ। ਮਾਰਸ ਮਿਸ਼ਨ ਦੇ ਉੱਪਰ ਇਨਸਾਈਟ, ਉਹ ਪੁੱਛੂਗਾ ਇਨਸਾਈਟ ਕਿਹਦਾ ਮਿਸ਼ਨ ਹੈ, ਤਾਂ ਯਾਦ ਰੱਖਿਓ ਇਨਸਾਈਟ ਕਿਹਦਾ ਮਿਸ਼ਨ ਹੈ, ਆਪਣੇ ਕੋਲੇ ਨਾਸਾ ਦਾ ਮਿਸ਼ਨ ਹੈ, ਜਿਹੜਾ ਹੁਣ ਰਿਟਾਇਰ ਹੋ ਗਿਆ। ਨਾਸਾ ਨੇ 2018 'ਚ ਇਹ ਮਿਸ਼ਨ ਲਾਂਚ ਕੀਤਾ ਸੀ। ਤਾਂ ਇਨਸਾਈਟ ਇੱਕ ਲੈਂਡਰ ਹੈ ਜਿਹੜਾ ਮਾਰਸ ਦੇ ਉੱਪਰ ਲੈਂਡ ਕੀਤਾ ਸੀਗਾ, ਤੇ ਇਹਦੀ ਫੁੱਲ ਫਾਰਮ ਕੀ ਹੈ, ਇੰਟੀਰੀਅਰ ਐਕਸਪਲੋਰੇਸ਼ਨ ਯੂਜ਼ਿੰਗ ਸਿਸਮਿਕ ਇਨਵੈਸਟੀਗੇਸ਼ਨ, S ਤੇ ਸਿਸਮਿਕ, I ਤੇ ਇਨਵੈਸਟੀਗੇਸ਼ਨ, G ਤੇ ਜਿਓਡੈਸੀ, H ਤੇ ਹੀਟ, T ਤੇ ਟਰਾਂਸਪੋਰਟ। ਠੀਕ ਹੈ, IN ਤੇ ਮਤਲਬ ਇੰਟੀਰੀਅਰ ਐਕਸਪਲੋਰੇਸ਼ਨ। ਉਦੋਂ ਬਾਅਦ 'ਚ ਪਹਿਲੀ ਵਾਰ ਆਪਾਂ ਨੇ ਜ਼ਿਆਦਾ એનર્ਜੀ ਪ੍ਰੋਡਿਊਸ ਕੀਤੀ ਹੈ ਜਿੰਨੀ ਇਗਨਾਈਟ ਹੋਈ ਸੀ ਉਦੋਂ ਵੱਧ, ਮਤਲਬ ਇੱਕ ਤਰ੍ਹਾਂ ਦਾ એનર્ਜੀ ਗੇਨ ਕੀਤਾ। ਤਾਂ ਇਹ ਕਿਹੜੀ ਕੰਟਰੀ ਨੇ ਕਲੇਮ ਕੀਤਾ ਹੈ, USA ਨੇ। ਆਰਟੇਮਿਸ ਮਿਸ਼ਨ ਕਿਹਦਾ ਹੈ, ਨਾਸਾ ਦਾ। ਇਹਦੇ ਤਹਿਤ ਉਹਨਾਂ ਨੇ ਓਰੀਆਨ ਸਪੇਸਕ੍ਰਾਫਟ ਸਪੇਸ ਦੇ ਵਿੱਚ ਭੇਜਿਆ ਸੀ, ਜਿਹੜਾ ਹੁਣ ਸਕਸੈਸਫੁਲੀ ਵਾਪਸ ਆ ਗਿਆ। ਅਗਲੀ ਵਾਰੀ ਇਹਨੂੰ ਬੰਦਿਆਂ ਦੇ ਨਾਲ ਭੇਜਣਗੇ। ਵਰਲਡ ਦਾ ਪਹਿਲਾ ਸਟੀਮ ਪ੍ਰੋਪੈਲਡ ਸਪੇਸਕ੍ਰਾਫਟ ਜਾਪਾਨ ਦਾ, ਨਾਮ ਇਹਦਾ ਯਾਦ ਰੱਖਿਓ ਇਕੂਲੀਅਸ। ਠੀਕ ਹੈ, ਜਾਪਾਨ ਦਾ, ਤੇ ਇਹਨੂੰ ਲਾਂਚ ਕੀਤਾ ਨਾਸਾ ਦੇ ਓਰੀਆਨ ਸਪੇਸਕ੍ਰਾਫਟ ਦੇ ਨਾਲ। ਠੀਕ ਹੈ, ਉਸ ਤੋਂ ਬਾਅਦ ਗਲੋਬਲ ਟ੍ਰੇਡ ਰਿਪੋਰਟ ਕੌਣ ਰਿਲੀਜ਼ ਕਰਦਾ, ਸਿੱਧਾ ਡਾਇਰੈਕਟ ਵਨ ਲਾਈਨਰ ਯਾਦ ਕਰਨੀ ਹੋ, UNCTAD। ਇਹਨੇ ਆਖਿਆ ਵੀ ਬੇਸ਼ੱਕ ਬਹੁਤ ਸਾਰੇ ਕ੍ਰਾਈਸਿਸ ਹੋਏ ਸੀਗੇ 2022 ਦੇ ਵਿੱਚ, ਪਰ ਤਾਂ ਵੀ ਜਿਹੜੀ ਗੁੱਡਸ ਦੀ ਟ੍ਰੇਡ ਆ ਉਹ ਗਰੋ ਹੋਈ ਹੈ 10% ਨਾਲ। ਤਾਂ ਕਿਹੜੀ ਕੰਟਰੀ ਨੂੰ ਬਾਹਰ ਕੱਢ ਦਿੱਤਾ ਗਿਆ, ਯੂਨਾਈਟਿਡ ਨੇਸ਼ਨ ਦੀ ਇਕੋਸੌਕ ਦੇ ਵਿੱਚੋਂ। ਠੀਕ ਹੈ, ਮਤਲਬ ਇਕਨੋਮਿਕ ਤੇ ਸੋਸ਼ਲ ਕਾਉਂਸਲ ਦੇ ਵਿੱਚੋਂ। ਤਾਂ ਯਾਦ ਰੱਖਿਓ ਈਰਾਨ। ਇੰਟਰਨੈਸ਼ਨਲ ਈਅਰ ਆਫ ਮਿਲਟਸ 2023 ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੁਆਰਾ ਇਹ ਡਿਕਲੇਅਰ ਕੀਤਾ ਗਿਆ। ਤੇ ਇਹਨੂੰ ਪ੍ਰਮੋਟ ਕੌਣ ਕਰ ਰਿਹਾ, FAO ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ, ਜਿਹਦੇ ਹੈਡਕੁਆਟਰ ਰੋਮ ਇਟਲੀ ਦੇ ਵਿੱਚ ਨੇ। B-21 ਰਡਾਰ ਕੀ ਹੈ, ਇਹ ਇੱਕ ਮਿਲਟਰੀ ਏਅਰਕ੍ਰਾਫਟ ਹੈ, ਕਿਹਦਾ, USA ਦਾ। ਯਾਦ ਰੱਖਿਓ, ਉਹ ਪੁੱਛੂਗਾ B-21 ਰਡਾਰ ਕੀ ਹੈ, ਇੱਕ ਮਿਲਟਰੀ ਏਅਰਕ੍ਰਾਫਟ ਹੈ, ਕਿੱਥੋਂ ਦਾ, USA ਦਾ, ਤੇ ਦੁਨੀਆ ਦਾ ਸਭ ਤੋਂ ਐਡਵਾਂਸਡ ਬੰਬਰ ਏਅਰਕ੍ਰਾਫਟ ਹੈ। ਉਦੋਂ ਬਾਅਦ 'ਚ ਇੱਕ ਅਗਨੀਕੁਲ ਕਾਸਮੋਸ ਹੈ, ਸਟਾਰਟਅਪ ਹੈ ਚੇਨਈ ਦੀ। ਇਹਨੇ ਲਾਂਚ ਕੀਤਾ ਇੰਡੀਆ ਦਾ ਪਹਿਲਾ ਪ੍ਰਾਈਵੇਟ ਲਾਂਚ ਪੈਡ ਸ਼੍ਰੀ ਹਰੀਕੋਟਾ, ਆਂਧਰਾ ਪ੍ਰਦੇਸ਼ ਦੇ ਵਿੱਚ। ਸ਼੍ਰੀ ਹਰੀਕੋਟਾ ਸਪੇਸ ਭਵਨ, ਉੱਥੇ ਇੰਡੀਆ ਦਾ ਪਹਿਲਾ ਪ੍ਰਾਈਵੇਟ ਲਾਂਚ ਪੈਡ ਕਿਹਦੇ ਦੁਆਰਾ ਲਾਂਚ ਕੀਤਾ ਗਿਆ, ਅਗਨੀਕੁਲ ਕਾਸਮੋਸ। ਤੇ ਇਹ ਇੱਕ ਆਪਦਾ ਰੌਕਟ ਵੀ ਲਾਂਚ ਕਰਨਗੇ, ਉਹਦਾ ਨਾਮ ਕੀ ਹੈ, ਅਗਨੀਬਾਣ ਰੌਕਟ। ਠੀਕ ਹੈ, ਅਗਨੀਬਾਣ ਰੌਕਟ। ਉਦੋਂ ਬਾਅਦ 'ਚ ਪੰਜਾਬ ਐਂਡ ਸਿੰਧ ਬੈਂਕ ਨੇ ਕਿਹੜੇ ਬੈਂਕ ਨਾਲ ਮਿਲ ਕੇ ਇਕੱਠਿਆਂ ਨੇ ਕ੍ਰੈਡਿਟ ਕਾਰਡ ਨੇ ਲਾਂਚ ਕੀਤੇ ਨੇ, ਤਾਂ ਯਾਦ ਰੱਖਿਓ ਪੰਜਾਬ ਐਂਡ ਸਿੰਧ ਬੈਂਕ ਤੇ SBI ਨੇ ਕੋ-ਬ੍ਰਾਂਡਡ ਕ੍ਰੈਡਿਟ ਕਾਰਡਸ 3 ਤਰ੍ਹਾਂ ਦੇ ਕਾਰਡ ਇਹ ਲਾਂਚ ਕਰਨਗੇ। ਕਿਹੜੇ PSB SBI ਕਾਰਡ ਅਲਾਈਟ, ਕਾਰਡ ਪ੍ਰਾਈਮ ਤੇ ਸਿੰਪਲੀ ਸੇਵ SBI ਕਾਰਡ। ਇੰਡੀਅਨ ਆਰਮੀ ਦਾ ਨਵਾਂ ਇੰਜੀਨੀਅਰ ਇਨ ਚੀਫ ਅਰਵਿੰਦ ਵਾਲੀਆ। ਤਾਂ ਕ੍ਰੋਏਸ਼ੀਆ ਪਹਿਲੀ ਆਪਣੇ ਕੋਲੇ ਤਾਂ ਕ੍ਰੋਏਸ਼ੀਆ ਆਪਣੇ ਕੋਲੇ ਯੰਗੈਸਟ ਮੈਂਬਰ ਹੈ ਯੂਰੋਪੀਅਨ ਯੂਨੀਅਨ ਦਾ। ਯੂਰੋਪੀਅਨ ਯੂਨੀਅਨ ਦੇ 27 ਮੈਂਬਰ ਨੇ, ਤੇ 27ਵਾਂ ਕ੍ਰੋਏਸ਼ੀਆ ਬਣਿਆ ਸੀ। ਤਾਂ ਯੰਗੈਸਟ ਮੈਂਬਰ ਹੈ, ਤੇ ਇਹਨੇ ਸੈਚਨ ਜ਼ੋਨ ਤੇ ਯੂਰੋ
यूरो च स्विच कर लिया, मतलब करंसी हुण क्रोएशिया की किहड़ी होगी यूरो, तो सैचन जोन का ये मैंबर बन गया। 27वीं कंट्री सैचन जोन वाली तो 20वीं कंट्री यूरो जोन वाली। तो यूरोपीयन यूनीयन 1992 च बनिया, हैडकुआटर ब्रुसेल बेल्जियम के विच ने, तो टोटल मैंबर 27 ने। लेटेस्ट मैंबर क्रोएशिया। सैचन जोन की है भी वो जोन जिथे मतलब बॉर्डर फ्री ट्रेड है, मतलब इंटरनेशनल जोड़े बॉर्डर ने वो फ्री ने ट्रेड करने वास्ते। 39वां प्रेजिडेंट ब्राज़ील का किहड़ा बनिया, ठीक है, उन्होंने याद कर लो सीधा, लुला दा सिल्वा। उस तो बाद शुगर दे विच वर्ल्ड का लारजेस्ट प्रोड्यूसर किहड़ा शुगर का, इंडिया। कंज्यूमर भी इंडिया, पर एक्सपोर्टर याद रखियो वर्ल्ड का सब तो वड्डा एक्सपोर्टर किहड़ा है, वो इंडिया नहीं, वो किहड़ा ब्राज़ील दूजे नंबर पर। आप क्यों, क्योंकि आप जिन्ना शुगर बनाने उन्ना भी कंज्यूम भी आप सब तो वध करते हैं। तो इंडिया की पहली अंडर वाटर मैट्रो सर्विसिज किने स्टार्ट की, KMRC कलकत्ता मैट्रो रेल कॉरपोरेशन द्वारा। 16.6 किलोमीटर का कॉरीडोर बनाया गया हुगली रिवर के उपर, जिहड़ा किहनूं कनैक्ट कर रहा है, हावड़ा नूं कलकत्ता सियाल दे नाल, ठीक है। ट्रिब्यूटरी की होंदी है, डिस्ट्रीब्यूटरी की होंदी है, तुहानूं दसता सी। तो गंगा दी ट्रिब्यूटरी तुहानूं पता होनी चाहिए ने, इंपॉर्टेंट इहनूं मार्क कर लियो। RBI ने लिस्ट लीती है DSIB की, मतलब डोमैसटिकली सिस्टमैटिकली इंपॉर्टेंट बैंक्स। तो इन्होंने ये बैंक्स में आप कहा जाता टू बिग टू फेल बैंक्स, ठीक है, टू बिग टू फेल बैंक्स, ठीक है। तो टू बिग टू फेल बैंक्स, तो याद रखियो अपने को किहड़े ने, 4 बैंक रखे ने ये लिस्ट के विच। तो 4 बैंक किहड़े ने अपने को, सॉरी 3 बैंक रखे ने DSIB की लिस्ट के विच, किहड़े ने, SBI, ICI, HDFC। ये बैंक मतलब ये इन्ने इंपॉर्टेंट बैंक ने भी जे ये फेल हो गए तो एक तरह की जी इकॉनमी है वो बिल्कुल डिग जूगी। तो SBI नूं तीजी वकट दे विच रखा गया, ICI ते HDFC नूं पहली वकट दे विच। उहदे बाद BCCI ने 2022 के अवार्ड दिते ने, मतलब एक तरह का प्लेयर ऑफ द ईयर चुनिया। टैसटां दे विच बैट्समैन रिषभ पंत, बॉलर बुमराह, वनडे दे विच सुरेश अय्यर बैट्समैन, मुहम्मद सिराज बॉलर, T20 दे विच सूर्या कुमार अते बॉलर भुवनेश्वर कुमार। BCCI कदों बनिया, 1928 दे विच, हैडकुआटर इहदे मुंबई दे विच ने। एट प्रेजेंट इहदा प्रेजिडेंट रॉजर बिन्नी है, सौरभ गांगुली नूं रिप्लेस किया सी। गगनयान इसरो का मिशन है, ये तहत इंडिया आत्मनिर्भर फ्लाइट होगी ह्यूमन की, मतलब आप ह्यूमनस नूं स्पेस च भेजांगे, 2024 च भेजांगे। 3 फेसिस च लॉन्च करांगे, पहला अनमैंड होगा खाली भेजांगे, दूजे च आप एक रॉकेट भेजांगे वायोमित्रा फीमेल लुकिंग रॉकेट है, तीजे च ह्यूमनस जाएंगे। किहड़े रॉकेट का यूज़ करांगे आप, इंडिया का सब तो तगड़ा रॉकेट GSLV Mark 3। अंबेडकर आ लाइफ बुक किहदे द्वारा लिखी गई, शशि थरूर द्वारा। 108th इंडियन साइंस कांग्रेस कित्थे हुई, नागपुर महाराष्ट्र दे विच। इहदा थीम की सीगा, साइंस एंड टैक्नोलॉजी फॉर सस्टेनेबल डिवेलपमेंट विद वूमन इंपावरमेंट, साइंस एंड टैक्नोलॉजी फॉर सस्टेनेबल डिवेलपमेंट विद वूमन इंपावरमेंट। तो याद रखियो 108वीं नागपुर महाराष्ट्र। नैशनल साइंस डे 28 फरवरी नूं रमन इफैक्ट की याद दे विच। तो यदा थीम की सीगा, ग्लोबल साइंस फॉर ग्लोबल वैलबींग, ग्लोबल साइंस फॉर ग्लोबल वैलबींग। पहली वूमन ऑफिसर जिहदी ड्यूटी सैचन दे विच लादी, वो किहड़ी अपने कोल, कैप्टन शिवा चौहान। कित्थे, कुमार पोस्ट, 15,632 की हाइट के उपर। इंडिया प्रेजिडेंट, इंडिया कोल चेयरमैनशिप है कि अपू की, एशियन पैसीफिक पोस्टल यूनीयन। 13वीं जी मीटिंग हुई सी थाईलैंड, बैंकॉक थाईलैंड के, वो इंडिया नूं लीडरशिप दी गई। तो पहली बार कोई इंडियन लीड कर रहा, उसका नाम की है, डॉक्टर विनय प्रकाश सिंह, डॉक्टर विनय प्रकाश सिंह। वर्ल्ड ब्रेल डे कदों मनाया जाता अपने को, 4 जनवरी नूं, क्योंकि बर्थ एनिवर्सरी थी कि लुइस ब्रेल की। लुइस ब्रेल कौन सी, जिन्हें ब्रेल लैंगुएज इन्वेंट की थी 1824 के विच। जिहड़ी ब्रेल लैंगुएज है याद रखियो अपने कोले, जिहड़े ब्लाइंड परसन है उन्होंने बनाई सी। दुनिया का पहला पाम लीफ तो करेला केरला के विच, पाम लीफ मैन्यूस्क्रिप्ट म्यूजियम दुनिया का पहला, याद रखियो वर्ल्ड का पहला केरला के विच। आसाम की गौरमेंट ने सिविलियन अवार्ड दिते ने 21 जनियां नूं, जिहदे विचों एक आसाम वैभव है, तो अपने को 5 सौरभ ने, तो 15 गौरव ने। असी आसाम वैभव याद करने, तो आसाम वैभव जिहड़े बंदे नूं अवार्ड मिले उन्हें बहुत तपस्या की, तपन तो काफ़ी सेकिया, ठीक है। तो पहली वूमन क्रिकेटर जिहदा ब्रॉन्ज स्टैचू लगे है सिडनी क्रिकेट ग्राउंड के विच, की नाम है उसका, बलिंडा क्लार्क, आस्ट्रेलिया की खिडारनी। तो पहली फॉर्मूला ई वर्ल्ड चैंपीयनशिप, ई लग गया मतलब इलैक्ट्रिक, तो ये हैदराबाद हो रही है, इन्हूं हैदराबादी ई प्रिक्स भी आप कहने। साइक्लोन मैंडियस केड़ी स्टेट आया सी, आंध्र प्रदेश। का नामकरण किने किया है, UAE ने। मैंडियस आंध्र प्रदेश के नाम UAE ने रखा। नैशनल जीनोम एडिटिंग एंड ट्रेनिंग सेंटर कित्थे लॉन्च किया गया, NABI मोहाली, नाभी मोहाली, नैशनल एग्री फूड बायोटैक्नोलॉजी इंस्टीट्यूट मोहाली दे विच।
ਕਿਹੜੀ ਡਿਪਾਰਟਮੈਂਟ ਦੇ ਅੰਡਰ ਹੈ? ਡਿਪਾਰਟਮੈਂਟ ਆਫ ਬਾਇਓਟੈਕਨੋਲੋਜੀ ਤੇ ਮਿਨਿਸਟਰੀ ਆਫ ਸਾਇੰਸ ਐਂਡ ਟੈਕਨੋਲੋਜੀ ਦੇ। ਉਸ ਤੋਂ ਬਾਅਦ ਆਈਫੈਂਸ 2023 ਇਹ ਕਿੱਥੇ ਸਟਾਰਟ ਕੀਤਾ ਗਿਆ? ਇਹ ਵੀ ਮੋਹਾਲੀ ਦੇ ਵਿੱਚ। ਕੀ ਹੈ? ਇਹ ਇੱਕ ਕਾਨਫਰੰਸ ਆ ਆਈਫੈਂਸ, ਮਤਲਬ ਫੂਡ ਤੇ ਨਿਊਟ੍ਰੀਸ਼ਨ ਸਿਕਿਉਰਿਟੀ ਦੇ ਉੱਪਰ ਕਾਨਫਰੰਸ ਹੈ। 4 ਦਿਨਾਂ ਦੀ ਕਾਨਫਰੰਸ ਸੀ, ਕਿੱਥੇ ਹੋਈ ਹੈ? ਮੋਹਾਲੀ ਦੇ ਵਿੱਚ, ਆਈਫੈਂਸ ਮੋਹਾਲੀ। ਠੀਕ ਹੈ, ਤਾਂ ਇਹਨੂੰ ਆਪਾਂ ਯਾਦ ਕਰ ਲਾਂਗੇ ਵੀ ਜਿਹੜੇ ਪੰਜਾਬ ਟੀਮ ਦੇ ਕ੍ਰਿਕਟ ਫੈਨਸ ਨੂੰ ਮੈਚ ਕਿੱਥੇ ਦੇਖਣੇ ਆਉਂਦੇ ਨੇ? ਮੋਹਾਲੀ। ਠੀਕ ਹੈ, ਆਪਾਂ ਮੋਹਾਲੀ ਤੋਂ ਰਿਲੇਟ ਕਰ ਲਾਂਗੇ। ਠੀਕ ਹੈ, ਜਿਵੇਂ IPL ਮੈਚ ਜ਼ਿਆਦਾਤਰ ਮੋਹਾਲੀ ਹੁੰਦੇ। ਇੰਡੀਆ ਦਾ ਬਿਗੈਸਟ ਹਾਕੀ ਸਟੇਡੀਅਮ, ਹਾਕੀ ਦਾ ਪੁੱਛਿਆ ਉਹਨੇ, ਜੇ ਹਾਕੀ ਦਾ ਪੁੱਛੂਗਾ ਤਾਂ ਬਿਰਸਾ ਮੁੰਡਾ ਇੰਟਰਨੈਸ਼ਨਲ ਸਟੇਡੀਅਮ ਕਿੱਥੇ? ਰੌਰਕੇਲਾ, ਉੜੀਸਾ ਦੇ ਵਿੱਚ। ਉੜੀਸਾ ਦੇ ਵਿੱਚ ਯਾਦ ਰੱਖਿਓ ਹਾਕੀ ਵਰਲਡ ਕੱਪ ਹੋਇਆ ਸੀ 2023 ਦਾ, ਜਿਹਦੇ ਵਿੱਚ ਇੰਡੀਆ 9ਵੇਂ ਨੰਬਰ 'ਤੇ ਰਿਹਾ ਅਤੇ ਪਹਿਲੇ 'ਤੇ ਆਪਣੇ ਕੋਲ ਰਿਹਾ ਜਰਮਨੀ, ਦੂਜੇ 'ਤੇ ਰਿਹਾ ਬੈਲਜੀਅਮ, ਤੀਜੇ 'ਤੇ ਨੀਦਰਲੈਂਡ, ਚੌਥੇ 'ਤੇ ਆਸਟ੍ਰੇਲੀਆ। ਜੇ ਪੁੱਛ ਰਹੇ ਨੇ ਇੰਡੀਆ ਦਾ ਜਾਂ ਦੁਨੀਆ ਦਾ ਬਿਗੈਸਟ ਸਟੇਡੀਅਮ, ਮੂਹਰੇ ਕੁਐਸਚਨ ਨਾ ਲਾਉਣ ਵੀ ਕ੍ਰਿਕਟ ਦਾ, ਹਾਕੀ ਦਾ। ਠੀਕ ਹੈ, ਤਾਂ ਯਾਦ ਰੱਖਿਓ ਨਰਿੰਦਰ ਮੋਦੀ ਸਟੇਡੀਅਮ ਹੈ ਅਹਿਮਦਾਬਾਦ, ਗੁਜਰਾਤ ਦੇ ਵਿੱਚ। ਇੰਡੀਆ ਨੂੰ ਪਹਿਲੀ IBM ਇਨ ਵਿਟਰੋ ਫਰਟੀਲਾਈਜੇਸ਼ਨ ਮੋਬਾਈਲ ਵੈਨ ਮਿਲੀ ਹੈ, ਕਿੱਥੇ? ਅਮਰੇਲੀ, ਗੁਜਰਾਤ ਦੇ ਵਿੱਚ। ਠੀਕ ਹੈ, ਉਤਕਰਸ਼ ਕਿਹਦਾ? RBI ਦਾ। ਇੱਕ ਪਲਾਨ ਹੈ, ਸਟ੍ਰੈਟੇਜਿਕ ਪਲਾਨ। ਠੀਕ ਹੈ, ਕਾਹਦੇ ਵਾਸਤੇ? 2023 ਤੋਂ 25 ਵਾਸਤੇ। ਠੀਕ ਹੈ, ਉਤਕਰਸ਼। ਔਨ ਟਾਈਮ ਪਰਫਾਰਮੈਂਸ ਰਿਵਿਊ ਕਿਹਦੇ ਦੁਆਰਾ ਦਿੱਤਾ ਗਿਆ? ਸੀਰੀਅਮ। ਪਹਿਲੇ ਨੰਬਰ 'ਤੇ ਕਿਹੜਾ 에ਅਰਪੋਰਟ ਰਿਹਾ? ਹਨੀਦਾ 에ਅਰਪੋਰਟ, ਜਾਪਾਨ ਦਾ। ਦੂਜੇ ਨੰਬਰ 'ਤੇ ਇੰਡੀਆ ਦਾ ਕੈਂਪੇਗੌੜਾ ਇੰਟਰਨੈਸ਼ਨਲ 에ਅਰਪੋਰਟ, ਬੈਂਗਲੁਰੂ, ਆਪਣੇ ਕੋਲੇ ਕਰਨਾਟਕਾ ਦਾ। ਠੀਕ ਹੈ, ਤੀਜੇ ਨੰਬਰ 'ਤੇ ਇੰਦਰਾ ਗਾਂਧੀ 에ਅਰਪੋਰਟ, ਨਿਊ ਦਿੱਲੀ। ਸੀਰੀਅਮਸ ਮੋਸਟ ਔਨ ਟਾਈਮ ਪਰ 에ਅਰਲਾਈਨ, ਜਿਹੜੀ ਜਮਾ ਵੀ ਔਨ ਟਾਈਮ 에ਅਰਲਾਈਨ ਕਿਹੜੀ ਸੀ? ਤਾਂ ਯਾਦ ਰੱਖਿਓ ਸੀਰੀਅਮ ਪਲੈਟੀਨਮ ਅਵਾਰਡ ਮਿਲਿਆ ਉਹ ਕਿਹਨੂੰ? ਡੈਲਟਾ 에ਅਰਲਾਈਨ, USA ਦੀ ਨੂੰ ਲਗਾਤਾਰ ਦੂਜੀ ਵਾਰੀ। ਅਜੂਲ 에ਅਰਲਾਈਨ ਨੂੰ ਕੀ ਕਿਹਾ ਗਿਆ? ਗਲੋਬਲ ਲੀਡਰ ਇਨ ਔਨ ਟਾਈਮ ਪਰਫਾਰਮੈਂਸ। ਸਟਾਰ ਫਲਾਇਰ ਆਫ ਜਾਪਾਨ, ਇਹ ਕੀ ਹੈ? ਲੀਡਿੰਗ ਲੋ ਕੋਸਟ ਕੈਰੀਅਰ। ਠੀਕ ਹੈ, ਜਾਪਾਨ ਵਾਲਾ ਲੀਡਿੰਗ ਲੋ ਕੋਸਟ ਕੈਰੀਅਰ ਸਟਾਰ ਫਲਾਇਰ। ਈਟ ਰਾਈਟ ਸਟੇਸ਼ਨ ਸਰਟੀਫਿਕੇਟ ਕਿਹਨੂੰ ਮਿਲਿਆ? ਵਾਰਾਣਸੀ ਕੈਂਟ ਨੂੰ। 5 ਸਟਾਰ ਦਿੱਤਾ ਗਿਆ ਕਿਹਦੇ ਦੁਆਰਾ? FSSAI ਦੁਆਰਾ। ਠੀਕ ਹੈ, ਉਦੋਂ ਬਾਅਦ ਇੰਡੀਆ ਦੀ ਏਸ਼ੀਆ ਦੀ ਪਹਿਲੀ ਹਾਈਡਰੋਜਨ ਟ੍ਰੇਨ ਚਾਈਨਾ ਨੇ ਬਣਾਈ ਹੈ। ਕਿਹਨੇ? ਚਾਈਨਾ ਦੀ CRRC ਕਾਰਪੋਰੇਸ਼ਨ ਲਿਮਟਿਡ ਨੇ। ਠੀਕ ਹੈ, ਤੇ ਪਰ ਜੇ ਪੁੱਛ ਰਹੇ ਨੇ ਵਰਲਡ ਦੀ ਪਹਿਲੀ ਹਾਈਡਰੋਜਨ ਟ੍ਰੇਨ, ਉਹ ਜਰਮਨੀ ਨੇ। ਠੀਕ ਹੈ, ਆਹ ਕੰਪਨੀ ਸੀ ਐਲਸਟੋਮ ਕੋਰੇਡੀਆ ਅਲੈਂਟ। ਸਾਨੀਆ ਮਿਰਜ਼ਾ ਰਿਟਾਇਰ ਹੋ ਰਹੀ ਹੈ, ਕਿਹੜੀ ਖੇਡ ਖੇਡਦੀ ਸੀ? ਇਹ ਟੈਨਿਸ, ਤੇ ਇਹ ਆਪਦਾ ਪਹਿਲਾ ਗ੍ਰੈਂਡ ਸਲੈਮ 2009 ਜਿੱਤੀ ਸੀ। ਆਸਟ੍ਰੇਲੀਅਨ ਮਿਕਸਡ ਡਬਲ ਜਿੱਤੀ ਸੀ। ਇੱਕ ਪਾਸੇ ਸਾਨੀਆ ਮਿਰਜ਼ਾ ਸੀ ਤੇ ਨਾਲ ਮਹੇਸ਼ ਭੂਪਤੀ ਸੀ। ਮੁੱਖ ਮੰਤਰੀ ਡੈਰੀ ਕਿਹਦੇ ਦੁਆਰਾ ਲਿਖੀ ਗਈ? ਹਿਮੰਤਾ ਬਿਸ਼ਵਾ ਸ਼ਰਮਾ ਦੁਆਰਾ। ਲਾਂਚ ਕੀਤੀ ਹੈ ਰੰਜਨ ਗਗੋਈ ਨੇ। ਪਹਿਲੀ ਸਟੇਟ ਜਿਹਦੇ ਫੁੱਲ ਡਿਜੀਟਲ ਬੈਂਕਿੰਗ ਸਰਵਿਸ। ਜੇ ਕੁਛ ਵੀ ਡਿਜੀਟਲ ਆ ਗਿਆ, ਤੁਸੀਂ ਤੁੱਕਾ ਲਾਉਣਾ ਹੋਇਆ ਤਾਂ ਕੇਰਲਾ ਲਾ ਦਿਓ। ਤੇ ਕੇਰਲਾ ਇਕਲੌਤੀ ਇੰਡੀਅਨ ਸਟੇਟ ਹੈ ਜਿਹਨੇ ਰਾਈਟ ਟੂ ਇੰਟਰਨੈਟ ਨੂੰ ਇੱਕ ਤਰ੍ਹਾਂ ਦਾ ਬੇਸਿਕ ਰਾਈਟ ਡਿਕਲੇਅਰ ਕੀਤਾ ਹੈ। RBI ਨੇ ਆਪਦੇ ਮੇਡਨ ਮਤਲਬ ਪਹਿਲੇ ਗ੍ਰੀਨ ਬੌਂਡਸ ਇਸ਼ੂ ਕੀਤੇ ਨੇ, ਕਿੰਨੇ ਦੇ? 16,000 ਕਰੋੜ ਦੇ, 2 ਫੇਸਿਸ ਦੇ ਵਿੱਚ 8-8 ਕਰੋੜ ਦਾ ਈਚ। ਠੀਕ ਹੈ, ਤਾਂ ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਸਮਝ ਆਇਆ ਹੋਊਗਾ। ਤਾਂ ਮਿਲਦੇ ਹਾਂ ਜੀ ਫਿਰ ਆਪਾਂ ਨੈਕਸਟ ਕਲਾਸ ਦੇ ਨਾਲ। ਥੈਂਕ ਯੂ, ਹੈਵ ਅ ਨਾਈਸ ਡੇ। ਜੇ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਜੀ। ਠੀਕ ਹੈ, ਥੈਂਕ ਯੂ।